बिस्मिल्लाहिर्रहमानिर्रहीम। अली भाई अस्सलाम वालेकुम। बिस्मिल्लाहिर्रहमानिर्रहीम वालेकुम सलाम भाईजान। ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੋ? अल्हम्दुलिल्लाह भाईजान, तुसी सुनाओ ठीक? ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਕਿਸ ਜ਼ਿਲ੍ਹੇ ਨਾਲ ਤਾਲੁਕ ਹੈ, ਕਿਸ ਜਗ੍ਹਾ 'ਤੇ ਤੁਸੀਂ ਰਹਿੰਦੇ ਹੋ? भाईजान, ज़िला मेरा टोबा टेक सिंह, पिंड तलवंडी 316 जींबे, डिवीजन फैसलाबाद। ਤੁਸੀਂ ਕਿਵੇਂ ਸੋਚਿਆ ਕਿ ਮੈਂ ਕਬੱਡੀ ਦੀ ਕਮੈਂਟਰੀ ਕਰਾਂਗਾ ਔਰ ਕਿਵੇਂ ਤੁਸੀਂ ਸ਼ੁਰੂ ਕੀਤਾ? भाईजान बस ਸਕੂਲ ਲੈਵਲ ਤੇ ਸਪੀਚ ਕਰੀ ਦੀ ਸੀ ਤੇ ਕਬੱਡੀ ਦਾ ਸ਼ੌਕ ਸੀਗਾ, ਕਬੱਡੀ ਦੇਖਣੇ ਜਾਈਦੀ ਸੀ। ਆਪਣੀ ਫੈਮਿਲੀ ਜਿਹੜੀ ਆ ਕਬੱਡੀ ਨਾਲ ਰਿਲੇਟਡ ਹੈ ਸ਼ੁਰੂ ਤੋਂ। ਤਾਂ ਇੱਦਾਂ ਹੀ ਇੱਕ ਵਾਰੀ ਈਦ ਦਾ ਦਿਨ ਸੀ, ਪਿੰਡ ਮੈਚ ਹੋ ਰਿਹਾ ਸੀ, ਸਾਊਂਡ ਸਿਸਟਮ ਵਗੈਰਾ ਲੱਗਾ ਸੀਗਾ ਤਾਂ ਬੋਲਣ ਵਾਲਾ ਕੋਈ ਨਹੀਂ ਸੀ। ਮੇਰੇ ਕਜ਼ਨ ਕਬੱਡੀ ਖੇਡਦੇ ਉਹਨਾਂ ਸ਼ਰਾਰਤ ਤੌਰ 'ਤੇ ਮੈਨੂੰ ਕਿਹਾ ਕਿ ਚੱਲ ਅਲੀ ਤੂੰ ਬੈਠ, ਮਜ਼ਾਕ ਵਗੈਰਾ ਕਰ, ਇੱਥੇ ਰੌਣਕ ਲਾ। ਅਤੇ ਸ਼ਰਾਰਤੀ ਜਿਹਾ ਸੀ ਸ਼ੁਰੂ ਤੋਂ, ਅਤੇ ਉਹਨਾਂ ਨੇ ਬਿਠਾਇਆ ਮੈਨੂੰ। ਮੈਂ ਸ਼ੁਕਰ ਮਜ਼ਾਕ ਕੀਤੇ ਅਤੇ ਸ਼ੇਰੋ ਸ਼ਾਇਰੀ ਕੀਤੀ ਜਿੰਨੀ ਕੁ ਹੁੰਦੀ ਸੀਗੀ। ਅਤੇ ਤੁਹਾਨੂੰ ਪਤਾ ਪੰਜਾਬੀ ਜਿਹੜੇ ਕਬੱਡੀ ਵੇਖਦੇ ਨੇ ਸ਼ੇਰੋ ਸ਼ਾਇਰੀ ਥੋੜ੍ਹੀ ਮੋਟੀ ਤਾਂ ਆਉਂਦੀ ਹੈ। ਬਕਾਇਦਾ ਪਲੇਅਰਾਂ ਦੇ ਨਾਮ, ਪਲੇਅਰ ਨਾਲ ਹੀ ਰਹਿੰਦੇ ਸੀਗੇ, ਉਹਨਾਂ ਦਾ ਨਾਮ ਵਗੈਰਾ ਪਤਾ ਸੀਗਾ। ਉਹ ਉੱਥੋਂ ਸ਼ੁਰੂ ਕੀਤੀ। ਨੈਕਸਟ 2 ਦਿਨ ਬਾਅਦ ਇੱਕ ਨਾਲ ਪਿੰਡ ਉੱਥੇ ਮੈਚ ਸੀਗਾ, ਉੱਥੇ ਕਬੱਡੀ ਦੇ ਮੈਚ 'ਤੇ ਗਏ। ਉਹਨਾਂ ਫਿਰ ਮੈਨੂੰ ਚੁੱਕ ਕੇ ਸਟੇਜ 'ਤੇ ਬਿਠਾ ਦਿੱਤਾ ਉਹਨਾਂ ਕਜ਼ਨਾਂ ਨੇ। ਉੱਥੋਂ ਫਿਰ ਡੇਲੀ ਜਿੱਥੇ ਮੈਚ 'ਤੇ ਜਾਣਾ ਇਹਨਾਂ ਨੇ ਮੈਨੂੰ ਸਟੇਜ 'ਤੇ ਬਿਠਾ ਦੇਣਾ। ਉਹ ਇੱਕ ਮੈਚ 'ਤੇ ਗਿਆ ਅਤੇ ਉੱਥੇ ਉਹਨਾਂ ਸਟੇਜ 'ਤੇ ਬਿਠਾਇਆ ਮੈਨੂੰ, ਬੜਾ ਉਹਨਾਂ ਨੇ ਚਾਏ ਬਿਸਕੁਟ ਦਿੱਤੀ। ਹੁਣ ਕਜ਼ਨ ਥੱਲੇ ਬੈਠੇ ਸੀਗੇ ਅਤੇ ਮੈਂ ਸਟੇਜ 'ਤੇ ਬੈਠਾ। ਮੈਂ ਕਿਹਾ ਇਹ ਤਾਂ ਕੰਮ ਹੀ ਬਹੁਤ ਵਧੀਆ ਅਤੇ ਇਹੀ ਸ਼ੁਰੂ ਕਰ ਲੈਂਦੇ ਆਪਾਂ। ਤੁਸੀਂ ਕਦੋਂ ਮਹਿਸੂਸ ਕੀਤਾ ਕਿ ਤੁਸੀਂ ਇਸ ਕਮੈਂਟਰੀ ਦੇ ਵਿੱਚ ਇਸ ਲੈਵਲ ਤੱਕ ਜਾ ਸਕਦੇ ਹੋ ਜਾਂ ਇਸ ਨੂੰ ਅੱਗੇ ਜਾ ਕੇ ਕੰਟੀਨਿਊ ਕਰ ਸਕਦੇ ਹੋ? ਤੁਹਾਨੂੰ ਕਦੋਂ ਇਹ ਮਹਿਸੂਸ ਹੋਇਆ? ਬਾਈ ਜਦੋਂ ਇਸ ਫੀਲਡ 'ਚ ਮੈਂ ਆ ਗਿਆ ਪ੍ਰੋਪਰ ਤੌਰ 'ਤੇ, ਫਿਰ ਮੈਨੂੰ ਕਹਿਣ ਵੀ ਲੱਗੇ ਲੋਕ ਕਿ ਇਹ ਕਿਹੜਾ ਕੰਮ ਆ, ਤੂੰ ਕਿਹੜੇ ਪਾਸੇ ਪੈ ਗਿਆ, ਇਹ ਬਹੁਤ ਮੁਸ਼ਕਿਲ ਰਾਹ ਵਾ। ਮੈਨੂੰ ਕਹਿਣ ਲੱਗ ਪਏ ਸਾਰੇ, ਛੱਡ ਪੜ੍ਹਾਈ ਕਰ, ਕਬੱਡੀ ਖੇਡ ਲੈ, ਇਹ ਕਿਹੜਾ ਕੰਮ ਆ। ਲੇਕਿਨ ਕੁਝ ਦੋਸਤ ਸੀਗੇ, ਉਹਨਾਂ ਨੇ ਆਖਿਆ ਨਹੀਂ ਤੂੰ ਇਹ ਕੰਮ ਕਰ। ਅਤੇ ਇੱਕ ਈਵੈਂਟ ਆ ਸਾਡੇ ਉੱਤੇ ਹੁੰਦਾ ਬਹੁਤ ਚੰਗਾ, 357 ਕਾਲੋ ਦੀ ਪਿੰਡ ਨਾ, ਅਤੇ ਉੱਥੇ ਮੈਨੂੰ ਉਹਨਾਂ ਪਹਿਲੀ ਵਾਰੀ ਜਦੋਂ ਘਰੋਂ ਆ ਕੇ ਲੈ ਕੇ ਗਏ, ਫਿਰ ਮੈਂ ਸੋਚਿਆ ਮੈਂ ਕਿਹਾ ਨਹੀਂ, ਅਗਰ ਕੁਛ ਹੈ ਤਾਂ ਮੈਨੂੰ ਲੈਣ ਆਏ ਆ ਤਾਂ ਆਪਾਂ ਇਹ ਕੰਮ ਕੰਟੀਨਿਊ ਰੱਖਾਂਗੇ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਕਮੈਂਟਰੀ ਦੇ ਵਿੱਚ? ਮੈਨੂੰ ਤਕਰੀਬਨ ਹੁਣ ਇਸ ਟਾਈਮ 8 ਸਾਲ ਹੋ ਗਏ। ਜਦੋਂ ਤੁਸੀਂ ਇਹ ਸ਼ੁਰੂ ਕੀਤਾ ਹੈ, ਕਿਸ ਕਿਸ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਸੀ? ਬਹੁਤ ਜ਼ਿਆਦਾ ਭਾਈਜਾਨ, ਇੱਦਾਂ ਵੀ ਹੁੰਦਾ ਸੀਗਾ ਕਿ ਮੈਚ 'ਤੇ ਗਏ ਹੋਣਾ ਅਤੇ ਅੱਗੋਂ ਉਹਨਾਂ ਨੇ ਆਖਣਾ ਯਾਰ ਇਹ ਕਮੈਂਟੇਟਰ ਨਹੀਂ ਠੀਕ ਹੈਗਾ, ਦੂਜਾ ਕਰ ਲਓ। ਉੱਥੋਂ ਵਾਪਸ ਵੀ ਆ ਜਾਈਦਾ ਸੀ ਕਈ ਵਾਰੀ। ਫਿਰ ਜਾਣਾ ਅਗਲਿਆਂ ਨੇ ਪੈਸਾ ਕੋਈ ਨਹੀਂ ਦੇਣਾ, ਪੈਟਰੋਲ ਕੋਲੋਂ ਪਾ ਕੇ ਆ ਜਾਣਾ, ਘਰੋਂ ਵੀ ਮੁਸ਼ਕਲਾਤ। ਅਤੇ ਬਕਾਇਦਾ ਜਦੋਂ ਮੈਂ ਕਮੈਂਟਰੀ ਸ਼ੁਰੂ ਕੀਤੀ ਸੀ, ਮੇਰੇ ਕੋਲ ਇੱਕ ਟੁੱਟਾ ਜਿਹਾ ਚਾਈਨਾ ਦਾ ਮੋਟਰਸਾਈਕਲ ਅਤੇ ਇੱਕ ਟੁੱਟਾ ਜਿਹਾ ਕਿਊ ਮੋਬਾਈਲ ਹੁੰਦਾ ਸੀਗਾ ਬਟਨਾਂ ਵਾਲਾ। ਠੀਕ ਹੋ ਗਿਆ, ਉਸ ਤੋਂ ਮੈਂ ਸਫ਼ਰ ਆਪਣਾ ਸ਼ੁਰੂ ਕੀਤਾ ਸੀ। ਇੱਕ ਜ਼ਬਰਦਸਤ ਕਮੈਂਟੇਟਰ ਬਣਨੇ ਵਾਸਤੇ ਬੰਦੇ ਦੇ ਅੰਦਰ ਕਿਹੜੀ ਕਿਹੜੀ ਸਕਿੱਲਸ ਹੋਣੀ ਚਾਹੀਦੀਆਂ? ਪਹਿਲੀ ਗੱਲ ਤਾਂ ਤੁਸੀਂ ਕਿਸੇ ਵੀ ਫੀਲਡ 'ਚ ਅਗਰ ਕਾਮਯਾਬ ਹੋਣਾ ਚਾਹੁੰਦੇ ਹੋ ਨਾ, ਤੁਸੀਂ ਆਪਣੀ ਫੀਲਡ ਨਾਲ ਮੁਖਲਸ ਹੋਣਾ ਚਾਹੀਦਾ। ਤੁਹਾਨੂੰ ਮੁਖਲਸ ਰਹਿਣਾ ਚਾਹੀਦਾ। ਦੂਸਰੀ ਗੱਲ, ਅਗਰ ਤੁਸੀਂ ਕਮੈਂਟੇਟਰ ਹੋ ਜਾਂ ਗੁਲੂਕਾਰ ਹੋ ਜਾਂ ਕਬੱਡੀ ਪਲੇਅਰ ਹੋ, ਤੁਹਾਨੂੰ ਆਪਣੀ ਜਿਹੜੀ ਇਹ ਤੁਹਾਡੀ ਫੈਮਿਲੀ ਆ ਕਬੱਡੀ ਵਾਲੀ, ਇਹਨਾਂ ਨਾਲ ਮੁਖਲਸ, ਇਹਨਾਂ ਦਾ ਸਾਥ ਜ਼ਰੂਰੀ ਚਾਹੀਦਾ। ਠੀਕ ਹੈ, ਜੇ ਤੁਹਾਡੇ ਨਾਲ ਇਹ ਠੀਕ ਨੇ, ਤੁਹਾਡੇ ਨਾਲ ਪਿਆਰ ਕਰਦੇ ਨੇ, ਤੁਸੀਂ ਕਾਮਯਾਬ। ਲਾਈਵ ਮੈਚ ਦੇ ਦੌਰਾਨ ਜਿਸ ਟਾਈਮ ਤੁਸੀਂ ਪਹਿਲਾ ਮੈਚ ਕੀਤਾ ਆਪਣੇ ਪਿੰਡ ਲੈਵਲ 'ਤੇ, ਤੁਹਾਡੇ 'ਤੇ ਪ੍ਰੈਸ਼ਰ ਸੀ, ਕੋਈ ਬੋਝ ਸੀ ਜਾਂ ਪਰੇਸ਼ਾਨ ਸਭ? ਨਹੀਂ, ਜਦੋਂ ਪਿੰਡ ਲੈਵਲ 'ਤੇ ਕੀਤਾ ਜਾਂ ਇੱਥੇ ਪਾਕਿਸਤਾਨ 'ਚ ਕੀਤਾ, ਕਿਤੇ ਵੀ ਨਹੀਂ ਮਹਿਸੂਸ ਹੋਇਆ। ਜਦੋਂ ਪਹਿਲੀ ਵਾਰੀ ਬਾਹਰ ਗਿਆ ਸੀ ਨਾ, ਉਦੋਂ ਮਹਿਸੂਸ ਹੋਇਆ ਸੀਗਾ ਕਿ ਮੈਨੂੰ ਸਾਰਾ ਪਾਕਿਸਤਾਨ ਲਾਈਵ ਵੇਖ ਰਿਹਾ, ਜਾਂ ਮੈਂ ਬਾਹਰ ਕਰ ਰਿਹਾ ਅਤੇ ਕੀ ਗਲਤ ਨਾ ਹੋ ਜਾਏ ਕੁਛ, ਜਾਂ ਕੁਝ ਮੱਠਾ ਨਾ ਰਹਿ ਜਾਏ ਕੰਮ, ਇਹ ਮਹਿਸੂਸ ਕਰ ਰਿਹਾ ਸੀ। ਪਿੰਡ ਦੇ ਵਿੱਚ ਕੋਈ ਹਾਈ ਪ੍ਰੋਫਾਈਲ ਜਾਂ ਤੁਸੀਂ ਆਪਣੇ ਨਜ਼ਦੀਕ ਪਿੰਡ ਦੇ ਲਾਗੇ ਲਾਗੇ ਤੁਸੀਂ ਜਿਹੜਾ ਪਹਿਲਾ ਮੈਚ ਕੀਤਾ ਹੈ, ਉਸ ਤੋਂ ਬਾਅਦ ਆਵਾਮ ਦਾ ਕੀ ਰਿਐਕਸ਼ਨ ਸੀ? ਕੋਈ ਜਾਣਨ ਲੱਗ ਪਿਆ, ਕੋਈ ਬੰਦਾ ਆਉਂਦਾ ਸੀ ਕਿ ਯਾਰ ਅਲੀ ਅੱਜ ਤੂੰ ਕਿਆ ਬਾਤ ਹੈ? ਹਾਂਜੀ ਹਾਂਜੀ, ਪਿੰਡ ਦੇ ਲਾਗੇ 2-3 ਵੱਡੇ ਇਵੈਂਟ ਹੁੰਦੇ ਆ। ਜਦੋਂ ਕੋਈ ਵੱਡਾ ਕਮੈਂਟੇਟਰ ਉਸਤਾਦ ਆਜ਼ਾਦ ਪਾਰਸ ਮੇਰੇ ਉਸਤਾਦ ਨੇ, ਉਹ ਜਾਂਦੇ ਸੀ ਨਾ, ਉਹਨਾਂ ਦੇ ਨਾਲ ਮੈਨੂੰ ਮੌਕਾ ਲੱਭਦਾ ਸੀ। ਤਾਂ ਜਦੋਂ ਵਾਪਸ ਨੂੰ ਲੋਕ ਕਹਿੰਦੇ ਨੇ ਯਾਰ ਤੂੰ ਵੀ ਬਹੁਤ ਵਧੀਆ ਬੋਲਣਾ, ਤੂੰ ਉਹਨਾਂ ਨਾਲ ਚੰਗਾ ਬੋਲਣਾ, ਕਈ ਵਾਰੀ ਕਹਿ ਛੱਡਦੇ ਸੀਗੇ, ਅਤੇ ਉਦੋਂ ਹੌਸਲਾ ਵੱਧ ਜਾਂਦਾ ਸੀ ਕਿ ਯਾਰ ਮੈਨੂੰ ਵੀ ਲੋਕ ਕਿ ਜਾਣਦੇ ਆ, ਜਾਂ ਬਾਹਰ ਨਿਕਲਣਾ ਨਾ ਤਾਂ ਲੋਕਾਂ ਨੇ ਆਖਣਾ ਉਹ ਅਲੀ ਬਾਜਵਾ ਜਾ ਰਿਹਾ। ਤਾਂ ਉਹ ਹੋਰ ਫੀਲਿੰਗ ਹੁੰਦੀ ਦਿਲ ਵਿੱਚ ਫਿਰ ਕਿ ਯਾਰ ਸਾਨੂੰ ਵੀ ਲੋਕ ਜਾਣਦੇ ਆ। ਜਿਸ ਟਾਈਮ ਤੁਹਾਨੂੰ ਪਤਾ ਲੱਗੇ ਕਿ ਮੈਂ ਕਮੈਂਟਰੀ ਕਰ ਰਿਹਾ ਜਾਂ ਕਰਨਾ ਚਾਹੁੰਦਾ, ਕਿਆ ਤੁਸੀਂ ਉਸ ਤੋਂ ਬਾਅਦ ਆਪ ਕੋਈ ਉਸਤਾਦ ਪਕੜਿਆ ਜਾਂ ਐਸੇ ਵੈਸੇ ਇੰਟਰਨੈਟ ਤੋਂ ਵੇਖ ਕੇ ਤੁਸੀਂ ਸ਼ੁਰੂ ਕੀਤੀ, ਮਜ਼ੀਦ ਅੱਗੇ ਬੜਾਇਆ ਇਸ ਨੂੰ? ਨਹੀਂ ਨਹੀਂ, ਉਸ ਤੋਂ ਬਾਅਦ ਬਕਾਇਦਾ ਆਜ਼ਾਦ ਪਾਰਸ ਸਾਹਿਬ ਨੇ, ਸਾਡੇ ਪਾਕਿਸਤਾਨ ਦੇ ਨੰਬਰ 1, ਅਤੇ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਮਿਲੇ ਆ, ਉਹਨਾਂ ਨੂੰ ਦੱਸਿਆ ਕਿ ਮੈਂ ਇਸ ਫੀਲਡ 'ਚ ਆਉਣਾ ਚਾਹੁੰਦਾ
ਅਤੇ ਤੁਹਾਨੂੰ ਉਸਤਾਦ ਮੰਨਿਆ ਵਾ ਅਤੇ ਮੰਨਣਾ ਵੀ। ਉਹਨਾਂ ਆਖਿਆ ਠੀਕ, ਤੂੰ ਸਾਡਾ ਮੇਰਾ ਸ਼ਾਗਿਰਦ ਹੈ, ਮੇਰੀ ਦੁਆ ਤੇਰੇ ਨਾਲ ਹੈ। ਤੁਸਾਂ ਉਹ ਰਸਮ ਵੀ ਕੀਤੀ ਜਿਹੜੀ ਉਸਤਾਦਾ ਸ਼ਾਗਿਰਦਾਂ ਦੀ ਹੁੰਦੀ ਹੈ, ਪੱਗ ਮੈਂ ਵਾਲੀ? ਮੈਂ ਕਾਫੀ ਦਫਾ ਆਖਿਆ ਉਸਤਾਦ ਨੂੰ ਨਾ ਕਿ ਉਸਤਾਦ ਜੀ ਮੈਂ ਲੈ ਕਰਨੀ। ਉਹਨਾਂ ਆਖਿਆ ਨਹੀਂ, ਇਹ ਉਹ ਰਸਮ ਨਾਲ ਕੁਝ ਨਹੀਂ ਹੁੰਦਾ, ਦਿਲ ਤੋਂ ਮੰਨਣਾ ਚਾਹੀਦਾ ਬਸ। ਤੂੰ ਦਿਲ ਤੋਂ ਮੰਨ ਲਿਆ, ਮੈਂ ਦਿਲ ਤੋਂ ਮੰਨ ਲਿਆ। ਰਸਮ ਤਾਂ ਲੋਕਾਂ ਨੂੰ ਮਹਾਨ ਲਈ ਹੁੰਦੀ ਹੈ ਅਤੇ ਇਹ ਨਹੀਂ ਕੰਮ ਕਰਨਾ। ਜਿਹੜੇ ਸ਼ੁਰੂ ਦੇ ਮੈਚਸ ਸਨ, ਕਿਆ ਜਿਸ ਟਾਈਮ ਤੁਸੀਂ ਪਹਿਲੀ ਵਾਰੀ ਜਾਂਦੇ ਸੋ ਤੁਹਾਨੂੰ ਬੰਦੇ ਬੁਲਾਉਂਦੇ ਸਨ, ਕਿਆ ਪਹਿਲਾਂ ਲਿਖਦੇ ਸੀ ਪਲੇਅਰਾਂ ਦੇ ਨਾਮ ਲਿਖਦੇ ਸੋ, ਰਿਸਰਚ ਕਰਦੇ ਆਓ, ਜਾਂ ਐਵੇਂ ਜਾ ਕੇ ਤੁਸੀਂ ਸ਼ੁਰੂ ਹੋ ਜਾਂਦੇ ਹੋ ਅਤੇ ਅੰਦਾਜ਼ਾ ਹੋ ਗਿਆ ਸੀ? ਨਹੀਂ, ਪਹਿਲਾਂ ਜਦੋਂ ਜਾਈਦਾ ਸੀ, ਹੁਣ ਫੈਸਲਾਬਾਦ ਚੋਂ ਜਾਂ ਪਰ ਸਾਹੀਵਾਲ ਤੋਂ ਪਲੇਅਰ ਆਉਣੇ ਨਾ, ਨਾਂ ਉਹਨਾਂ ਦੇ ਨਹੀਂ ਪਤਾ ਹੁੰਦਾ ਮੈਨੂੰ। ਮੈਂ ਮੈਚ ਤੋਂ ਪਹਿਲਾਂ ਉਹਨਾਂ ਨੂੰ ਟੱਕਰ ਲੈਣਾ ਪਲੇਅਰਾਂ ਨੂੰ, ਬਾਈ ਤੇਰਾ ਕੀ ਨਾਮ ਆ, ਤੇਰਾ ਕੀ ਨਾਮ ਆ, ਪੁੱਛ ਲੈਣਾ। ਫਿਰ ਮੈਚ ਦੇ ਦੌਰਾਨ ਵੀ ਪੁੱਛ ਲੈਣਾ ਆਵਾਜ਼ ਮਾਰ ਕੇ, ਬਾਈ ਤੇਰਾ ਕੀ ਨਾਮ ਆ। ਅਤੇ ਉਹ ਇੱਦਾਂ ਫਿਰ ਹੌਲੀ ਹੌਲੀ ਫਿਰ ਇੱਕ ਫੀਲਡ 'ਚ ਆ ਗਏ, ਫਿਰ ਡੇਲੀ ਟਕਰਾਅ ਹੋਣਾ, ਫਿਰ ਉਂਝ ਹੀ ਦੇਣ ਦੇ ਵਿੱਚ ਆ ਗਏ ਸਾਰਿਆਂ ਦੇ। ਅੱਜ ਦੇ ਦਿਨ ਤੱਕ ਅਲੀ ਬਾਜਵਾ ਨੂੰ ਕਿਹੜੀ ਕਿਹੜੀ ਮੁਸ਼ਕਲ ਹੋਈ ਹੈ, ਔਰ ਇਸ ਮਕਾਮ ਤੇ ਪਹੁੰਚਣ ਤੱਕ ਤੁਸਾਂ ਕੀ ਕੀ ਯਤਨ ਕੀਤੇ ਨੇ, ਕੀ ਤੁਸਾਂ ਕੰਮ ਕੀਤੇ ਨੇ? ਮੁਸ਼ਕਲਾਂ ਤਾਂ ਭਾਜੀ ਤੁਸੀਂ ਕੋਈ ਵੀ ਕੰਮ ਕਰੋ ਨਾ ਦੁਨੀਆ ਦਾ, ਪਾਕਿਸਤਾਨ ਇੱਕ ਐਸਾ ਕੰਟਰੀ, ਤੁਹਾਡੀ ਕੋਈ ਵੀ ਕੰਮ ਤੁਸੀਂ ਆਸਾਨੀ ਨਾਲ ਕਾਮਯਾਬੀ ਨਹੀਂ ਹਾਸਲ ਕਰ ਸਕਦੇ। ਠੀਕ ਆ, ਕਿਉਂਕਿ ਸਾਡੀ ਅਗਰ 2 ਬੰਦੇ ਸਾਥ ਦੇਣ ਵਾਲੇ ਆ ਨਾ, ਅਤੇ 10 ਬੰਦੇ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ। ਠੀਕ ਹੋ ਗਿਆ। ਅਤੇ ਬਕਾਇਦਾ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਆਈਆਂ ਨੇ, ਗਰੀਬੀ ਵੀ ਬਹੁਤ ਵੇਖੀ ਆ। ਠੀਕ ਹੋ ਗਿਆ। ਬਾਅਦ 'ਚ ਲੋਕਾਂ ਦੇ ਤਾਨੇ ਵੀ ਬਹੁਤ ਸੁਣੇ ਆ, ਬਹੁਤ ਬਹੁਤ ਮੁਸ਼ਕਲਾਂ ਟਾਈਮ ਵੇਖਿਆ। ਲੇਕਿਨ ਕੁਝ ਅੱਲਾ ਪਾਕ ਦੀਆਂ ਨੇਕ ਰੂਹਾਂ ਸੀਗੀਆਂ ਜਿਨ੍ਹਾਂ ਦਾ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਵਾਂ, ਅਤੇ ਉਹਨਾਂ ਦਾ ਸਾਨ ਅੱਜ ਵੀ ਮੇਰੇ ਸਿਰ 'ਤੇ ਮੈਂ ਸਾਰੀ ਉਮਰ ਨਹੀਂ ਦੇ ਸਕਦਾ। ਉਹਨਾਂ ਦੇ ਬੱਚਿਆਂ ਦਾ ਵੀ ਤਾਬੇਦਾਰ ਹਾਂ ਮੈਂ, ਅਤੇ ਉਹਨਾਂ ਦਾ ਕਰਕੇ ਪਹੁੰਚਿਆ। ਜਦੋਂ ਉਹਨਾਂ ਦੀਆਂ ਗੱਲਾਂ ਸੁਣਦਾ ਹਾਂ ਤਾਂ ਦਿਲ ਵੱਧ ਜਾਂਦਾ ਸੀਗਾ, ਨਹੀਂ ਮੈਂ ਪਹੁੰਚੂਗਾ। ਅਤੇ ਜਦੋਂ ਬਾਅਦ ਦੂਜਿਆਂ ਸੁਣੀ ਦੀਆਂ ਫਿਰ ਦਿਲ ਹੁੰਦਾ ਸੀ ਯਾਰ, ਲੱਗਦਾ ਕਿ ਮੈਨੂੰ ਨਹੀਂ, ਮੈਂ ਕਾਮਯਾਬ ਹੋਣਾ। ਅਤੇ ਬਾਕੀ ਅੱਲਾ ਪਾਕ 'ਤੇ ਡੋਰੀ ਸੁੱਟੀ ਸੀ, ਅੱਲਾ ਪਾਕ ਨੇ ਕਿਸੇ ਨਾ ਕਿਸੇ ਪਾਸੇ ਲਾ ਹੀ ਦਿੱਤਾ। ਫਿਰ ਅਲੀ ਬਾਜਵੇ ਦਾ ਸ਼ੁਰੂ ਤੋਂ ਬੈਕਗਰਾਊਂਡ ਕੀ ਸੀ? ਕਿਸੇ ਅੱਛੇ ਖਾਨਦਾਨ ਨਾਲ ਤਲਕ ਸੀ, ਮਿਸਾਲ ਦੇ ਤੌਰ 'ਤੇ ਕਿਸੇ ਰਈਸ ਖਾਨਦਾਨ ਨਾਲ, ਜਾਂ ਇੱਕ ਆਮ ਘਰਾਣੇ ਤੋਂ ਉੱਠ ਕੇ ਅੱਜ ਆਇਆ ਇੱਥੋਂ ਤੱਕ, ਔਰ ਅੱਜ ਕੀ ਹੈ ਅਲੀ ਕੋਲ ਕਿ ਜ਼ਿੰਦਗੀ ਨਾਲ ਸਰਵਾਈਵ ਕਰ ਸਕੇ? ਭਾਅ ਜੀ, ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ, ਆਪਣਾ ਪਿੱਛਾ ਨਹੀਂ ਲੁਕਾਉਣਾ ਚਾਹੀਦਾ ਕਿ ਮੈਂ ਰਾਠ ਹਾਂ, ਯੇ ਹਾਂ ਵੋ। ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਨਾ। ਮੇਰੇ ਵਾਲ ਸਾਹਿਬ ਇੱਕ ਛੋਟੇ ਜਿਹੇ ਜ਼ਿਮੀਂਦਾਰ ਨੇ, ਜਿਹਨੂੰ ਆਉਂਦੇ ਨੇ ਕਿ ਇੱਕ ਕਿੱਲਾ 1.5 ਕਿੱਲਾ ਪੈਲੀ ਤੋਂ। ਠੀਕ ਹੋ ਗਿਆ। ਜਦੋਂ ਮੈਂ ਸ਼ੁਰੂ ਕੀਤੀ ਬਿਲਕੁਲ ਨਾਰਮਲ ਹਾਲਾਤ ਸੀਗੇ, ਬਿਲਕੁਲ ਨਾਰਮਲ ਹਾਲਾਤ ਸੀਗੇ। ਸਟੱਡੀ ਵੀ ਇਹਨਾਂ ਹਾਲਾਤਾਂ ਦਾ ਕਰਕੇ ਛੱਡੀ ਸੀਗੀ ਕਿ ਮੈਂ ਨਹੀਂ ਸਟੱਡੀ ਕਰ ਸਕਦਾ, ਸ਼ਹਿਰ ਜਾਣ ਦਾ ਖਰਚਾ ਨਹੀਂ ਅਫੋਰਡ ਕਰ ਸਕਦਾ, ਅਤੇ ਸਟੱਡੀ ਛੱਡ ਦਿੰਦੇ ਆ। ਸਟੱਡੀ ਛੱਡ ਕੇ ਇਸ ਪਾਸੇ ਆ ਗਿਆ। ਹੁਣ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ, ਥੋੜ੍ਹੀ ਮੋਟੀ ਪੈਲੀ ਵੀ ਬਣਾ ਲਈਏ, ਘਰ ਬੂਆ ਵੀ ਅੱਲਾ ਪਾਕ ਨੇ ਹਰ ਸ਼ੈ ਦੇ ਦਿੱਤੀ, ਨਾਮ ਇੱਜ਼ਤ। ਅੱਲਾ ਪਾਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਮੇਰੇ ਮਾਂ ਪਿਓ ਜ਼ੁਬਾਨ 'ਚ ਜਿਹੜੀ ਸ਼ੈ ਆਖਣ ਮੈਂ ਉਹੀ ਲਿਆ ਕੇ ਦੇ ਸਕਣਾ ਵਾ, ਪੂਰੀ ਕਰ ਸਕਣਾ। ਮੈਂ ਇਸ ਲੈਵਲ ਤੱਕ ਅੱਲਾ ਨੇ ਮੈਨੂੰ ਪਹੁੰਚਾ ਦਿੱਤਾ। ਜਦੋਂ ਵੀ ਤੁਸੀਂ ਮੈਚ 'ਤੇ ਜਾਂਦੇ ਹੋ, ਉੱਥੇ ਕਬੱਡੀ ਦੇ ਪਲੇਅਰਸ ਹੁੰਦੇ ਨੇ, ਹੋਰ ਵੀ ਜਿਤਨੇ ਵੀ ਮਤਲਬ ਕਿ ਵਰਕਰ ਹੁੰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਸਾਹ ਮਤਲਬ ਕਿ ਮਿਲ ਜਾਂਦਾ ਹੈ, ਉਹ ਰੈਸਟ ਕਰ ਸਕਦੇ ਨੇ ਆਰਾਮ। ਕਮੈਂਟੇਟਰ ਇੱਕ ਹੋਏ ਕਿ ਜਿਸ ਨੇ ਮੁਸਲਸਲ ਬੋਲਣਾ ਹੁੰਦਾ ਹੈ, ਉਸ ਨੇ ਪੂਰਾ ਜੋਸ਼ ਦਿਵਾਉਣਾ ਹੁੰਦਾ ਹੈ। ਤੁਹਾਡੀ ਕਿਵੇਂ ਐਨਰਜੀ ਬੂਸਟ ਰਹਿੰਦੀ ਹੈ ਪੂਰਾ ਮੈਚ? ਇਹੀ ਤਾਂ ਗੱਲ ਆ ਭਾਅ ਜੀ ਕਿ ਅਸੀਂ ਲੋਕ ਸਮਝਦੇ ਕਿ ਇਹ ਕਮੈਂਟੇਟਰ ਬੋਲ ਕੇ ਪੈਸਾ ਲੈ ਕੇ ਚੱਲ ਜਾਂਦੇ, ਲੇਕਿਨ ਇਹ ਨਹੀਂ ਸੋਚਦੇ ਹੈਗੇ ਕਿ ਇੱਕ ਬੰਦਾ ਮੁਸਲਸਲ 4-5 ਘੰਟੇ ਬੋਲੀ ਜਾ ਰਿਹਾ, ਉਹ ਵੀ ਇੱਕ ਇਨਸਾਨ ਆ। ਪਲੇਅਰ ਅੱਧਾ ਘੰਟਾ ਖੇਡਦਾ, ਜਾ ਕੇ ਆਪਣੀ ਗੱਡੀ 'ਚ ਰੈਸਟ ਕਰਦਾ ਵਾ, ਖਾਂਦਾ ਪੀਂਦਾ ਵਾ, ਫਿਰ ਘੰਟੇ ਬਾਅਦ ਹੁੰਦਾ ਵਾ ਜਾਂ ਠੀਕ ਹੋਗਾ। ਇੱਕ ਕਮੈਂਟੇਟਰ ਹੀ ਆ ਜਿਹੜਾ ਆਪਣਾ ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਆ ਜਾਂਦਾ, ਔਰ ਮੈਚ ਖਤਮ ਹੋਣ ਤੋਂ ਘੰਟਾ ਬਾਅਦ 'ਚ ਚੁੱਪ ਕਰਦਾ। ਠੀਕ ਹੋ ਗਿਆ। ਉਹਨੇ ਆਪਣੀ ਕਮੇਟੀ ਵੀ ਰਾਜ਼ੀ ਕਰਨੀ ਹੈ, ਮਹਿਮਾਨ ਵੀ, ਪਲੇਅਰ ਵੀ, ਆਵਾਮ ਵੀ। ਠੀਕ ਹੋ ਗਿਆ। ਆਪਣਾ ਵੀ ਉਹਨੇ ਸੋਚਣਾ ਵਾ, ਆਪਣੇ ਰੋਜ਼ੀ ਦਾ ਵੀ ਸੋਚਣਾ ਵਾ। ਠੀਕ ਹੋ ਗਿਆ। ਅਸੀਂ ਲੋਕ ਸੋਚਦੇ ਪਤਾ ਨਹੀਂ ਇਹ ਵਿਹਲਿਆਂ ਲੈ ਕੇ ਪੈਸੇ ਚੱਲ ਜਾਂਦੇ, ਲੇਕਿਨ ਅਗਰ ਤੁਸੀਂ ਤਹਿਕੀਕ ਕਰੋ ਆਪਣੇ ਜਿਸਮਾਨੀ, ਤੁਸੀਂ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਐਨਰਜੀ ਵੇਸਟ ਹੁੰਦੀ ਬੋਲਣ ਨਾਲ ਜ਼ਿਆਦਾ ਵੇਸਟ ਹੁੰਦੀ ਹੈ। ਲੇਕਿਨ ਉਹ ਬੋਲ ਕੇ ਫਿਰ ਸਫ਼ਰ ਕਰਨਾ, ਫਿਰ ਅਗਲੇ ਮੈਚ 'ਚ ਜਾਣਾ, ਬਹੁਤ ਮੁਸ਼ਕਲਾਤ ਹੋ ਜਾਂਦੀਆਂ ਨੇ, ਲੇਕਿਨ ਫਿਰ ਵੀ ਕੰਟੀਨਿਊ ਰੱਖੀਦਾ ਕਿ ਹੁਣ ਕੰਮ ਜੂ ਇਹ ਹੀ ਆ, ਫਿਰ ਕਿੱਧਰ ਜਾਈਏ ਹੋਰ। ਕਿਆ ਕਮੈਂਟੇਟਰ ਅੱਜ ਦਾ ਮੈਚ ਕੀਤਾ ਹੈ, ਇੱਕ ਕਮੈਂਟੇਟਰ ਨੇ ਦੁਬਾਰਾ ਘਰ ਜਾ ਕੇ ਸ਼ਾਮ ਨੂੰ ਦੁਬਾਰਾ ਅਗਲੇ ਮੈਚ ਦੀ ਪ੍ਰੈਕਟਿਸ ਕਰਦਾ ਹੈ, ਜਾਂ ਉਸ 'ਤੇ ਨਜ਼ਰਸਾਨੀ ਕਰਦਾ ਹੈ ਕਿ ਯਾਰ ਕੱਲ੍ਹ ਇਹ ਮਾਮਲਾਤ ਹੋਣੇ ਨੇ, ਮੈਂ ਇਹ ਚੀਜ਼ ਰੱਟਾ ਕਰਨਾ, ਜਾਂ ਉਸ ਨੂੰ ਮੁਕੰਮਲ ਇੱਕ ਯਾਦ ਦਹਾਨੀ ਕਰਨ? ਨਹੀਂ, ਇੱਦਾਂ ਦੀ ਕੋਈ ਨਹੀਂ ਰੱਟਾ ਨਹੀਂ। ਜਦੋਂ ਜਾਈਦਾ ਮੈਚ ਸੂਰਤ ਹਾਲ ਵੇਖ ਕੇ ਬੋਲ ਲਈ ਦੀ, ਜੇ ਸਾਹਮਣੇ ਸੂਰਤ ਹਾਲ ਹੋਵੇ। ਪਾਕਿਸਤਾਨ ਦੇ ਕਿਸ ਕਿਸ ਇਲਾਕੇ 'ਚ ਤੁਸੀਂ ਜਾ ਚੁੱਕੇ ਹੋ, ਔਰ ਸਭ ਤੋਂ ਮਜ਼ੇਦਾਰ ਮੈਚ ਤੁਹਾਡਾ ਕਿੱਥੇ ਰਿਹਾ? ਪਾਕਿਸਤਾਨ ਦੇ ਮੈਂ ਤਕਰੀਬਨ ਕਰਾਚੀ ਤੋਂ ਲੱਗ ਕੇ ਹਰ ਜਗ੍ਹਾ 'ਤੇ ਚਲੇ ਗਏ ਹਾਂ। ਹੁਣ ਕੋਈ ਐਸਾ ਸ਼ਹਿਰ ਨਹੀਂ ਹੈ ਜਿੱਥੇ ਮੈਂ ਨਹੀਂ ਗਿਆ ਹੈਗਾ,
ਔਰ ਮਜ਼ੇਦਾਰ ਤੇ ਉਹ ਕਹਿੰਦੇ ਆ ਨਾ ਕਿ ਘਰ ਹੀ ਚੰਗਾ ਹੁੰਦਾ ਹੈ। ਮਜ਼ੇਦਾਰ ਤੇ ਮੈਚ ਜਿਹੜੇ ਸਾਡੇ ਟੋਭੇ 'ਚ ਹੁੰਦੇ ਆ ਮੈਨੂੰ ਬਹੁਤ ਵਧੀਆ ਲੱਗਦੇ ਆ। ਸਾਰੀ ਵਾਰਮ ਅਪ ਨਹੀਂ ਹੁੰਦੀ ਔਰ ਆਪਣੇ ਆਪਣੇ ਛੋਟੇ ਭਰਾ ਵੀ ਖੇਡਦੇ ਆ, ਆਪਣੇ ਨਾਲ ਵਾਲੇ ਮੁੰਡੇ ਖੇਡਦੇ ਆ। ਲੇਕਿਨ ਜਦ ਮੈਂ ਮੰਡੀ ਬਹਾਉਦੀਨ ਗੁਜਰਾਤ ਵਾਲੀ ਸਾਈਡ 'ਤੇ ਹੁੰਦਾ ਨਾ, ਅਤੇ ਮੈਨੂੰ ਇੰਝ ਲੱਗਦਾ ਕਿ ਇਹ ਬੰਦੇ ਕਬੱਡੀ ਦੇ ਕੋਈ ਸ਼ਾਇਦ ਲਾ ਰਹੇ ਆ, ਕਬੱਡੀ ਨੂੰ ਕੁਝ ਦੇ ਰਹੇ ਆ ਬੰਦੇ, ਕਬੱਡੀ 'ਚ ਲੈ ਕੁਝ ਨਹੀਂ ਰਹੇ ਹੈਗੇ। ਲੇਕਿਨ ਕੁਝ ਇੱਥੋਂ ਦੇ ਲੋਕ ਸਮਝਦੇ ਨੇ ਕਿ ਜੋ ਕੁਝ ਹੈ ਫੈਸਲਾਬਾਦ ਦੇ ਉਹ ਸਾਡੇ ਏਰੀਏ 'ਚ ਨਹੀਂ। ਨਹੀਂ, ਫੈਸਲਾਬਾਦ ਮੈਂ ਨਾ ਕਬੱਡੀ ਦਾ ਘਰ ਆ। ਫੈਸਲਾਬਾਦ ਕਬੱਡੀ ਦੇ ਪਲੇਅਰ ਬਹੁਤ ਜ਼ਿਆਦਾ ਵਾ, ਲੇਕਿਨ ਤੁਸੀਂ ਆਹ ਵੇਖੋ ਨਾ ਕਿ ਉਹ ਪਲੇਅਰ ਜਿਹੜੇ ਆ ਉਹਨਾਂ ਕੋਲ ਪ੍ਰਮੋਟਰ ਕਿੰਨੇ ਆ। ਕੋਈ ਮੈਚ ਕਰਾਉਂਦਾ ਆਪਣੇ ਘਰੋਂ, ਕੋਈ ਬੰਦਾ ਮੈਚ ਨਹੀਂ ਕਰਾਉਂਦਾ, ਚਾਹੇ ਕੋਈ ਪਲੇਅਰ ਆ ਚਾਹੇ ਕੋਚ ਆ, ਉਹਨੂੰ ਪ੍ਰਮੋਟਰ ਦਿੰਦੇ ਆ ਅਤੇ ਕਰਾਉਂਦਾ। ਪ੍ਰਮੋਟਰ ਤੁਹਾਨੂੰ ਦੇਣ ਤੁਸੀਂ ਕਰਾ ਲਓ, ਪ੍ਰਮੋਟਰ ਮੈਨੂੰ ਦੇਣ ਮੈਂ ਕਰਾ ਲਾਂਗਾ ਮੈਚ ਕਰਾਉਣਾ ਇੱਕ ਨਾਂ ਹੀ ਬਣ ਜੂਗਾ ਨਾ, ਪੈਸੇ ਤਾਂ ਅਗਲਿਆਂ ਦੇ ਲੱਗਣੇ ਆ। ਮਜ਼ਾ ਤਾਂ ਹੈ ਨਾ ਕਿ ਤੁਸੀਂ ਮੈਂ ਜਾਂ ਕੋਈ ਹੋਰ ਆਪਣੀ ਜੇਬ 'ਚ ਮੈਚ ਕਰਾਏ, ਜਾਂ ਆਪਣੇ ਕੋਈ ਦੋ ਤਰ੍ਹਾਂ ਯਾਰ ਬੇਲੀ ਇਕੱਠੇ ਹੋ ਕੇ ਮੈਚ ਕਰਾਉਣ, ਉਹ ਤਾਂ ਮੈਚ ਹੋਇਆ। ਅਤੇ ਫੈਸਲਾਬਾਦ 'ਚ ਤੁਹਾਨੂੰ ਪਤਾ ਪ੍ਰਮੋਟਰਾਂ ਦੇ ਮੈਚ ਨੇ ਸਾਰੇ, ਪ੍ਰਮੋਟਰ ਦਿੰਦੇ ਨੇ ਅਤੇ ਏਡੇ ਏਡੇ ਵੱਡੇ ਕੱਪ ਹੁੰਦੇ ਨੇ। ਇੱਕ ਅੱਜ ਪ੍ਰਮੋਟਰ ਨਾ ਦੇਵੇ। ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਇਲਾਕਿਆਂ ਜਿੱਥੇ ਜਿੱਥੇ ਤੁਸੀਂ ਗਏ ਹੋ, ਆਵਾਮ ਜਿਹੜੀ ਪਿਆਰ ਕਰਨ ਵਾਲੀ ਉਹ ਤੁਹਾਨੂੰ ਕਿੱਥੇ ਲੱਭੀ? ਆਵਾਮ ਜਿਹੜਾ ਪੰਜਾਬੀ ਹੈ ਨਾ, ਜਿੱਥੇ ਵੀ ਰਵੇ, ਜਿਹੜਾ ਤਾਂ ਜਾਣਦਾ ਕਬੱਡੀ ਨੂੰ ਜਾਂ ਇਸ ਖੇਡ ਨੂੰ ਜਾਂ ਪਿਆਰ ਕਰਦਾ, ਉਹ ਤਾਂ ਜਿੱਥੇ ਵੀ ਹੋਊਗਾ ਤੁਹਾਡੀ ਇੱਜ਼ਤ ਕਰੂਗਾ। ਠੀਕ ਹੋ ਗਿਆ। ਲੇਕਿਨ ਮੇਰੇ ਜ਼ਿਲ੍ਹੇ ਟੋਭੇ ਵਾਲੇ ਆਵਾਮ ਬਹੁਤ ਪਿਆਰ ਕਰਦੀ, ਮੈਨੂੰ ਬਹੁਤ ਇੱਜ਼ਤ ਕਰਦੀ ਹੈ। ਕੋਚ ਤੋਂ ਲੱਗ ਕੇ ਪਲੇਅਰ ਤੱਕ ਮੇਰੇ ਅੱਗੇ ਸਾਰੇ ਇੱਜ਼ਤ ਕਰਦੇ ਮੇਰੀ। ਠੀਕ ਹੋ। ਹੁਣ ਗੁਜਰਾਤ ਆਈਦਾ ਇਹ ਵੀ ਪਿਆਰ ਬਹੁਤ ਕਰਦੇ ਆ। ਮਤਲਬ ਕਿ ਜਿੱਥੇ ਵੀ ਜਾਈਏ ਕਬੱਡੀ ਵਾਲੇ ਪਿਆਰ ਕਰਦੇ ਹੀ ਕਰਦੇ। ਫੈਸਲਾਬਾਦ ਦੇ ਵਿੱਚ ਕਿਸ ਜਗ੍ਹਾ 'ਤੇ ਸਭ ਤੋਂ ਜ਼ਿਆਦਾ ਕਬੱਡੀ ਖੇਡੀ ਜਾਂਦੀ ਹੈ? ਫੈਸਲਾਬਾਦ ਤਕਰੀਬਨ ਫੈਸਲਾਬਾਦ ਦੇ ਏਰੀਆ ਜਿੱਥੇ ਤੱਕ ਡਿਵੀਜ਼ਨ ਫੈਸਲਾਬਾਦ, ਇਹ ਟੋਭਾ ਟੇਕ ਸਿੰਘ ਹੋ ਗਿਆ, ਇਹ ਸਮੁੰਦਰੀ ਹੋ ਗਈ, ਇਹ ਗੋਜਰਾ ਹੋ ਗਿਆ, ਫੈਸਲਾਬਾਦ ਹੋ ਗਿਆ, ਸ਼ਾਹਕੋਟ ਹੋ ਗਿਆ, ਇਹ ਇੱਧਰ ਬਹੁਤ ਜ਼ਿਆਦਾ ਕਬੱਡੀ ਹੈ ਨਾ। ਇੱਧਰ ਵੱਡੇ ਕੱਪ ਹੁੰਦੇ ਆ ਸਾਰੇ। ਫਿਰ ਸਾਹੀਵਾਲ ਵਾਲੀ ਸਾਈਡ 'ਤੇ ਚੱਲ ਜੀ, ਚੀਚਾ ਵਤਨੀ, ਫਿਰ ਇੱਧਰ ਨੂੰ ਕਬੱਡੀ ਦੇ ਬਹੁਤ ਜ਼ਿਆਦਾ ਵਧਾਅ ਵਾ। ਤੁਸੀਂ ਕੀ ਸਮਝਦੇ ਹੋ, ਕਬੱਡੀ ਪ੍ਰਮੋਟਰਾਂ ਦੇ ਸਿਰ 'ਤੇ ਚੱਲ ਰਹੀ ਹੈ, ਪਲੇਅਰਾਂ ਦੇ ਸਿਰ 'ਤੇ ਚੱਲ ਰਹੀ ਹੈ, ਕੋਚਿਸ ਦੇ ਸਿਰ 'ਤੇ ਚੱਲ ਰਹੀ ਹੈ, ਜਾਂ ਫੈਡਰੇਸ਼ਨ ਦੇ ਸਿਰ 'ਤੇ ਚੱਲ ਰਹੀ ਹੈ? ਮੇਰੀ ਇੱਕ ਗੱਲ ਯਾਦ ਰੱਖਿਓ, ਮੈਂ ਅਗਰ ਬੋਲਣਾ ਵਾ ਨਾ, ਮੈਂ ਆਪਣੀ ਰੋਜ਼ੀ ਲਈ ਅਤੇ ਆਪਣੇ ਨਾਂ ਲਈ ਬੋਲਣਾ। ਅਗਰ ਸੋਸ਼ਲ ਮੀਡੀਆ ਵਾਲਾ ਆਪਣਾ ਕੈਮਰਾ ਲੈ ਕੇ ਗਰਾਊਂਡ 'ਚ ਜਾਂਦਾ ਨਾ, ਉਹ ਵੀ ਆਪਣੀ ਰੋਜ਼ੀ ਲਈ ਅਤੇ ਆਪਣੀ ਪਬਲਿਸਿਟੀ ਲਈ ਜਾਂਦਾ। ਅਗਰ ਪ੍ਰਮੋਟਰ ਕਬੱਡੀ 'ਚ ਰੁਪਈਆ ਲਾਉਂਦਾ ਨਾ, ਉਹ ਵੀ ਆਪਣੀ ਪਬਲਿਸਿਟੀ ਲਈ ਲਾਉਂਦਾ, ਆਪਣਾ ਨਾਂ ਬਣਾਉਣ ਲਈ ਲਾਉਂਦਾ ਵਾ। ਪ੍ਰਮੋਟਰ ਨੂੰ ਕੋਈ ਫਾਇਦਾ ਹੈ ਤਾਂ ਉਹ ਲਾਉਂਦਾ। ਕਬੱਡੀ ਦਾ ਪ੍ਰਮੋਟਰ ਹੋਣਾ ਹੋਰ ਗੱਲ ਹੈ, ਕਬੱਡੀ ਦਾ ਸੇਵਾਕਾਰ ਹੋਣਾ ਹੋਰ ਗੱਲ ਹੈ। ਜਿਹੜਾ ਪ੍ਰਮੋਟਰ ਆ, ਪ੍ਰਮੋਟਰ ਪਹਿਲੀ ਗੱਲ, ਪ੍ਰਮੋਟਰ ਆਪਣੀ ਮਸ਼ਹੂਰੀ ਕਰੇਗਾ ਅਤੇ ਆਪਣੇ ਬਿਜ਼ਨਸ ਦੀ ਮਸ਼ਹੂਰੀ ਕਰਾਏਗਾ ਕਬੱਡੀ ਦੇ ਰਾਹੀਂ। ਜਿਹੜਾ ਸੇਵਾਕਾਰ ਹੈ ਉਹ ਚੁੱਪ ਕਰਕੇ ਕਬੱਡੀ ਦੀ ਸੇਵਾ ਕਰੇਗਾ, ਉਹਨੂੰ ਨਾ ਆਪਣੇ ਨਾਂ ਨਾਲ ਹੁੰਦਾ ਵਾ ਨਾ ਆਪਣੇ ਬਿਜ਼ਨਸ ਨਾਲ ਹੁੰਦਾ ਵਾ। ਕੋਈ ਐਸਾ ਪ੍ਰਮੋਟਰ ਮੈਨੂੰ ਦੱਸ ਦੇਵੋ ਕਿ ਜਿਹਨੇ ਸਿਰਫ ਆਪਣੇ ਨਾਂ ਤੋਂ ਹਟ ਕੇ ਪੈਸਾ ਲਾਇਆ ਹੋਵੇ। ਹਰ ਪ੍ਰਮੋਟਰ ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਔਰ ਆਪਣੇ ਆਪ ਦੀ ਮਸ਼ਹੂਰੀ ਲਈ, ਆਪਣੀ ਵੱਡੋ ਬਣਾਉਣ ਲਈ ਰੁਪਈਆ ਲਾਉਂਦਾ। ਐਡਾ ਕੋਈ ਵੀ ਨਹੀਂ ਹੈਗਾ ਬਾਲ ਕੇ ਚੁੱਪ ਕਰਕੇ ਰੁਪਈਆ ਲਾਈ ਜਾਏ, ਤੈਨੂੰ ਕੋਈ ਫਾਇਦਾ ਕੋਈ ਨਾ ਹੋਵੇ ਫਿਰ ਵੀ ਰੁਪਈਆ ਲਾਈ ਜਾਏ। ਮੈਂ ਅੱਜ ਤੱਕ ਕੋਈ ਇੱਦਾਂ ਬੰਦਾ ਨਹੀਂ। ਤੁਸੀਂ ਕਿਧਰੇ ਨਾ ਕਿਧਰੇ ਵੇਖਿਆ ਕਿ ਬੰਦੇ ਕਬੱਡੀ ਨੂੰ ਆਪਣੇ ਬਿਜ਼ਨਸ ਵਾਸਤੇ ਯੂਜ਼ ਕਰਨ, ਆਪਣੀ ਸ਼ਖਸੀਅਤ ਵਾਸਤੇ ਯੂਜ਼ ਕਰਨ, ਪੈਸਾ ਲਾ ਕੇ, ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੈ? ਸਾਰੇ ਪ੍ਰਮੋਟਰ ਕਾਹਦੇ ਲਈ ਨੇ? ਪ੍ਰਮੋਟਰ ਇਹ ਬਿਜ਼ਨਸ ਵਾਸਤੇ ਯੂਜ਼ ਕਰਦੇ ਨੇ ਕਬੱਡੀ ਨੂੰ। ਪ੍ਰਮੋਟਰ ਜਿਹੜੇ ਆ ਇਹ ਮੇਰੀ ਗੱਲ ਜੇ ਕੋਈ ਅੱਜ ਤੱਕ ਆਖਿਆ ਤੁਸੀਂ ਕਿ ਯਾਰ ਆਹ ਬੰਦੇ ਨੂੰ ਮੋਟਰਸਾਈਕਲ ਦਿੱਤਾ ਅਤੇ ਪਤਾ ਨਹੀਂ ਕੌਣ ਦੇ ਗਿਆ? ਉਹ ਅੱਜ ਉਹਨੇ ਮੋਟਰਸਾਈਕਲ ਦਿੱਤਾ ਤਾਂ ਉਹਨੇ ਮਹੀਨਾ ਪਹਿਲਾਂ ਉਹਨੇ ਮਸ਼ਹੂਰੀ ਪਵਾਈ ਹੁੰਦੀ ਕਿ ਮੈਂ ਮੋਟਰਸਾਈਕਲ ਦੇਣਾ, ਮੈਂ ਮੋਟਰਸਾਈਕਲ ਦੇਣਾ। ਕਦੀ ਵੇਖਿਆ ਜੇ ਕਿ ਬੰਦੇ ਨੇ ਮੋਟਰਸਾਈਕਲ ਦਿੱਤਾ ਤਾਂ ਉਹਨੂੰ ਦੱਸੇ ਹੀ ਨਹੀਂ ਮੈਂ ਕੌਣ। ਇਹ ਸਿਰਫ ਆਪਣੀ ਨਾਂ ਲਈ, ਆਪਣੇ ਨਾਂ ਲਈ, ਆਪਣੀ ਵੱਡੋ ਬਣਾਉਣ ਲਈ, ਆਪਣੀ ਚੌਧਰ ਵਹਾਉਣ ਲਈ ਕਰਦੇ ਨੇ। ਇੱਦਾਂ ਕੋਈ ਵੀ ਨਹੀਂ ਹੈਗਾ ਕਿ ਸਿਰਫ ਚੁੱਪ ਕਰਕੇ ਕਿਸੇ ਦਾ ਕੁਝ ਕਰਦੇ। ਅਤੇ ਮੇਰੀ ਗੱਲ ਯਾਦ ਰੱਖਿਓ, ਐਵੇਂ ਨਾ ਅਸੀਂ ਲੋਕ ਆਉਂਦੇ ਹਾਂ ਕਿ ਆਹ ਬੰਦਾ ਬਹੁਤ ਨੇਕ ਆ, ਪ੍ਰਮੋਟਰ ਆ, ਇਹਨੇ ਇੰਨਾ ਲਾ ਦਿੱਤਾ, ਇੰਨੇ ਲਾ ਦਿੱਤਾ। ਤੁਸੀਂ ਸੋਚੋ ਸਹੀ ਕਿ ਉਹਨੇ ਉਹ ਲਾਇਆ ਕਿਹੜੀ ਵਜ੍ਹਾ ਤੋਂ? ਉਹਦਾ ਕੋਈ ਸਕਾ ਭਰਾ ਖੇਡਦਾ, ਉਹਦੇ ਘਰ ਦੀ ਕਬੱਡੀ ਆ, ਜਾਂ ਉਹਨੂੰ ਸਵਾਬ ਲੱਭਦਾ, ਜਾਂ ਉਹਨੂੰ ਕੋਈ ਮਤਲਬ ਆ ਕਬੱਡੀ ਨਾਲ? ਵੇਖੋ ਉਹਨੇ ਆਪਣੇ ਆਪ ਨਹੀਂ ਲਾਇਆ ਪੈਸਾ। ਅਲੀ ਬਾਜਵੇ ਦੀ ਮੈਂ ਇੱਕ ਦੋ ਵੀਡੀਓ ਵੇਖੀ ਜਿਹਦੇ 'ਚ ਉਹ ਅਕਸਰ ਕਹਿੰਦਾ ਕਿ ਯਾਰ ਜਿਹੜੇ ਸਾਡੇ ਭਰਾ ਸਾਡੇ ਨਾਲ ਵਿਛੜ ਗਏ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਕਰੋ। ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਔਰ ਹਰ ਕਮੈਂਟੇਟਰ ਨੂੰ ਤੁਸੀਂ ਕੀ ਪੈਗਾਮ ਦਿਓਗੇ ਇਸ ਮਾਮਲੇ 'ਚ? ਮੈਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦਾ ਹੈਗਾ। ਸਾਰੇ ਜਿਹੜੇ ਬੁਲਾ ਰਹੇ ਆ ਮੇਰੇ ਭਰਾ ਨੇ, ਮੇਰੀ ਫੈਮਿਲੀ ਹੈ ਇੱਕ।
ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਅਸੀਂ ਕਿਸੇ ਦਾ ਨਾਂ ਲਵਾਂਗੇ ਤੇ ਕੱਲ੍ਹ ਕੋਈ ਸਾਡਾ ਵੀ ਲਊਗਾ। ਅੱਜ ਮੇਰਾ ਕੋਈ ਭਰਾ ਗਿਆ ਨਾ ਤੇ ਦੁਨੀਆ ਤੋਂ ਗਿਆ ਵਾ, ਤੇ ਜਦੋਂ ਕਿਸੇ ਦਾ ਭਰਾ ਗਰਾਊਂਡ 'ਚ ਹੋਣਾ ਤੇ ਮੈਨੂੰ ਆਪਣਾ ਭਰਾ ਚੇਤੇ ਆਉਣਾ ਕਿ ਅੱਜ ਮੇਰਾ ਭਰਾ ਹੁੰਦਾ ਨਾ ਤਾਂ ਉਹ ਵੀ ਗਰਾਊਂਡ 'ਚ ਹੁੰਦਾ। ਇੱਦਾਂ ਜਿਹੜੇ ਗਏ ਨੇ ਨਾ ਉਹਨਾਂ ਦੀ ਫੈਮਲੀਆਂ ਵੀ ਮੈਚ ਵਹਿੰਦੀਆਂ ਹੁੰਦੀਆਂ ਨੇ। ਉਹ ਕੀ ਸੋਚਦੇ ਨੇ ਕਿ ਸਾਡੇ ਹੁਣ ਤੁਰ ਗਏ ਨੇ ਤੇ ਇਹਨਾਂ ਦਾ ਨਾਂ ਵੀ ਕੋਈ ਨਹੀਂ ਲੈਂਦਾ ਹੈਗਾ, ਇਹਨਾਂ ਦਾ ਹੈ ਹੀ ਕੋਈ ਨਹੀਂ। ਜੇਕਰ ਅਸੀਂ ਆਪਣੇ ਆਪ ਦਾ ਨਹੀਂ ਬਣਨਾ, ਉਹ ਸਾਡੀ ਜੀ ਸੀਗੇ, ਸਾਡੀ ਫੈਮਿਲੀ ਸੀਗੀ, ਸਾਡੇ ਕਬੱਡੀ ਵਾਲੇ ਸਾਡੇ ਭਰਾ ਸੀਗੇ, ਅਤੇ ਉਹ ਫਿਰ ਉਹਨਾਂ ਦਾ ਕਿੰਨਾ ਬਣਨਾ ਵਾ, ਕਿੰਨੇ ਨਾਂ ਲੈਣਾ ਉਹਨਾਂ ਦਾ, ਅਗਰ ਕਬੱਡੀ ਵਾਲੇ ਨਾਂ ਨਹੀਂ ਲੈਣਾ ਹੈਗਾ। ਔਰ ਇੱਕ ਕਮੈਂਟੇਟਰ ਆ, ਇੱਕ ਵਾਹਦ ਸ਼ਖਸ ਹੁੰਦਾ ਵਾ ਗਰਾਊਂਡ ਦੇ ਵਿੱਚ, ਉਹ ਦੁਨੀਆ ਦਾ ਜ਼ੇਨ ਜਿਹੜੇ ਪਾਸੇ ਮਰਜ਼ੀ ਲਾ ਸਕਦਾ, ਦੁਨੀਆ ਦਾ ਜ਼ੇਨ ਜਿਹੜੇ ਪਾਸੇ ਮਰਜ਼ੀ ਲਾ ਸਕਦਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਕਾਲੋ ਦੀ ਮੈਚ ਦੇ ਉੱਤੇ ਛੋਟਾ ਜਿਹਾ ਇੱਕ ਮੈਚ ਹੋ ਰਿਹਾ ਸੀ, ਫਾਈਨਲ ਮੈਚ ਦੀ ਪਹਿਲਾਂ ਨਿਆਣੇ ਖੇਡ ਰਹੇ ਸੀਗੇ, ਮੁੰਡੇ ਦੇ ਸੱਟ ਲੱਗ ਗਈ, ਉਹਦੀ ਲੱਤ ਫਰੈਕਚਰ ਹੋ ਗਈ, ਲੱਤ ਟੁੱਟ ਗਈ ਜਿਹਨੂੰ ਆਉਂਦੇ ਨੇ। ਮੈਂ ਉੱਥੇ ਕਦਮ ਚੱਕਿਆ ਕਿ ਮੈਂ ਪਤਾ ਕੀਤਾ ਬੜੇ ਮਾੜੇ ਕਰਦਾ, ਮੈਂ ਉੱਥੇ ਨਾ ਐਲਾਨ ਕੀਤਾ ਕਿ ਮੁੰਡੇ ਦੇ ਸੱਟ ਲੱਗ ਗਈ ਹੈ ਤਾਂ ਆਪਾਂ ਨਾ ਸਾਰੇ ਰਲ ਕੇ ਕੋਈ 10 ਕੋਈ 20 ਕੋਈ 100 ਕੋਈ 150 ਕੋਈ 1000 ਜਿੰਨੇ ਦੇ ਸਕਦਾ ਦੇਵੋ। ਉਹ ਪਤਾ ਨਹੀਂ ਉਹ ਚੱਕਰ ਲਵਾਇਆ, ਔਰ ਤਕਰੀਬਨ ਕੋਈ ਰੁਪਈਆ ਵਾਹਵਾ ਸਾਰੇ ਨਾ ਆਉਂਦੇ ਹੋ ਗਏ, ਉਹਦੇ ਇਲਾਜ ਜੋਗੇ ਪੈਸੇ ਹੋ ਗਏ। ਉਹ ਅਸੀਂ ਉਹ ਬਣ ਕੇ ਕੱਪੜੇ 'ਚ ਉਹਦੇ ਘਰ ਕਲਾ ਦਿੱਤੇ ਪੈਸੇ, ਮੈਂ ਵੀ ਪੈਸੇ ਦਿੱਤੇ, ਮੈਂ ਸਾਰਿਆਂ ਕੋਲੋਂ ਦਵਾਏ। ਉਸ ਤੋਂ ਹਟ ਕੇ ਕੁਝ ਦਿਨਾਂ ਬਾਅਦ ਇੱਕ ਮੈਚ 'ਤੇ ਪਤਾ ਲੱਗਦਾ ਇੱਕ ਬੱਚਾ ਛਲੀਆਂ ਵੇਚਦਾ ਅਤੇ ਉਹਨੂੰ ਕੈਂਸਰ। ਮੈਂ ਉੱਥੇ ਐਲਾਨ ਕੀਤਾ ਕਿ ਬੱਚਾ ਵਾ ਛਲੀਆਂ ਵੇਚਦਾ ਵਾ, ਮਾੜੇ ਘਰ ਦਾ ਵਾ, ਕੈਂਸਰ ਇੰਨੇ ਦੀ ਦਵਾਈ ਹੁੰਦੀ। ਮੈਂ ਸਾਰੀ ਪਿੱਛੋਂ ਪੁੱਛ ਪੜਤਾਲ ਕੀਤੀ ਪਹਿਲਾਂ, ਉਹਦੇ ਪੈਸੇ ਜਿਹੜੇ ਆ ਆਪਾਂ ਦਈਏ। ਉਹਨੂੰ ਵੀ ਕਾਫੀ ਸਾਰੇ ਪੈਸੇ ਉਹ ਮੈਚ 'ਤੇ ਹੋ ਗਏ। 377 ਪਿੰਡ ਟੋਭੇ ਮੈਚ ਸੀਗਾ। ਉਸ ਤੋਂ ਹਟ ਕੇ 2-3 ਕੰਮ ਮੈਂ ਫੇਰ ਕੀਤੇ ਕਿ ਜਿਹਦੇ ਵਿੱਚ ਕਬੱਡੀ ਦੀ ਸੇਵਾ ਹੋਊ, ਪਲੇਅਰਾਂ ਦਾ ਕੁਛ ਬਣੇ। ਉੱਥੇ ਲੋਕ ਮੈਨੂੰ ਤਨਕੀਦ ਕਰਨ ਲੱਗ ਪਏ ਕਿ ਇਹ ਆਪਣੀ ਵੱਡੋ ਬਣਾਉਣ ਮਾਰਿਆ ਕਰਦਾ ਜਾਂ ਇਹ ਆਪਣਾ ਨਾਮ ਬਣਾਉਣ ਮਾਰਿਆ ਕਰਦਾ। ਵੇਖੋ ਮੇਰਾ ਇਹਦੇ 'ਚ ਨਾਂ ਕੀ ਬਣਨਾ, ਮੈਨੂੰ ਦੱਸੋ ਇਹਦੇ 'ਚ ਕੋਈ ਨਾਮ ਬਣਨ ਵਾਲੀ ਗੱਲ ਹੈਗੀ ਹੈ? ਉਹ ਇਤਰਾਜ਼ ਕੀਤਾ, 1-2 ਪੇਜਾਂ ਵਾਲਿਆਂ ਨੇ ਨਾ ਵੀਡੀਓ ਲਾਈ ਮੇਰੀ ਕਿ ਪਾਕਿਸਤਾਨ ਦਾ ਪਹਿਲਾ ਕਮੈਂਟੇਟਰ ਆ ਜਿਹੜਾ ਬੋਲਦਾ ਹੱਕ ਦੇ ਉੱਤੇ ਨਾ ਇੰਝ ਦੇ ਕੰਮ ਕਰਦਾ, ਅਤੇ ਉਹ ਦੂਜੇ ਲੋਕਾਂ ਤਨਕੀਦ ਕੀਤੀ, ਤੁਸੀਂ ਇਹਦੇ ਕੋਲ ਪੈਸੇ ਲਾ ਕੇ ਲਾਉਂਦੇ ਹੋ, ਤੁਹਾਡਾ ਕੋਈ ਤੱਲਕ ਹੈ ਇਹਦੇ ਨਾਲ। ਮੈਂ ਇਹ ਗੱਲ ਦਾ ਸਵਾਲ ਕਰਨਾ ਚਾਹੁੰਦਾ ਕਿ ਅਗਰ ਮੇਰੀ ਇੱਕ ਜ਼ਬਾਨ ਹਿਲਾਉਣ ਨਾਲ ਕਿਸੇ ਦੀ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਅਤੇ ਇਹਦੇ ਨਾਲ ਵੱਡਾ ਕੰਮ ਕੀ ਹੋ ਸਕਦਾ? ਇੱਕ ਜ਼ਬਾਨ ਹਿਲਾਉਣ ਨਾਲ ਕਿਸੇ ਦਾ ਚੰਗਾ ਹੋ ਸਕਦਾ, ਉਹਦੇ ਨਾਲ ਵੱਡਾ ਕੰਮ ਕੀ ਹੋ ਸਕਦਾ? ਲੇਕਿਨ ਲੋਕ ਨਹੀਂ ਸੋਚਦੇ। ਮੈਂ ਪਿਛਲੇ ਦਿਨਾਂ 'ਚ ਉਹ ਵੀਡੀਓ ਬਣਾਈ ਸੀਗੀ ਉਹ ਸ਼ਕੀਲ ਜੱਟ ਦੀ ਅਤੇ ਬੈਦੁੱਲਾ ਰਾਜਪੂਤ ਦੀ, ਬੜੀ ਵਾਇਰਲ ਹੋਈ ਵੀਡੀਓ। ਲੇਕਿਨ ਉਹ ਮੈਨੂੰ ਪਤਾ ਵਾ ਕਿ ਮੇਰੇ 'ਚ ਬੜੇ ਪਾਬੰਦੀਆਂ ਵੀ ਲੱਗੀਆਂ, ਗੱਲਾਂ ਵੀ ਹੋਈਆਂ ਇਹ ਵੋ, ਲੇਕਿਨ ਮੈਂ ਇਸ ਗੱਲ ਨੂੰ ਆਪਣੇ ਦਿਲ 'ਤੇ ਨਹੀਂ ਲਿਆ। ਲੇਕਿਨ ਮੈਂ ਆਹ ਗੱਲ ਕਰਨਾ ਕਿ ਮੈਂ ਅੱਜ ਵੀ ਕੋਈ ਗਲਤ ਕਰੇਗਾ ਮੈਂ ਉਹਦੇ ਬਾਰੇ ਬੋਲਾਂਗਾ, ਕੱਲ੍ਹ ਵੀ ਕਰੇਗਾ ਮੈਂ ਬੋਲਾਂਗਾ, ਹੱਕ 'ਚ ਬੋਲਾਂਗੇ। ਚਾਹੇ ਅੱਲਾ ਪਾਕ ਕਹਿੰਦਾ ਮੈਂ ਜਿਹਨੂੰ ਦਿਲ ਕਰੇ ਇੱਜ਼ਤ ਦੇਵਾਂ, ਜਿਹਨੂੰ ਦਿਲ ਕਹੇ ਜ਼ਿਲਤ ਦੇਵਾਂ। ਇੱਜ਼ਤ ਅੱਲਾ ਨੇ ਦੇਣੀ ਹੈ। ਮੇਰੇ ਚਾਹੇ ਇੱਕ ਮੈਚ ਵੀ ਨਾ ਲੱਗੇ ਪਾਕਿਸਤਾਨ ਦੇ ਵਿੱਚ, ਚਾਹੇ ਕੋਈ ਮੈਚ ਨਾ ਦੇਵੇ, ਚਾਹੇ ਨਾ ਮੈਂ ਕਿਸੇ ਕੋਲ ਮੈਚ ਮੰਗਣਾ, ਨਾ ਮੈਂ ਕਿਸੇ ਕੋਲ, ਨਾ ਮੇਰਾ ਮਾਨ ਸਨਮਾਨ ਕਰੋ, ਨਾ ਮੈਨੂੰ ਲੋੜ ਆ, ਅੱਲਾ ਪਾਕ ਨੇ ਦੇਣੀ ਜਿਹੜੀ ਸ਼ਾਇਦ ਦੇਣੀ, ਲੇਕਿਨ ਹੱਕ 'ਚ ਬੋਲਾਂਗਾ। ਜਦ ਤੱਕ ਜ਼ਿੰਦਗੀ, ਜਦ ਤੱਕ ਗਰਾਊਂਡਾਂ 'ਚ ਮੈਂ ਹੱਕ 'ਚ ਬੋਲਾਂਗਾ। ਜਿਹੜੇ ਪਲੇਅਰ ਮੇਰੇ ਗਏ ਨੇ, ਚਾਹੇ ਉਹ ਮੇਰੇ ਨਾਲ ਉਹਨਾਂ ਦਾ ਤਲਕ ਹੈ ਸੀ, ਚਾਹੇ ਨਹੀਂ ਸੀ, ਚਾਹੇ ਮੇਰੇ ਤੋਂ ਪਹਿਲਾਂ ਗਏ ਆ, ਮੈਂ ਉਹਨਾਂ ਦਾ ਨਾਂ ਲਊਂਗਾ। ਜਿਹੜੇ ਇੰਜਰਡ ਉਹਨਾਂ ਦਾ ਨਾਂ ਲਊਂਗਾ, ਉਹਨਾਂ ਦੀ ਫੈਮਲੀਆਂ ਦੇ ਨਾਲ ਆ ਮੈਂ ਇੱਥੇ। ਤੁਸੀਂ ਕਿਧਰੇ ਨਾ ਕਿਧਰੇ ਵੇਖਿਆ ਆਪਣੇ ਇਲਾਕੇ ਦੇ ਵਿੱਚ ਕਿ ਕਮੈਂਟੇਟਰ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਹੋਣ। ਮਿਸਾਲ ਦੇ ਤੌਰ 'ਤੇ ਫਲਾਂ ਇਵੈਂਟ ਆ ਰਿਹਾ, ਉੱਥੇ ਆਖਣਗੇ ਯਾਰ ਨਹੀਂ ਇਹਨੂੰ ਨਹੀਂ, ਮੈਨੂੰ ਦਿਓ ਦਾਵਤ, ਮੈਂ ਤੁਹਾਨੂੰ ਈਜ਼ੀ ਕਰ ਦਿਆਂਗਾ, ਥੋੜ੍ਹਾ ਸਸਤਾ ਕਰ ਦਿਆਂ। ਕਿਆ ਇਹ ਹੈ ਕਮੈਂਟੇਟਰਾਂ ਵਿੱਚ? ਇਹ ਤਕਰੀਬਨ ਮੈਂ ਐਵੇਂ ਆਖਾਂ ਨਹੀਂ ਹੈ, ਹੈਗਾ ਵਾ, ਬਹੁਤ ਜ਼ਿਆਦਾ ਵਾ, ਬਹੁਤ ਜ਼ਿਆਦਾ ਵਾ ਜਿਹਨੂੰ ਆਉਂਦੇ ਨੇ ਉਹ। ਲੇਕਿਨ ਕੋਈ ਬੰਦਾ, ਸਭ ਤੋਂ ਵੱਡਾ ਨੈਸ਼ਨਲ ਹੁੰਦੀ ਪਾਕਿਸਤਾਨ ਦੇ ਵਿੱਚ, ਕੋਈ ਬੰਦਾ ਇਹ ਨਹੀਂ ਸਾਬਤ ਕਰ ਸਕਦਾ ਕਿ 2018 ਤੋਂ ਲਾ ਕੇ 2026 ਤੱਕ ਅਲੀ ਬਾਜਵੇ ਨੇ ਇੱਕ ਵਾਰੀ ਕਾਲ ਵੀ ਕੀਤੀ ਹੈ ਕਿ ਮੈਨੂੰ ਨੈਸ਼ਨਲ ਸੱਦੋ, ਜਾਂ ਮੈਂ ਵੀ ਆਉਣਾ ਚਾਹੁੰਦਾ, ਜਾਂ ਕਿਸੇ ਕੋਚ ਨੂੰ ਆਖਿਆ ਹੋਏ ਮੈਨੂੰ ਵੀ ਰਖਾਓ। ਕੋਈ ਬੰਦਾ, ਕੋਈ ਪ੍ਰਮੋਟਰ ਇਹ ਨਹੀਂ ਕਹੂਗਾ ਕਿ ਅਲੀ ਬਾਜਵੇ ਨੇ ਆਖਿਆ ਯਾਰ ਮੇਰਾ ਮੋਟਰਸਾਈਕਲ ਆ, ਮਾਨ ਸਨਮਾਨ ਕਰੋ, ਮੇਰਾ ਆਹ ਕੰਮ ਕਰੋ, ਕੋਈ ਨਹੀਂ ਕਹੂਗਾ ਅੱਜ ਤੱਕ। ਔਰ ਨਾ ਕੋਈ, ਮੈਂ ਮੈਚਾਂ 'ਤੇ ਜਾਂਦਾ ਨਾ, ਲੋਕਾਂ ਨੇ 3-3 ਕਮੈਂਟਰ ਸੱਦੇ ਹੁੰਦੇ ਨੇ, ਮੈਨੂੰ ਆਉਂਦੇ ਨੇ ਯਾਰ 3 ਕਮੈਂਟੇਟਰ ਨੇ। ਮੈਂ ਯਾਰ ਕੋਈ ਨਹੀਂ, ਫਿਰ ਕੀ ਹੈ, ਮੈਂ ਆਪਣਾ ਬੋਲਣਾ, ਉਹਨਾਂ ਆਪਣਾ ਬੋਲਣਾ। ਜਿਹੜੀ ਉਹਨਾਂ ਦੀ ਕਿਸਮਤ 'ਚ ਉਹਨਾਂ ਲੈ ਜਾਣੀ, ਜਿਹੜੀ ਮੇਰੀ ਕਿਸਮਤ 'ਚ ਮੇਰੇ ਘਰ ਆ ਜਾਣੀ। ਠੀਕ ਹੈ ਜੀ, ਜਿਹੜੀ ਇੱਜ਼ਤ ਅੱਲਾ ਨੇ ਮੈਨੂੰ ਦੇਣੀ ਮੈਨੂੰ ਲੱਭ ਜਾਣੀ, ਜਿਹਨਾਂ ਨੂੰ ਲੱਭਣੀ ਉਹਨਾਂ ਨੂੰ ਲੱਭ ਜਾਣੀ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਮਿਸਾਲ ਦੇ ਤੌਰ 'ਤੇ ਤੁਸੀਂ ਵੀ ਕਿਸੇ ਦੇ ਸ਼ਾਗਿਰਦ ਹੋ, ਤੁਹਾਡੇ ਸੀਨੀਅਰ ਚੰਦ ਹੋਰ ਕਮੈਂਟੇਟਰ ਜਿਹੜੇ ਮਸ਼ਹੂਰ ਨੇ ਪਾਕਿਸਤਾਨ ਦੇ, ਇੱਕ ਕੱਪ 'ਤੇ ਤੁਸੀਂ ਸਾਰੇ ਇਕੱਠੇ ਹੋ ਜਾਓ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਡੇ ਜੇ ਮਸਲਨ ਸ਼ਾਗਿਰਦ ਜੂਨੀਅਰ ਨੂੰ ਮੌਕਾ ਨਾ ਮਿਲਿਆ ਹੋਵੇ, ਜਾਂ ਮਿਸਾਲ ਦੇ ਤੌਰ 'ਤੇ 2-3 ਵੱਡੇ ਜਿਹੜੇ ਬੰਦੇ ਨੇ ਜਿਹੜੇ ਨਜ਼ਰ 'ਚ ਹੁੰਦੇ ਨੇ,
ਹਰ ਇੱਕ ਆਵਾਮ ਦੇ, ਉਹੀ ਮਸਲਨ ਕਿ ਮਾਈਕ ਯੂਜ਼ ਕਰਨ, ਕਿਸੇ ਆਮ ਛੋਟੇ ਜੂਨੀਅਰ ਬੱਚੇ ਨੂੰ ਮਸਲਨ ਕਿ ਮਾਈਕ ਨਾ ਦੇਣ? ਇਹ ਉੱਥੇ ਹੁੰਦਾ ਭਾਜੀ ਮੈਚ 'ਤੇ ਜਿੱਥੇ ਬਿਨ ਬੁਲਾਏ ਬੰਦਾ ਜਾਏ ਨਾ, ਕੋਈ ਉਹਦੇ ਨਾਲ ਇੰਜ ਕਰੇ। ਮੈਂ ਅਲਹਮਦੁਲਿਲਾ ਕਿਤੇ ਬਿਨ ਬੁਲਾਏ ਨਹੀਂ ਗਿਆ ਹੈਗਾ ਕਦੀ ਵੀ, ਠੀਕ ਹੋ ਗਿਆ। ਇਹ ਸਾਂਗਲੇ ਜਿਹੜਾ ਨਨਕਾਣਾ ਕੱਪ ਉਸਤਾਦ ਗੁਲਾਮ ਅब्बास भट्ट ਹੋਰਾਂ ਕਰਾਇਆ ਸੀਗਾ, ਉੱਥੇ ਮੈਂ, ਸਾਜਾਦ ਪਾਰਸ, ਤਨਵੀਰ ਬਿੱਲਾ, ਕਾਫੀ ਕਮੈਂਟੇਟਰ ਅਸੀਂ ਇਕੱਠੇ ਹੋ ਗਏ। ਲੇਕਿਨ ਉਸਤਾਦ अब्बास भट्ट ਨੂੰ ਵੀ ਪਤਾ ਸੀਗਾ, ਸਾਜਾਦ ਪਾਰਸ ਨੂੰ ਵੀ ਪਤਾ ਸੀ ਕਿ ਇਹ ਬੰਦਾ ਇੱਕ ਮਿਆਰ ਵਾਲਾ ਵਾ, ਆਪਾਂ ਇਹਨੂੰ ਮੌਕਾ ਦੇਣਾ। ਇਹਨੇ ਨਾ ਮੇਰੇ ਕੋਲ, ਸਾਡੇ ਕੋਲ ਮੈਕ ਫੜਨਾ ਆ ਗਿਆ, ਨਾ ਇਹਨੇ ਮੰਗਣਾ ਵਾ, ਇਹਨੂੰ ਆਪ ਹੀ ਦੇਣਾ ਪੈਣਾ, ਅਤੇ ਇਹਨੇ ਆਪਣੀ ਮਰਜ਼ੀ ਨਾਲ ਹੀ ਬੋਲਣਾ, ਅਤੇ ਮੈਂ ਆਪਣੀ ਮਰਜ਼ੀ ਨਾਲ ਹੀ ਬੋਲਿਆ ਸੀਗਾ। ਪਾਕਿਸਤਾਨੀ ਕਮੈਂਟੇਟਰਾਂ ਦੇ ਬਾਰੇ ਇੱਕ ਤਾਸਰ ਹੈ ਕਿ ਇਹ ਜ਼ਿਆਦਾਤਰ ਜਿਸ ਟਾਈਮ ਮੈਚ ਵਿੱਚ ਆਉਂਦੇ ਨੇ, ਮੈਚ ਕਵਰ ਕਰਨ, ਇਹ ਅਕਸਰ ਆਪਣੇ ਪੈਸਿਆਂ 'ਤੇ ਫੋਕਸ ਕਰਦੇ ਨੇ। ਜੈਸਾ ਕਿ ਤੁਸੀਂ ਵੇਖਣਾ ਹੋਣਾ ਹੈ, ਇੰਡੀਆ ਦੇ ਵਿੱਚ ਜਿਤਨੇ ਵੀ ਕਮੈਂਟੇਟਰ ਨੇ ਨਾ, ਉਹਨਾਂ ਦਾ ਅਕਸਰ ਅਸਾਂ ਘੱਟ ਹੀ ਸੁਣਿਆ ਕਿ ਸਟੇਜਾਂ ਉੱਤੇ ਨਾਮ ਲੈਣ ਕੇ ਫਲਾਂ ਸਪਾਂਸਰ ਆ ਗਿਆ, ਗੋਲਡਨ ਸਪਾਂਸਰ ਆ ਗਿਆ, ਫਲਾਣਾ ਮਹਿਮਾਨ ਖਸੂਸੀ ਆ ਗਿਆ। ਉਹਨਾਂ ਦਾ ਜਿਸ ਟਾਈਮ ਰੇਡ ਪੈਂਦੀ ਪਈ ਹੁੰਦੀ ਹੈ, ਉਹ ਰੇਡ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ, ਕਲੋਜ਼ਿੰਗ ਤੱਕ ਕਮੈਂਟੇਟਰ ਦਾ ਖਿਆਲ ਉੱਧਰ ਹੀ ਹੁੰਦਾ ਹੈ। ਇਹ ਕੀ ਵਜ੍ਹਾ ਕਿ ਪਾਕਿਸਤਾਨ ਦੇ ਵਿੱਚ ਇੱਕ, ਕੋਈ ਨਾਰਾਜ਼ ਨਾ ਹੋ ਜਾਵੇ ਸਾਡੇ ਨਾਲ, ਲੇਕਿਨ ਇਹ 100% ਇਹ ਪੱਕਾ ਇਸ਼ੂ ਹੈ। ਤੁਸੀਂ ਕੋਈ ਵੀ ਹੈ, ਮੇਰੀ ਸੁਣੋ, ਮਿਸਾਲ ਦੇ ਤੌਰ 'ਤੇ ਇੱਕ ਰੇਡ ਪਾਉਣ ਪਾਕਿਸਤਾਨੀ ਚਲਾ ਗਿਆ ਰੇਡਰ, ਲੇਕਿਨ ਸਾਡਾ ਖਿਆਲ ਕਿੱਥੇ ਕਮੈਂਟੇਟਰ ਦਾ, ਜੀ ਫਲਾਂ ਮਹਿਮਾਨ ਖਸੂਸੀ ਆ ਗਿਆ, ਫਲਾਣੇ ਨੇ 10,000 ਨਾਲ ਮਾਨ ਸਨਮਾਨ ਕਰਤਾ, ਫਲਾਣੇ ਨੇ ਮੋਟਰਸਾਈਕਲ ਨਾਲ ਕਰ ਦਿੱਤਾ। ਇਹ ਕੀ ਵਜ੍ਹਾ ਹੈ? ਮੈਂ ਸਮਝਦਾ ਕਿ ਸਾਡਾ ਇੱਕ ਬੜਾ ਹੀ ਵੀਕ ਕਮਜ਼ੋਰ ਪੁਆਇੰਟ। ਮੈਂ ਇਹਦਾ ਕੁਐਸਚਨ ਤੁਹਾਨੂੰ, ਇਹ ਬਹੁਤ ਕੁਐਸਚਨ ਨੇ, ਲੋਕ ਕਮੈਂਟ ਵੀ ਕਰਦੇ ਹੁੰਦੇ ਨੇ ਕਿ ਇੰਡੀਆ ਕਮੈਂਟੇਟਰ ਜਿਹੜੇ ਵਧੀਆ ਵਾ, ਪਾਕਿਸਤਾਨੀ ਇਹ ਆ ਉਹ ਆ, ਇਹ TC ਕਰਦੇ ਨੇ, ਇਹ ਕਰਦੇ ਨੇ। ਸਾਫ ਲਫ਼ਜ਼ਾਂ 'ਚ ਮੈਂ ਜਵਾਬ ਦਿੰਦਾ, ਤੁਸੀਂ ਮੈਚ ਕਰਾਇਆ, ਅੱਜ ਤੁਸੀਂ ਮੈਚ ਕਰਾ ਲਿਆ, ਤੁਸੀਂ ਆਪ ਦੱਸੋ ਕਿ ਜੇ ਤੁਸੀਂ ਮੈਚ 'ਤੇ ਕਮੈਂਟੇਟਰ ਬੁਲਾਉਂਦੇ ਹੋ, ਉਹਦੇ ਹੱਥ ਐਡਾ ਵੱਡਾ ਪਰਚਾ ਨਹੀਂ ਫੜਾਉਂਦੇ ਤੁਸੀਂ ਕਿ ਸਾਡਾ ਆਹ ਮਹਿਮਾਨ ਤੁਸੀਂ ਹੋਣਾ ਹੀ, ਇਹਨੂੰ ਪ੍ਰੋਟੋਕੋਲ ਦੇਣਾ ਹੀ, ਆਹ ਮੇਰਾ ਯਾਰ ਹੋਣਾ, ਇਹਨੂੰ ਪ੍ਰੋਟੋਕੋਲ ਦੇਣਾ ਹੀ, ਇਹਨੇ 20,000 ਦਿੱਤਾ ਜੀ, ਇਹਨੇ ਲੱਖ ਦਿੱਤਾ ਜੀ, ਇਹਨੇ ਆਹ ਦਿੱਤਾ, ਇਹਨੇ ਮੋਟਰਸਾਈਕਲ ਦਿੱਤਾ ਜੀ, ਫੜਾਉਂਦੇ ਪਰਚਾ ਨਾ। ਹੁਣ 30 ਬੜਾ ਹੋਇਆ ਤਾਂ 30 ਮਿੰਟਾਂ 40 ਮਿੰਟਾਂ ਦਾ ਮੈਚ ਹੁੰਦਾ, ਕਮੈਂਟੇਟਰ ਨੇ ਉਹਦੇ ਵਿੱਚ ਹੀ ਪਲੇਅਰ ਦੀ ਕਮੈਂਟਰੀ ਵੀ ਕਰਨੀ ਹੈ, ਗਰਾਊਂਡ ਦੀ ਕਮੈਂਟਰੀ ਵੀ ਕਰਨੀ, ਸ਼ੇਰੋ ਸ਼ਾਇਰੀ ਵੀ ਕਰਨੀ ਹੈ, ਤੁਹਾਡੇ ਮਹਿਮਾਨ ਵੀ ਰਾਜ਼ੀ ਕਰਨੇ ਨੇ। ਅਗਰ ਤੁਹਾਡੇ ਮਹਿਮਾਨਾਂ ਦਾ ਘੱਟ ਨਾ ਲਈਏ, ਫਿਰ ਤੁਸੀਂ ਆ ਜਾਂਦੇ ਹੋ ਜੀ ਕਮੇਟੀ ਵਾਲੇ, ਉਹ ਯਾਰ ਮਹਿਮਾਨਾਂ ਦਾ ਨਾਂ ਲੈ, ਸ਼ਾਮੀ ਪੈਸੇ ਨਹੀਂ ਲੈਣੇ ਹੈਗੇ, ਠੀਕ ਹੋ ਗਿਆ। ਫਿਰ ਉਹਨੇ ਮਹਿਮਾਨ ਵੀ ਰਾਜ਼ੀ ਕਰਨੇ ਨੇ, ਠੀਕ। ਹਾਂ, ਮੈਂ ਇਹ ਗੱਲ ਕਹਾਂਗਾ ਕਿ ਚੱਲਦੇ ਮੈਚ ਸਿਰਫ ਕਬੱਡੀ 'ਚ ਫੋਕਸ ਹੋਣਾ ਚਾਹੀਦਾ। ਜਦੋਂ ਤੁਹਾਨੂੰ ਵਾਟਰ ਬ੍ਰੇਕ ਮਿਲਦੀ, ਹਾਫ ਟਾਈਮ ਮਿਲਦਾ, ਜਾਂ ਮੈਚ ਖਤਮ ਹੁੰਦਾ ਜਾਂ ਮੈਚ ਤੋਂ ਸ਼ੁਰੂ, ਉਦੋਂ ਮਹਿਮਾਨਾਂ ਨੂੰ ਥੋੜ੍ਹਾ ਮੋਟਾ ਪ੍ਰੋਟੋਕੋਲ ਦੇਵੋ। ਮੇਰਾ ਨਾ ਤੁਸੀਂ ਵੇਖੋ ਕਿ ਚੱਲਦੇ ਮੈਚ 'ਚ ਮੈਂ ਮੂੰਹ ਸਟੇਜ ਵੱਲ ਨੂੰ ਕੀਤਾ ਹੋਊ, ਠੀਕ ਹੋ। ਉੱਥੇ ਕਰੀਦਾ ਜਿੱਥੇ ਕਮੇਟੀ ਨੇ ਬਿਲਕੁਲ ਹੀ ਆਖਿਆ ਕਿ ਹੁਣ ਤੁਸੀਂ ਯਾਰ ਇੱਧਰ ਕਰੋ, ਯਾਰ ਆਹ ਕਰੋ, ਇੱਧਰ ਕਰੋ, ਫਿਰ ਮਜਬੂਰ ਹੋ ਜਾਂਦਾ ਕਮੈਂਟੇਟਰ। ਕਮੇਟੀ ਦੀ ਨਾ ਮੰਨੇ, ਉਹਨੇ ਕਿ ਸਾਡੇ ਮਹਿਮਾਨ ਨਾਰਾਜ਼ ਗਏ ਨੇ ਤੇਰੇ ਤੋਂ। ਅਕਸਰ ਪਲੇਅਰ ਨੂੰ ਤਰਾ ਨਹੀਂ ਵਹਿੰਦੇ ਹੈਗੇ, ਪਲੇਅਰ ਨਾਰਾਜ਼ ਗਿਆ ਹੈ, ਮਹਿਮਾਨ ਨਾਰਾਜ਼ ਗਏ ਨੇ ਸਾਡੇ, ਉਹਨੇ ਦਿੱਤਾ ਕੱਖ ਨਹੀਂ ਹੈਗਾ ਤੁਹਾਡਾ ਕਰਕੇ, ਫਿਰ ਕਮੈਂਟੇਟਰ ਦੀ ਮਜਬੂਰੀ ਬਣ ਜਾਂਦੀ। ਆਹ ਗੱਲ ਜੀ। ਕਿਆ ਕਮੈਂਟੇਟਰ ਦੇ ਵਿੱਚ ਧੜਾਬਾਜ਼ੀਆਂ ਵੀ ਹੁੰਦੀਆਂ ਨੇ? ਫਲਾਂ ਗਰੁੱਪ ਨਾਲ ਫਲਾਂ ਹੈ, ਫਲਾਂ ਨਾਲ ਫਲਾਂ ਹੈ, ਇਹਨੂੰ ਬੁਲਾਣਾ, ਇਹਨੂੰ ਨਹੀਂ ਬੁਲਾਣਾ, ਇਹ ਧੜਾਬਾਜ਼ੀਆਂ ਇਹਦੇ 'ਚ ਵੀ ਐਣ, ਜਾਂ ਖਾਲੀ ਪਲੇਅਰਾਂ 'ਚ ਜਾਂ ਕਲੱਬਾਂ 'ਚ ਜਾਂ ਕੋਚਿਸ ਵਿੱਚ ਹੀ ਹੁੰਦੀਆਂ? ਨਹੀਂ ਨਹੀਂ, ਕਮੈਂਟੇਟਰਾਂ 'ਚ ਕੋਈ ਨਹੀਂ, ਚਾਹੇ ਅੱਜ ਮੈਚ ਕਰਾ ਕੇ ਸਾਰੇ ਪਾਕਿਸਤਾਨ ਦੇ ਸੱਦ ਲਓ ਨਾ, ਸਾਰੇ ਹੀ ਆ ਜਾਣ, ਇਹਨਾਂ 'ਚ ਨਹੀਂ ਹੈਗੀ ਇਹ। ਉਹ ਜੇ ਕੋਈ ਹੋਏ ਤਾਂ ਵੱਖਰੀ ਗੱਲ ਹੈ, ਮੇਰੇ 'ਚ ਤਾਂ ਮੈਂ ਤਾਂ ਨਹੀਂ ਕਦੀ ਆਪਣੀ ਸੋਚੀ ਨਾ ਕਿਸੇ ਨਾਲ ਸੋਚੀ ਹੈਗੀ। ਅਲੀ ਬਾਜਵਾ ਦਾ ਸਭ ਤੋਂ ਫੇਵਰਟ ਮੈਚ ਜਿੱਥੋਂ ਅਲੀ ਬਾਜਵੇ ਦੀ ਪਹਿਚਾਣ ਬਣੀ ਹੋਵੇ ਕਿ ਅਲੀ ਬਾਜਵਾ ਇੱਕ ਕਮੈਂਟੇਟਰ ਇੰਟਰਨੈਸ਼ਨਲ? ਮੈਂ ਜਦੋਂ ਸ਼ੁਰੂ ਕੀਤੀ, ਤੁਹਾਨੂੰ ਦੱਸਿਆ ਕਿ ਇੱਦਾਂ ਹੀ ਇਲਾਕੇ 'ਚ ਸ਼ੁਰੂ ਕੀਤੀ, ਫਿਰ ਹੌਲੀ ਹੌਲੀ ਬਾਹਰ ਨਿਕਲਿਆ, ਕਦੀ ਉੱਧਰ ਕਦੀ ਉੱਧਰ। ਸਭ ਤੋਂ ਜ਼ਿਆਦਾ ਮੈਨੂੰ ਆਪਣੇ ਗੋਜਰੇ ਤਹਿਸੀਲ ਨੇ, ਜ਼ਿਲ੍ਹੇ ਟੋਬੇ ਨੇ ਮੈਚ ਦਿੱਤੇ ਨੇ, ਜਿੰਨੇ ਵੱਡੇ ਮੈਚ ਨੇ, ਵੱਡਿਆਂ ਮੈਚਾਂ 'ਚ ਮੈਂ ਬੋਲਿਆ, ਉੱਥੇ ਹੀ ਫਿਰ ਮੈਨੂੰ ਲੋਕਾਂ ਨੇ ਪਸੰਦ ਕੀਤਾ। ਤੁਹਾਡੀ ਕਿਉਂਕਿ ਫੀਲਡ ਹੈ ਕਮੈਂਟੇਟਰ ਦੀ, ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਤੁਸੀਂ ਕਮੈਂਟੇਟਰ ਕਿਹੜਾ ਵੇਖਿਆ ਪਾਕਿਸਤਾਨ? ਆਜ਼ਾਦ ਪਾਰਸ ਸਾਹਿਬ ਪ੍ਰੋਫੈਸਰ ਨੇ, ਮਾਸ਼ਾਅੱਲਾ, ਇਨਸਾਨ ਵੀ ਬਹੁਤ ਅੱਛੇ ਨੇ, ਬੁਲਾਰੇ ਵੀ ਬਹੁਤ ਅੱਛੇ ਨੇ। ਔਰ ਮੇਰੇ ਨਾਲ ਮੈਂ ਉਹਨੂੰ ਆਖਿਆ ਨਾ, ਉਸਤਾਦ ਜੀ ਮੈਨੂੰ ਸ਼ਗੀਰਦ ਆਖਿਆ ਕਰੋ, ਆਂਦਾ ਨਹੀਂ ਤੂੰ ਮੇਰਾ ਨਿੱਕਾ ਵੀਰ। ਕਮੈਂਟੇਟਰ ਦੇ ਵਿੱਚ ਜਿਸ ਟਾਈਮ ਤੁਸੀਂ ਮੈਚ ਕਵਰ ਕਰਦੇ ਰਹੇ ਹੋ, ਕੋਈ ਮਜ਼ਾਕੀਆ ਵਾਕਿਆ ਜਿਹੜਾ ਤੁਸੀਂ ਅੱਜ ਤੱਕ ਭੁੱਲ ਨਾ ਸਕੇ ਹੋਵੇ? ਮਿਸਾਲ ਦੇ ਤੌਰ 'ਤੇ ਤੁਹਾਨੂੰ ਮਾਈਕ ਬੰਦ ਕਰਨਾ ਪੈ ਗਿਆ ਹੋਵੇ ਕਿ ਯਾਰ ਇਹ ਗਲਤ ਗੱਲ ਹੋ ਗਈ, ਜਾਂ ਕੋਈ ਬੰਦਾ ਆ ਕੇ ਉੱਤੋਂ ਗਲਤ ਗੱਲ ਕਰ ਜਾਏ? ਨਹੀਂ, ਮੇਰੇ ਨਾਲ ਇੱਦਾਂ ਦਾ ਕੋਈ ਵਾਕਿਆ ਨਹੀਂ ਹੋਇਆ, ਲੇਕਿਨ ਅੱਲਾ ਜੰਤ ਨਸੀਬ ਕਰੇ, ਮੈਂ ਮੈਚ ਕਰਦਾ ਹੁੰਦਾ ਹਾਂ, ਅਤੇ ਭਾਈ ਸ਼ਕੀਲ ਜਦੋਂ ਖੇਡਦਾ ਸੀ ਨਾ, ਜਾਂ ਗਰਾਊਂਡ 'ਚ ਹੁੰਦਾ ਸੀ, ਪਤਾ ਨਹੀਂ ਉਹਦੇ ਨਾਲ 24 ਘੰਟੇ ਰਹੀਦਾ ਸੀ। ਉਹਨੂੰ ਜਦੋਂ ਮੈਂ ਵੇਖਦਾ ਹਾਂ ਤਾਂ ਮੈਂ ਕੁਦਰਤੀ, ਮੇਰੇ ਕੋਲ ਕਮੈਂਟਰੀ ਨਹੀਂ, ਮੈਂ ਹੱਸੀ ਜਾਂਦਾ ਹੁੰਦਾ, ਜਾਂ ਉਹਨੇ ਅੱਗੋਂ ਇਸ਼ਾਰਾ ਹੀ ਇੱਦਾਂ ਦਾ ਕਰਨਾ, ਉਹ ਮੈਂ ਹੱਸ ਪੈਣਾ।
ਅਤੇ ਫਿਰ ਮੈਂ ਉਹਨੂੰ ਆਖਣਾ ਚੱਲ ਹਾਂ ਜੇ ਤੂੰ ਖੇਡ ਮੈਂ ਤੈਨੂੰ ਖੇਡਦਿਆਂ ਹਸਾਊਂਗਾ। ਮੈਂ ਕਿਹਾ ਇੱਦਾਂ ਦਾ, ਲੇਕਿਨ ਚੱਲਦੇ ਮੈਚ ਅੱਜ ਤੱਕ ਮੇਰੇ ਕੋਲ ਇੱਦਾਂ ਦੀ ਕੋਈ ਨੈਗੇਟਿਵ ਗੱਲ ਜਾਂ ਗਲਤ ਗੱਲ ਨਹੀਂ ਨਿਕਲੀ, ਕਿਸੇ ਦੀ ਦਿਲਜ਼ਾਰੀ ਹੋਵੇ ਜਾਂ ਕੋਈ ਮਜ਼ਾਕ ਬਣੇ ਜਾਂ ਕੋਈ ਦਾ ਫਨੀ ਕਲਿੱਪ ਬਣੇ, ਇੱਦਾਂ ਦੀ ਗੱਲ ਨਹੀਂ ਨਿਕਲੀ ਹੈਗੀ। ਬਹੁਤ ਸੋਚ ਸਮਝ ਕੇ ਤੁਸੀਂ ਬੋਲਣਾ ਹੁਣ ਪੈਂਦਾ। ਜ਼ਿਕਰ ਕੀਤਾ ਹੈ ਕਿ ਮੈਂ ਸ਼ਕੀਲ ਭਾਈ ਨਾਲ ਇੰਝ ਰਿਹਾ ਜਿਵੇਂ ਭਾਈਆਂ ਨਾਲ, ਤੁਸੀਂ ਕਿਧਰੇ ਲਾਲਚ ਵਿੱਚ ਤਾਂ ਨਹੀਂ ਰਹੇ ਕਿ ਸ਼ਾਇਦ ਮੈਨੇ ਮੈਚ ਲੈ ਕੇ ਦਿੰਦਾ ਰਵੇ ਦਾ, ਜਾਂ ਮੈਂ ਇਸ ਦੇ ਜ਼ਰੀਏ ਥੋੜ੍ਹਾ ਜਿਹਾ ਕਬੱਡੀ 'ਚ ਅੱਗੇ ਚਲਾ ਜਾਂਦਾ, ਕੋਈ ਲਾਲਚ ਤੇ ਤੁਸੀਂ ਨਹੀਂ ਰੱਖਿਆ ਉਹਨਾਂ ਨੂੰ? ਮੈਂ ਜਦੋਂ ਉਹਦੇ ਨਾਲ ਮੇਰੀ ਸਲਾਮ ਦਾ ਸੀ, ਮੈਨੂੰ ਤਾਂ ਪਤਾ ਵੀ ਨਹੀਂ ਸੀ ਮੈਂ ਕਮੈਂਟੇਟਰ ਬਣਨਾ, ਅਤੇ ਨਾ ਮੈਨੂੰ ਪਤਾ ਸੀ ਕਿ ਮੈਂ ਕਬੱਡੀ ਖੇਡ ਰਹੀ ਹਾਂ। ਠੀਕ ਹੋ ਗਿਆ। ਮੇਰੇ ਭਰਾਵਾਂ ਨਾਲ ਮੇਰੇ ਪਿੰਡ ਦੇ ਮੁੰਡੇ ਸੀ, ਉਹਨਾਂ ਕੋਲ ਹੁੰਦਾ ਸੀਗਾ, ਅਤੇ ਉਦੋਂ ਉਹਦੇ ਨਾਲ ਸਲਾਮ ਦਾ ਬਣੀ। ਫਿਰ ਦੂਸਰੀ ਗੱਲ, ਜਦੋਂ ਉਹਦੇ ਨਾਲ ਸਲਾਮ ਦਾ ਬਣ ਗਈ ਮੈਂ ਫੀਲਡ 'ਚ ਆ ਗਿਆ। ਮੈਂ ਅਜੇ ਤੱਕ ਉਹਨੇ ਇਹ ਵੀ ਨਹੀਂ ਸੀ ਆਖਿਆ ਯਾਰ ਸ਼ਕੀਲ ਤੂੰ ਉਸ ਮੈਚ 'ਤੇ ਚੱਲਾਂ ਅਤੇ ਮੈਨੂੰ ਵੀ ਲੈ ਜਾ, ਜਾਂ ਉਹਨੂੰ ਕਿਹਾ ਯਾਰ ਅਲੀ ਬਾਜਵਾ ਕਰ ਲਓ, ਮੈਂ ਵੀ ਨਹੀਂ ਸੀ ਉਹਨੂੰ ਅੱਜ ਤੱਕ ਆਖਿਆ। ਅਕਸਰ ਸੁਣਿਆ ਹੈ ਕਿ ਮਿਸਾਲ ਦੇ ਤੌਰ 'ਤੇ ਅਗਰ ਕੋਈ ਪਲੇਅਰ ਆਪਣੇ ਮਾਲਕ ਕੇ ਹਕੀਕੀ ਨੂੰ ਜਾ ਕੇ ਮਿਲਿਆ, ਉਸ ਦੇ ਪਿੱਛੇ ਵੀ ਅਕਸਰ ਮੈਚਿਸ ਵਗੈਰਾ ਚੱਲ ਰਹੇ ਨੇ, ਉਹ ਹੀ ਸ਼ੋਰ ਸ਼ਰਾਬਾ ਹੈ, ਕੋਈ ਸੋਗ ਨਹੀਂ, ਇਹ ਕੋਈ ਤੁਸੀਂ ਵਾਕਿਆ ਵੇਖਿਆ ਇਸ ਫੀਲਡ 'ਚ? ਬਿਲਕੁਲ। ਜਿੱਦਣ 2022 15 ਫਰਵਰੀ ਸ਼ਕੀਲ ਜੱਟ 15 ਜਨਵਰੀ ਸ਼ਕੀਲ ਜੱਟ ਸਾਥੋਂ ਵੱਖ ਹੋਇਆ ਵਾ, ਸ਼ਹੀਦ ਹੋਇਆ ਵਾ, ਉੱਦਣ ਸਾਡੇ ਨੈਸ਼ਨਲ ਹੋ ਰਹੀ ਸੀਗੀ। ਅਤੇ ਨੈਸ਼ਨਲ ਹੁੰਦਾ ਨਾ ਕਿ ਬੰਦਾ ਇੱਕ ਦਿਨ ਡਿਲੇਅ ਕਰ ਲੈਂਦਾ, ਬਾਰਿਸ਼ ਵੀ ਪੈ ਜਾਂਦੀ ਫਿਰ ਡਿਲੇਅ ਕਰਨਾ ਸੀ। ਅਗਰ ਕੋਈ ਵਜ਼ੀਰ ਜਾਂ ਕੋਈ ਅਫਸਰ ਤੁਰ ਜਾਂਦਾ ਫਿਰ ਵੀ ਡਿਲੇਅ ਕਰਨਾ ਸੀਗਾ, ਕੋਈ ਮੁਲਕੀ ਹਾਲਾਤ ਨਹੀਂ ਤੋਂ ਜਾਂਦੇ ਫਿਰ ਡਿਲੇਅ ਕਰਨਾ ਸੀ। ਇੱਕ ਐਸਾ ਪਲੇਅਰ ਜਿਹੜਾ ਏਸ਼ੀਆ ਕੱਪ ਪਾਕਿਸਤਾਨ ਨੂੰ ਜਿਤਾਇਆ, ਜਿਹਨੇ 2 ਵਾਰ ਕੈਨੇਡਾ ਖੇਡਿਆ, ਪਾਕਿਸਤਾਨ ਆਰਮੀ ਦੀ ਟੀਮ ਦਾ ਪਲੇਅਰ ਸੀਗਾ, ਨੈਸ਼ਨਲ ਖੇਡਿਆ ਵਾ, ਉਹੀ ਪਲੇਅਰ ਸਾਡਾ ਵੱਖ ਹੋਇਆ। 1 ਮਿੰਟ ਕਿਸੇ ਬੰਦੇ ਨੇ ਇਹ ਨਹੀਂ ਸੀ ਆਖਿਆ ਕਿ ਯਾਰ ਮੈਚ ਰੋਕ ਕੇ ਦੁਆ ਹੀ ਕਰ ਲਈ ਉਹਦੇ ਲਈ। ਚਲੋ ਮੈਚ ਨਹੀਂ ਰੁਕਿਆ, ਮਜਬੂਰੀ ਸੀ ਮਹਿਕਮੇ ਦੀ, ਮਹਿਕਮੇ ਨੇ ਖਿਡਾਇਆ ਵਾ, ਮਹਿਕਮੇ ਦਾ ਕਰਕੇ ਮੁੰਡੇ ਪਲੇਅਰ ਖੇਡੇ ਨੇ, ਮੈਂ ਖੇਡ ਕੇ ਬਾਅਦ 'ਚ ਮੈਚ ਜਿੱਤੇ ਨੇ, ਢੋਲ ਵੱਜੇ ਨੇ, ਭੰਗੜੇ ਪਏ ਨੇ, ਬਬਲੇ ਵੱਜੇ ਨੇ, ਸਭ ਕੁਝ ਹੋਇਆ। ਚਲੋ ਉਹ ਵੀ ਵੱਜ ਗਏ, ਅਗਲਾ ਦਿਨ ਚੜ੍ਹਿਆ, ਸਾਰੇ ਪਲੇਅਰ ਉਹਦੇ ਘਰ ਜਾ ਸਕਦੇ ਸੀ ਕਿ ਨਹੀਂ ਜਾ ਸਕਦੇ? ਟੋਬਾ ਟੇਕ ਸਿੰਘ ਦੂਰ ਨਹੀਂ, ਅੱਜ ਮੈਚ ਕਰਾਓ ਨਾ ਸਾਰੇ ਜਾਣਗੇ ਉੱਥੇ। ਉਦਣ ਵੀ ਜਾ ਸਕਦੇ ਸੀਗੇ, ਉਦਣ ਜਾ ਸਕਦੇ ਸੀ ਕਿ ਨਹੀਂ ਗਿਆ ਕੋਈ, ਬਹੁਤ ਘੱਟ ਪਲੇਅਰ ਗਏ ਨੇ, ਉਹ ਤੁਹਾਨੂੰ ਪਤਾ ਹੀ ਜਿਹੜੇ ਗਏ ਨੇ। ਠੀਕ ਹੋ ਗਿਆ। ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਾਂਗਾ, ਉਹ ਇਨਸਾਨ ਵੀ ਵਧੀਆ, ਇਨਸਾਨ ਸਾਰੇ ਵਧੀਆ, ਲੇਕਿਨ ਦੁੱਖ ਇਸ ਗੱਲ ਦਾ ਕਿ ਇੱਕ ਆਪ ਦਾ ਬੰਦਾ ਜਾਵੇ ਤਾਂ ਅਸੀਂ ਉਹਦੇ ਪਿੱਛੇ ਨਾ ਜਾਈਏ, ਫਿਰ ਮਾੜੀ ਗੱਲ ਆ। ਇਸ ਗੱਲ ਦਾ ਦੁੱਖ ਲੱਗਾ ਸੀ ਮੈਨੂੰ, ਮੈਂ ਇਸ ਗੱਲ 'ਚ ਬੋਲਿਆ ਵੀ ਸੀਗਾ ਕਿ ਮੈਨੂੰ ਇਹ ਗੱਲ ਦਾ ਦੁੱਖ, ਮੈਨੂੰ ਨਹੀਂ ਦੁੱਖ, ਤੁਹਾਨੂੰ ਵੀ ਦੁੱਖ ਆ, ਜਿਹੜਾ ਕਬੱਡੀ ਨੂੰ ਪਿਆਰ ਕਰਦਾ ਸਾਰਿਆਂ ਨੂੰ ਦੁੱਖ। ਠੀਕ ਆ। ਅਗਰ ਇਹ ਗੱਲ ਝੂਠ ਆ ਤਾਂ ਫਿਰ ਆਪਾਂ ਗੁਨੇਗਾਰ ਆ। ਇਹ ਗੱਲ ਸੱਚ ਹੈ ਕਿ ਇੱਕ ਪਲੇਅਰ ਦੀ ਮਈਅਤ ਘਰ ਪਈ ਹੈ, ਅਤੇ ਹੁਣ ਉਹ ਪਲੇਅਰ ਉਹਦੇ ਮਾਂ ਕੋਲ ਜਾਂ ਉਹਦੇ ਪਿਓ ਕੋਲ ਜਾਂ ਜਿਹੜੇ ਉਹਦੇ ਢੋਲ ਵਾਜੇ ਮਾਰਦੇ ਰਹੇ ਨੇ, ਕਿਹੜੇ ਮੂੰਹ ਨਾਲ ਮਿਲਣਗੇ ਜਾ ਕੇ ਦੱਸਣ? ਉਹਦੇ ਦਿਲ 'ਚ ਮਾਂ ਪਿਓ ਦਾ ਕੀ ਆਇਆ ਹੋਊਗਾ ਕਿ ਜਿਹੜੇ ਪੁੱਤਰ ਨੇ ਆਪਣੀ ਜ਼ਿੰਦਗੀ ਕਬੱਡੀ ਪਿੱਛੇ ਲਾਈ, ਕਬੱਡੀ ਨੇ ਐਂਡ 'ਤੇ ਉਹਨੂੰ ਕੀ ਦਿੱਤਾ? ਇਹ ਸੋਚੋ ਜ਼ਰਾ। ਅਰੇ ਭਾਈ ਮੈਨੂੰ ਤੁਸੀਂ ਇਹ ਦੱਸੋ ਕਿ ਭਾਈ ਸ਼ਕੀਲ ਦੇ ਬਰਸੀ ਉੱਤੇ ਜਾਂ ਸਾਲਾਨਾ ਕੋਈ ਤੁਸੀਂ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੋ, ਜਾਂ ਕੋਈ ਹੋਰ ਫੈਸਲਾਬਾਦ 'ਚ ਬੰਦਾ ਕੋਈ ਪ੍ਰੋਗਰਾਮ ਉਹਨਾਂ ਦੀ ਯਾਦ ਵਿੱਚ ਮਨਾਉਂਦਾ ਹੋਵੇ, ਔਰ ਉਹ ਪਤਾ ਲੱਗਦਾ ਹੋਵੇ ਕਿ ਯਾਰ ਵਾਕਈ ਪ੍ਰੋਗਰਾਮ ਹੈ, ਔਰ ਕਿਵੇਂ ਚੱਲਦਾ ਪਿਆ ਉਹ, ਕੌਣ ਪੈਸਾ ਲਾਉਂਦਾ ਹੈ, ਕੀ ਮਾਮਲਾਤ ਨੇ, ਉਸ ਦੇ ਵਿੱਚ ਤੁਹਾਡਾ ਕੀ ਅਮਲ ਦਖਲ ਹੈ? ਉਹ ਭਾਜੀ ਸਾਰੀ ਗੱਲ ਖੋਲ੍ਹ ਦਿੰਦੇ ਤੁਹਾਡੇ ਅੱਗੇ ਕਿ ਅਸੀਂ ਹਰ ਸਾਲ ਤੀਜਾ ਸਾਲ ਅਸੀਂ ਮੈਚ ਕਰਾ ਰਹੇ ਹਾਂ ਸ਼ਕੀਲ ਜੱਟ ਦੇ ਨਾਂ ਦਾ। ਪਹਿਲਾ ਸਾਲ ਨਹੀਂ ਸੀ ਕਰਾਇਆ ਹੈਗਾ, ਪਹਿਲਾ 1-2 ਸਾਲ। ਇਹ ਸਾਡੇ ਉਸਤਾਦ ਨੇ ਸ਼ਕੀਲ ਜੱਟ ਦੇ, ਉਸਤਾਦ ਜ਼ੁਲਫਕਾਰ ਜੱਟ, ਉਸਤਾਦ ਰਾਸ਼ਿਦ ਜੱਟ, ਇਹ ਨੇ ਕੋਈ ਪਿੰਡ ਦੇ ਬੰਦੇ ਨੇ ਨਾਲ 320 ਦੇ। ਅਤੇ ਮੈਂ ਵੀ ਜਿੰਨੇ ਜੋਗਾ ਵਾਂ ਸ਼ਕੀਲ ਜੱਟ ਦਾ ਦੋਸਤ ਕਰਕੇ, ਇੱਕ ਕੁਦਰਤੀ ਵਫਾਦਾਰੀ ਔਰ ਇੱਕ ਕੁਦਰਤੀ ਪਿਆਰ ਸੀ ਉਹਦੇ ਨਾਲ, ਉਹ ਨਿਭਾ ਰਹੇ ਹਾਂ, ਉਹਦਾ ਕਰਕੇ ਲੱਗੇ ਹਾਂ ਨਾਲ, ਜਿੰਨੇ ਜੋਗੇ ਹੈਗੇ ਹਾਂ। ਮੈਂ ਵੀ ਕਹਿ ਦਾਂ ਕਿ ਮੈਂ ਬਹੁਤ ਵੱਡਾ ਇਹ ਉਹ ਕਰ ਰਹੇ ਨਹੀਂ, ਜਿੰਨੇ ਜੋਗੇ ਹੈਗੇ ਹਾਂ ਆਪਾਂ ਆਪਣੇ ਭਰਾ ਲਈ ਕਰ ਰਹੇ ਹਾਂ। ਲੇਕਿਨ ਆਰਗਨਾਈਜ਼ਰ ਪੈਸੇ ਪੂਸਿਆਂ ਦੀ ਗੱਲ ਭਾਜੀ ਸਿੱਧੀ ਇੱਦਾਂ ਹੈ ਕਿ ਸਾਨੂੰ ਕਿਸੇ ਵੱਡੇ ਪ੍ਰਮੋਟਰ ਨੇ ਪੈਸੇ ਨਹੀਂ ਦਿੱਤੇ ਹੈਗੇ ਕਿ ਆਹ ਲਓ ਪੈਸੇ ਸ਼ਕੀਲ ਜੱਟ 'ਤੇ ਜਾਂ ਇਹ ਉਹ, ਨਹੀਂ, ਕੋਈ ਨਹੀਂ। ਮਸਲਨ ਕਿ ਆਪ ਹੀ ਆ ਜਿਹੜੇ ਯਾਰ ਬੇਲੀ, ਕੋਈ ਪਿੰਡ ਦੇ ਲੰਬੜਦਾਰ ਹੋ ਗਏ ਜਾਂ ਵੈਸੇ ਕੋਈ ਚਾਹਣ ਵਾਲੇ, ਕਬੱਡੀ ਨੂੰ ਪਿਆਰ ਕਰਨ ਵਾਲੇ ਥੋੜ੍ਹੇ ਸੌਖੇ ਆ ਜਿਹੜੇ, ਉਹ ਦੇ ਰਹੇ ਆ। ਇੱਦਾਂ ਹੀ ਕਰਕੇ ਅਤੇ ਇਹ ਮੈਚ ਕਰਾਈਦਾ ਵਾ। ਅਤੇ ਸਾਨੂੰ ਕੋਈ ਬਾਹਰੋਂ ਜਾਂ ਸਿੱਖਾਂ ਤੋਂ, ਸਰਦਾਰਾਂ ਤੋਂ, ਕਿਸੇ ਨੂੰ ਕੋਈ ਫੰਡ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਆ ਰਹੀ ਕਿ ਤੁਸੀਂ ਸ਼ਕੀਲ ਜੱਟ ਦੇ ਨਾਂ ਦਾ ਕੱਪ ਕਰਾਉਂਦੇ ਹੋ। ਵੇਖੋ ਜੀ, ਉਹ ਵੀ ਇੱਕ ਲੈਂਜਡ ਪਲੇਅਰ ਪਾਕਿਸਤਾਨ ਦਾ ਹੋਇਆ ਵਾ, ਇੱਕ ਇੰਟਰਨੈਸ਼ਨਲ ਖਿਡਾਰੀ ਹੋਇਆ ਵਾ, ਉਹਦਾ ਵੀ ਕੱਪ ਹੋਣਾ ਚਾਹੀਦਾ। ਸਾਂਝੇ ਤੌਰ 'ਤੇ ਸਾਰੇ ਪ੍ਰਮੋਟਰਾਂ ਨੂੰ ਪੈਸੇ ਲਾਉਣੇ ਚਾਹੀਦੇ। ਇਹ ਨਹੀਂ ਹੈ ਜ਼ਿੱਦਬਾਜ਼ੀ ਦੇ ਵਿੱਚ ਜਾਂ ਧੜੇਬਾਜ਼ੀ ਹਟ ਕੇ, ਸਾਰੇ ਪ੍ਰਮੋਟਰਾਂ ਨੂੰ ਆਪਣੇ ਪੈਸੇ ਲਾਉਣੇ ਚਾਹੀਦੇ ਨੇ। ਔਰ ਇੱਕ ਹੋਰ ਮੈਂ ਗੱਲ ਦੱਸਦਾ ਜਾਵਾਂ, 2 ਸਾਲ ਹੋ ਗਏ ਨੇ ਅਸੀਂ ਮੈਚ ਕਰਾ ਰਹੇ ਹਾਂ, ਸਾਧ ਬਾਸ ਬੱਟ ਸਾਡਾ ਬਹੁਤ ਸਾਥ ਦੇ ਰਿਹਾ, ਤਗਲਾ ਬਾਸ ਬੱਟ ਆਂਦੇ ਨੇ ਜੋ ਖਾ ਲਈਏ
ਉਹਨੂੰ ਹਰਾਮ ਨਹੀਂ ਕਰਨਾ ਚਾਹੀਦਾ। ਉਹ ਬਹੁਤ ਜ਼ਿਆਦਾ ਸਾਥ ਦੇ ਰਿਹਾ ਸ਼ਕੀਲ ਜੱਟ ਦਾ, ਉਹਦੀ ਪਿੰਡ ਦਾ, ਉਹਦੇ ਕਲੱਬ ਦਾ। ਤੁਸੀਂ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ, ਅਬਾਸ ਭੱਟ ਸਾਹਿਬ ਦੇ ਬਾਰੇ। ਅੱਜ ਕੱਲ੍ਹ ਹਾਲੀਆ ਉਹਨਾਂ ਦੇ ਖਿਲਾਫ ਜਾਂ ਉਹਨਾਂ 'ਤੇ ਇਲਜ਼ਾਮਾਤ ਦੇ ਮਸਲਨ ਕੇ ਮੱਦੇ ਮੁਕਾਬਲ ਇੱਕ ਵੀਡੀਓ ਜਾਰੀ ਹੋਈ ਹੈ, ਉਸ ਦੇ ਬਾਰੇ ਕੀ ਹਕੀਕਤ ਹੈ ਕਿ ਐਵੇਂ ਕਿ ਕਿਸੇ ਨੇ ਫੇਕ ਵੀਡੀਓ ਬਣਾਈ ਹੈ? ਭਾਅ ਜੀ ਪਹਿਲੀ ਗੱਲ ਤਾਂ ਅਗਰ ਅੱਲਾ ਨਾ ਕਰੇ ਨਾ ਹੀ ਹੋਵੇ, ਪਹਿਲੀ ਗੱਲ ਅਗਰ ਇੰਝ ਦੀ ਕੋਈ ਗੱਲ ਹੋ ਵੀ ਜਾਵੇ ਨਾ ਅਤੇ ਆਪਾਂ ਉਹਨਾਂ ਨੂੰ ਸ਼ੋਅ ਨਹੀਂ ਕਰਨਾ ਚਾਹੀਦਾ। ਅਗਰ ਦੂਜੀ ਗੱਲ, ਇਹ ਬਹੁਤ ਵੱਡਾ ਇੱਕ ਫਸਾਦ ਪੈ ਗਿਆ ਕਬੱਡੀ ਦੇ ਵਿੱਚ। ਹੁਣ ਵੇਖੋ ਜੀ, ਉਹ ਬੰਦੇ ਨੇ ਵੀਡੀਓ ਬਣਾਈ ਹੈ, ਦੂਜੇ ਪਾਸੇ ਤਾਂ ਗੁਲਾਮ ਅਬਾਸ ਭੱਟ ਕਸਮਾਂ ਵੀ ਖਾ ਰਿਹਾ, ਵੀਡੀਓ 'ਚ ਨਿਆਂ ਵੀ ਦੇ ਰਿਹਾ, ਕੁਰਾਨ 'ਤੇ ਹੱਥ ਦੇ ਵੀ, ਅਤੇ ਅਸੀਂ ਉਹਨੂੰ ਕਿਵੇਂ ਕਹਿ ਸਕਦੇ ਹਾਂ ਕਿ ਯਾਰ ਇਹ ਰੋਂਗ ਨੇ? ਕਹਿ ਸਕਦਾ ਕੋਈ ਬੰਦਾ? ਨਹੀਂ ਕਹਿ ਸਕਦਾ। ਅਤੇ ਖੁਦਾਰਾ ਕਿ ਮੇਰੀ ਰਿਕੁਐਸਟ ਆ ਸਾਰਿਆਂ ਅੱਗੇ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਕਬੱਡੀ 'ਚ ਦੂਰ ਕਰੀਏ। ਇਹ ਇੰਡੀਆ ਵਿੱਚ ਇਹ ਚੱਲੀ ਸੀਗੀ ਆ ਗੈਂਗਸਟਰਾਂ ਵਾਲਾ ਕੰਮ, ਅਤੇ ਵੇਖੋ ਉੱਥੇ ਕੀ ਹਾਲਾਤ ਨੇ, ਕਿੰਨੀਆਂ ਮਾਵਾਂ ਰੋਂਦੀਆਂ ਪਈਆਂ ਨੇ, ਕਿਹੜੇ ਕਿਹੜੇ ਸਟਾਰ ਲੈ ਗਏ ਗੈਂਗਸਟਰ। ਅਤੇ ਆਪਾਂ ਪਾਕਿਸਤਾਨ 'ਚ ਦੂਰ ਹੀ ਰੱਖੀਏ, ਇਹਦਾ ਨਾਂ ਵੀ ਵਿੱਚ ਨਾ ਲੈ ਕੇ ਆਈਏ। ਅਤੇ ਅਗਰ ਕੋਈ ਤੁਹਾਡਾ ਕੋਈ ਜ਼ਾਤੀ ਕੋਈ ਮਾਮਲਾਤ ਨੇ ਨਾ, ਉਹਨੂੰ ਬਹਿ ਕੇ ਨਿਬੇੜ ਲਵੋ। ਇਹ ਸੋਸ਼ਲ ਮੀਡੀਆ 'ਤੇ ਜਾਂ ਲੋਕਾਂ ਨੂੰ ਸੁਣਾਉਣ ਤੋਂ ਬਿਹਤਰ ਇਹ ਇਕੱਲਾ ਤੁਹਾਡਾ ਨੁਕਸਾਨ ਨਹੀਂ ਹੋਣਾ, ਸਾਰੇ ਪਾਕਿਸਤਾਨ ਦੀ ਕਬੱਡੀ ਦਾ ਨੁਕਸਾਨ ਹੋਣਾ, ਪਾਕਿਸਤਾਨ ਸਾਰੀ ਕਬੱਡੀ ਦਾ ਨੁਕਸਾਨ ਹੋਣਾ। ਅਗਰ ਕੋਈ ਜ਼ਾਤੀ ਮਾਮਲਾਤ ਹੈ ਨਾ, ਤੁਹਾਨੂੰ ਕੋਈ ਆਪਸ 'ਚ ਤਾਂ ਬਹਿ ਕੇ ਨਿਬੇੜ ਲਵੋ, ਉਹਨਾਂ ਦੇ ਕੋਲ ਚੱਲ ਜਾਓ, ਉਸਤਾਦਾਂ ਦੇ ਕੋਲ ਚੱਲ ਜਾਓ, ਆਹ ਗੱਲ ਆ ਜਾਂ ਜਿਹੜੀ ਵੀ ਗੱਲ ਆ। ਲੇਕਿਨ ਸੋਸ਼ਲ ਮੀਡੀਆ 'ਤੇ ਇਹ ਵਾਇਰਲ ਨਹੀਂ ਕਰਨੀ ਚਾਹੀਦੀਆਂ। ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਨਾਲ ਨਾ ਕੁਛ ਬਣ ਜਾਣਾ ਵਾ, ਸਿਰਫ ਲੋਕਾਂ ਦੇ ਦਿਲ 'ਚ ਨਫ਼ਰਤ ਕਬੱਡੀ ਲਈ, ਕਬੱਡੀ ਵਾਲਿਆਂ ਲਈ, ਕੋਚਾਂ ਲਈ, ਖਿਡਾਰੀਆਂ ਲਈ ਹੋਣੀ। ਅਤੇ ਮੇਰੀ ਰਿਕੁਐਸਟ ਆ ਸਾਰਿਆਂ ਅੱਗੇ ਕਿ ਪਹਿਲੀ ਗੱਲ, ਅਗਰ ਤੁਸੀਂ ਇੰਝ ਦੀ ਗੱਲ ਵਹਿੰਦੇ ਹੋ ਉਹਨੂੰ ਇਗਨੋਰ ਕਰੋ। ਅਗਰ ਤੁਸੀਂ ਨਹੀਂ ਇਗਨੋਰ ਕਰ ਸਕਦੇ ਫਿਰ ਹੱਕ ਦਾ ਸਾਥ। ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਇੰਡੀਆ 'ਚ ਮਾਮਲਾਤ ਚੱਲ ਰਹੇ ਨੇ, ਕਤਲੋ ਗਾਰਤ ਹੁੰਦੀ ਵੀ ਕਬੱਡੀ ਵਿੱਚ ਹੀ ਹੋ ਰਹੀ ਹੈ, ਉਸ ਦੇ ਪਿੱਛੇ ਕੀ ਰੀਜ਼ਨ ਹੈ? ਆਇਆ ਸਪਾਂਸਰਾਂ ਦਾ ਮਸਲਾ ਹੈ? ਕਿਉਂਕਿ ਇੱਕ ਉੱਥੇ ਜਿਹੜੇ ਮਾਨ ਸਮਾਨ ਹੁੰਦੇ ਨੇ ਟਰੈਕਟਰਾਂ ਨਾਲ ਹੁੰਦੇ ਨੇ, ਗੱਡੀਆਂ ਨਾਲ ਹੁੰਦੇ ਨੇ, ਬਹੁਤ ਮਤਲਬ ਕਿ ਹਾਈ ਕਲਾਸ ਜਿਹੜੇ ਨਾਲ ਸਪਾਂਸਰਸ਼ਿਪ ਹੁੰਦੀ ਉਹਨਾਂ ਦੀ, ਕਿਆ ਉਹ ਮਾਮਲਾ ਹੈ ਜਾਂ ਵੈਸੇ ਹੀ ਕੋਈ ਮਿਸਾਲ ਅਸਦ ਜ਼ਿਆਦਾ ਉਸ ਸਾਈਡ 'ਤੇ? ਇਹ ਤੁਸੀਂ ਕੀ ਵੇਂਦੇ ਉਸ ਸਾਈਡ 'ਤੇ? ਮੇਰਾ ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਜਾਂ ਮੇਰਾ ਜ਼ਿਹਨ ਕੰਮ ਕਰਦਾ, ਇਹ ਆ ਕਿ ਉੱਥੇ ਜਿਹੜੇ ਸਪੋਂਸਰ ਨੇ ਨਾ, ਉਹ ਚਾਹੁੰਦੇ ਕਿ ਅਸੀਂ ਅੱਪ ਰਹੀਏ, ਸਾਡੇ ਜਿਹੜੇ ਪਲੇਅਰ ਸਾਡੇ ਕੋਲ ਖੇਡਦੇ ਵੀ ਅੱਪ ਰਹਿਣ। ਇੱਕ ਦੂਜੇ ਦੇ ਨਾਲ ਇਹ ਜ਼ਿੱਦਬਾਜ਼ੀ ਦੇ ਵਿੱਚ ਹੀ ਇਹ ਕੰਮ ਕਰਦੇ ਨੇ। ਅਗਰ ਕੋਈ ਅੱਪ ਜਾ ਰਿਹਾ ਅਤੇ ਉਹ ਕਿਉਂਕਿ ਉਹ ਸਪੋਂਸਰ ਬਹੁਤ ਤਗੜੇ ਆ, ਬਹੁਤ ਤਗੜੇ ਸਪੋਂਸਰ ਆ, ਅਤੇ ਉਹ ਇੱਦਾਂ ਦੀ ਕੋਈ ਉਹਨਾਂ ਦੀ ਗੱਲ ਹੋਊਗੀ। ਲੇਕਿਨ ਸਾਨੂੰ ਉਹਨਾਂ ਦੀ ਗੱਲ ਨਹੀਂ ਛੇੜਨੀ ਚਾਹੀਦੀ। ਉਹਨਾਂ ਦੀ ਕੰਟਰੀ ਆ, ਉਹਨਾਂ ਦਾ ਪੰਜਾਬ ਆ, ਲੇਕਿਨ ਕਬੱਡੀ ਤਾਂ ਸਾਰਿਆਂ ਸਾਂਝੀ ਆ। ਲੇਕਿਨ ਦੁਆ ਕਰਾਂਗੇ ਕਿ ਅੱਲਾ ਪਾਕ ਉੱਥੇ ਵੀ ਇਹ ਕੰਮ ਜਿਹੜਾ ਨਾ ਹੀ ਹੋਵੇ ਕਿਸੇ ਨਾਲ। ਲੇਕਿਨ ਇੱਥੇ ਪਾਕਿਸਤਾਨ ਦੇ ਵਿੱਚ ਵੀ ਹਰ ਬੰਦੇ ਦੀ ਵੀ ਇਹੀ ਖਵਾਇਸ਼ ਹੈ, ਜਿਸ ਟਾਈਮ ਵੀ ਸਪੋਰਟਰ ਪ੍ਰਮੋਟਰ ਜਾਂ ਪੈਸੇ ਦੀ ਗੱਲ ਆਵੇ ਨਾ, ਸਪਾਂਸਰਸ਼ਿਪ ਦੀ, ਅਤੇ ਸਾਰੇ ਸਿੱਖਾਂ ਲਈ ਵਹਿੰਦੇ ਨੇ। ਇਹ ਕੀ ਵਜ੍ਹਾ ਹੈ? ਪਾਕਿਸਤਾਨ ਦੇ ਵਿੱਚ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਸਪਾਂਸਰ? ਪਾਕਿਸਤਾਨ ਦੇ ਵਿੱਚ ਭਾਅ ਜੀ ਚੌਧਰੀ ਇਮਰਾਨ ਰਾਇਲ ਕਿੰਗ USA ਵਾਲਾ ਤੁਸੀਂ ਨਾਂ ਸੁਣਿਆ ਹੋਣਾ। ਉਸ ਬੰਦੇ ਜਿੰਨੀ ਕਬੱਡੀ ਕਿਸੇ ਬੰਦੇ ਨੇ ਪ੍ਰਮੋਟ ਨਹੀਂ ਕਰਨੀ ਹੈਗੀ, ਉਹਦਾ ਜਿੰਨਾ ਪੈਸਾ ਕਿਸੇ ਨੇ ਨਹੀਂ ਲਾਉਣਾ ਹੈਗਾ, ਉਹਦੇ ਜਿੰਨੇ ਮੋਟਰਸਾਈਕਲ ਕਿਸੇ ਨੇ ਦੇਣੇ ਹੈਗੇ। ਔਰ ਟੋਬੇ ਦੇ ਵਿੱਚ ਨਾ ਕਿ ਉਹਦੇ ਵਰਗਾ ਆਇਆ ਪਹਿਲਾਂ, ਨਾ ਮੇਰੇ ਹਿਸਾਬ ਨਾਲ ਕਿਉਂ ਨਾ। ਔਰ ਉਸ ਬੰਦੇ ਨੇ ਮੈਂ ਪਾਕਿਸਤਾਨ ਦਾ ਉਹ ਵਾਹਦ ਪ੍ਰਮੋਟਰ ਵੇਖਿਆ ਵਾ ਜਿਹਨੇ ਆ ਕੇ ਸਾਨੂੰ ਦੱਸਿਆ ਕਿ ਪ੍ਰਮੋਟਰ ਵੀ ਕਿਸੇ ਸ਼ਾਇਦ ਦਾ ਨਾਂ ਵਾ ਜਾਂ ਪ੍ਰਮੋਟਰ ਵੀ ਕਿਸੇ ਨੂੰ ਆਉਂਦੇ ਨੇ। ਇਮਰਾਨ ਚੌਧਰੀ ਬਹੁਤ ਅੱਛਾ ਇਨਸਾਨ ਆ, ਕਬੱਡੀ ਲਈ ਬਹੁਤ ਕੀਤਾ ਵਾ। ਬਾਕੀ ਜਿਹੜੇ ਸਰਦਾਰ ਆ ਉਹ ਕਬੱਡੀ ਲਈ ਬਹੁਤ ਕਰਦੇ। ਅਸੀਂ ਆਖੀਏ ਕਿ ਇਹ ਵੋ ਨਹੀਂ, ਉਹ ਕਬੱਡੀ ਲਈ ਬਹੁਤ ਕਰਦੇ ਆ, ਉਹਨਾਂ ਦਾ ਦੇ ਨਹੀਂ ਦੇ ਸਕਦੇ। ਔਰ ਪਾਕਿਸਤਾਨ ਦੀ ਕਬੱਡੀ ਅਗਰ ਇਸ ਲੈਵਲ 'ਤੇ ਨਾ ਅੱਜ ਸਰਦਾਰਾਂ ਦਾ ਕਰਕੇ ਆ, ਮੇਰੀ ਇਹ ਵੀ ਗੱਲ ਯਾਦ ਰੱਖਿਓ। ਪਾਕਿਸਤਾਨ 'ਚ ਹਰ ਵੱਡਾ ਕੱਪ ਸਰਦਾਰਾਂ ਦੇ ਤਾਵਾਂ ਨਾਲ ਹੁੰਦਾ। ਪਾਕਿਸਤਾਨ ਦੇ ਮੁੰਡੇ ਬਾਹਰ ਸਰਦਾਰਾਂ ਦੇ ਤਾਵਾਂ ਨਾਲ ਖੇਡਣ ਜਾਂਦੇ ਆ। ਪਾਕਿਸਤਾਨ ਦੇ ਵੱਡੇ ਮਾਨ ਸਨਮਾਨ ਸਰਦਾਰਾਂ ਦੇ ਤਾਵਾਂ ਨਾਲ ਹੁੰਦੇ ਆ। ਅਗਰ ਸਰਦਾਰਾਂ ਦਾ ਬਹੁਤ ਇੰਡੀਆ ਦੀ ਕਬੱਡੀ ਚਲਾ ਰਹੇ ਆ ਨਾ, ਤਾਂ ਪਾਕਿਸਤਾਨ ਦੀ ਕਬੱਡੀ ਵਿੱਚ ਸਰਦਾਰਾਂ ਦਾ ਬਹੁਤ ਜ਼ਿਆਦਾ ਕਰੈਕਟਰ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਡੇ ਜਿਹੜੇ NRI ਭਰਾ ਵਾ, ਸਾਡੇ ਸਰਦਾਰ ਭਰਾ ਵਾ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਕਬੱਡੀ ਲਈ ਨਾ ਕੁਝ ਕਰ ਰਹੇ ਹੋ। ਫੈਸਲਾਬਾਦ ਦੀ ਕਬੱਡੀ 'ਚ ਔਰ ਦੂਸਰੇ ਇਲਾਕਿਆਂ ਦੀ ਕਬੱਡੀ 'ਚ ਤੁਸੀਂ ਕੀ ਫ਼ਰਕ ਵੇਖਦੇ ਹੋ? ਮਿਸਾਲ ਦੇ ਤੌਰ 'ਤੇ ਮੰਡੀ ਬਾਉਦੀਨ ਹੋ ਗਿਆ, ਗੁਜਰਾਂਵਾਲਾ ਹੋ ਗਿਆ, ਗੁਜਰਾਤ ਹੋ ਗਿਆ, ਡਿੰਗਾ ਜ਼ਿਲ੍ਹਮ, ਮਿਸਾਲ ਦੇ ਤੌਰ 'ਤੇ ਫੈਸਲਾਬਾਦ ਤੋਂ ਹਟ ਕੇ ਜਿਤਨੇ ਵੀ ਇਲਾਕੇ ਨੇ, ਤੁਸੀਂ ਕੀ ਵੇਖਦੇ ਹੋ ਇਹਨਾਂ ਦੋਨਾਂ 'ਚ ਕੀ ਫ਼ਰਕ ਹੈ? ਸਪਾਂਸਰ ਇਸ ਸਾਈਡ 'ਤੇ ਘੱਟ ਨੇ, ਉੱਧਰ ਜ਼ਿਆਦਾ ਨੇ, ਜਾਂ ਟੈਲੈਂਟ ਦਾ ਕੋਈ ਫ਼ਰਕ ਹੈ, ਪਲੇਅਰਸ ਦਾ ਫ਼ਰਕ ਹੈ, ਖੁਰਾਕ ਦਾ ਫ਼ਰਕ ਹੈ? ਇਹ ਕੀ ਚੀਜ਼ ਹੈ? ਫੈਸਲਾਬਾਦ ਨੂੰ ਕਬੱਡੀ ਦਾ ਘਰ ਆਖਿਆ ਜਾਂਦਾ, ਔਰ ਹਰ ਪ੍ਰਮੋਟਰ ਦੀ ਇਹੀ ਖੁਆਇਸ਼ ਹੁੰਦੀ ਹੈ ਕਿ ਮੈਂ ਫੈਸਲਾਬਾਦ ਜਾ ਕੇ ਪੈਸਾ ਲਾਵਾਂ ਕਬੱਡੀ ਦੇ ਉੱਤੇ, ਕਿਉਂਕਿ ਉੱਥੇ ਪਲੇਅਰ ਆਸਾਨੀ ਨਾਲ ਮਿਲ ਜਾਂਦੇ ਆ, ਅਰੇਂਜਮੈਂਟ ਅੱਛਾ ਹੋ ਜਾਂਦਾ, ਪਲੇਅਰ ਆਸਾਨੀ ਨਾਲ ਆ ਜਾਂਦੇ ਆ।
ਔਰ ਦੂਜੀ ਗੱਲ ਉੱਥੇ ਦੀ ਆਵਾਮ ਵੀ ਕੁਝ ਕਬੱਡੀ ਨੂੰ ਜ਼ਿਆਦਾ ਪਿਆਰ ਕਰਦੀ ਹੈ। ਔਰ ਅਗਰ ਗੱਲ ਕਰੀਏ ਗੁਜਰਾਂਵਾਲਾ, ਸਿਆਲਕੋਟ, ਲਾਹੌਰ, ਗੁਜਰਾਤ, ਮੰਡੀ ਬਾਉਦੀਨ, ਇਹ ਕਬੱਡੀ ਨੂੰ ਬਹੁਤ ਦਿੰਦੇ ਆ। ਇੱਕ ਛੋਟਾ ਜਿਹਾ ਮੈਚ ਵੀ ਕਰਾਉਣ ਨਾ, ਫੈਸਲਾਬਾਦ ਤੋਂ ਪਲੇਅਰ ਸੱਦਣ, ਗੱਡੀਆਂ ਦੇ ਕਿਰਾਏ, ਉਹਨਾਂ ਦੀ ਰੋਟੀ ਪਾਣੀ, ਉਹਨਾਂ ਦੀ ਫੀਸਾਂ, ਕਬੱਡੀ ਨੂੰ ਬਹੁਤ ਕੁਝ ਦਿੰਦੇ। ਅਗਰ ਸਾਡੇ ਫੈਸਲਾਬਾਦ ਨੂੰ ਐਡੀ ਮਹਿੰਗੀ ਕਬੱਡੀ ਕਰਾਉਣੀ ਪਏ ਨਾ, ਇੰਝ ਪਲੇਅਰ ਦੂਰੋਂ ਸੱਦ ਕੇ ਤੇ ਨਾ ਕਰਾਉਣ। ਇਹ ਇਹਨਾਂ ਦੇ ਵੱਡੇ ਦਿਲ ਆ, ਇਹ ਕਰਾ ਸਕਦੇ ਆ, ਇਹ ਦਿੰਦੇ ਆ ਕਬੱਡੀ ਨੂੰ। ਇਹ ਕਬੱਡੀ ਤੋਂ ਲੈਂਦੇ ਕੱਖ ਨਹੀਂ, ਕਿਉਂਕਿ ਇਹ ਇੱਕ ਦੋ ਪਲੇਅਰ ਗੁਜਰਾਤ 'ਚ, ਇੱਕ ਦੋ ਮੰਡੀ ਬਾਉਦੀਨ 'ਚ, ਇੱਕ ਦੋ ਲਾਹੌਰ 'ਚ, ਇੱਦਾਂ ਹੀ ਆ ਜੀ। ਫੈਸਲਾਬਾਦ 'ਚ ਤਾਂ ਸੈਂਕੜਾਂ ਨਾਲ ਪਲੇਅਰ ਆ। ਠੀਕ ਹੋ ਗਿਆ। ਅਗਰ ਇਹਨਾਂ ਨੂੰ ਫੈਸਲਾਬਾਦੀ ਹੈ ਨਾ, ਜਿਹੜਾ ਇੱਕ ਸੱਦਦੇ ਆ ਨਾ ਦੂਰੋਂ, ਇਹ ਵੀ ਬੜਾ ਔਖਾ ਸੱਦਦੇ ਕਿ ਯਾਰ ਉਹਦੀ ਤਾਂ ਗੱਡੀ ਦਾ ਕਿਰਾਇਆ ਬੜਾ, ਪਹਿਲਾਂ ਸੋਚਦੇ ਕਿ ਲਾਗੂ ਸਾਰ ਲਈਏ, ਨਹੀਂ ਸਰਦਾ ਫਿਰ ਸੱਦ ਲੈਂਦੇ। ਤੁਸੀਂ ਕੀ ਵੇਖਦੇ ਹੋ, ਕਿਉਂਕਿ ਤੁਹਾਡੀ ਨਜ਼ਰ ਦੂਸਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ, ਤੁਸੀਂ ਉੱਤੋਂ ਵੇਖ ਰਹੇ ਹੁੰਦੇ ਹੋ, ਜਿਸ ਤਰ੍ਹਾਂ ਕੋਈ ਲੀਡਰ ਵੇਂਦਾ ਇੱਕ ਫੈਸਲਾਬਾਦ ਤੋਂ ਟੀਮ ਮੰਡੀ ਬਾਉਦੀਨ ਬੁਲਾਉਣ ਵਾਸਤੇ, ਇੱਕ ਅੱਛੇ ਲੈਵਲ ਦੀ ਟੀਮ, ਅਤੇ ਕਿਤਨਾ ਕੁ ਕਾਸਟ ਆਉਂਦੀ ਹੈ? ਇਹ ਭਾਜੀ ਲੱਖਾਂ 'ਚ ਗੱਲ ਚੱਲ ਜਾਂਦੀ। ਤੁਹਾਨੂੰ ਵੀ ਪਤਾ ਹੀ ਆ ਕਿ ਕਬੱਡੀ ਹੁਣ ਤਾਂ ਉਹ ਕਬੱਡੀ ਨਹੀਂ ਰਹੀ ਹੈਗੀ। ਪਲੇਅਰਾਂ ਦੀ ਫੀਸਾਂ, ਗੱਡੀਆਂ ਦੇ ਕਿਰਾਏ, ਫਿਰ ਉਹਨਾਂ ਦਾ ਰੋਟੀ ਪਾਣੀ, ਇਹ ਵੋ ਕਰਕੇ ਗੱਲ ਲੱਖਾਂ 'ਚ ਚੱਲ ਜਾਂਦੀ ਹੈ। ਅਤੇ ਲੱਖਾਂ 'ਚ ਆਪ ਸਮਝਦਾਰ ਹੋ ਕਿ ਜਿੰਨਾ ਗੁੜ ਪਾਉਣਾ ਉਨਾ ਹੀ। ਮਿਸਾਲ ਦੇ ਤੌਰ 'ਤੇ ਫੈਸਲਾਬਾਦ ਤੋਂ ਇੱਕ ਟੀਮ ਆਈ ਹੈ, ਉਸ 'ਤੇ ਖਰਚਾ ਆਇਆ 5 ਤੋਂ 6 ਲੱਖ ਰੁਪਇਆ। ਅਗਰ ਫੈਸਲਾਬਾਦ ਤੋਂ ਹੀ ਉੱਠ ਕੇ ਕਿਸੇ ਫੈਸਲਾਬਾਦ ਦੀ ਤਹਿਸੀਲ ਦੇ ਵਿੱਚ ਉਸੇ ਟੀਮ ਨੇ ਜਾਣਾ ਹੋਵੇ, ਤਾਂ ਫਿਰ ਕਿਤਨਾ ਕਾਸਟ ਆਵੇਗਾ ਉਸ 'ਤੇ, ਜਾਂ ਉਸ ਦਾ ਰੇਟ ਹੋ ਰਹੇ ਸਾਡੇ ਵਾਸਤੇ ਹੋ ਰਹੇ? ਨਹੀਂ, ਰੇਟ ਦੀ ਗੱਲ ਇਹ ਹੈ ਕਿ ਤੁਸੀਂ ਕਲੱਬ ਸੱਦਿਆ ਨਾ ਕੋਈ, ਉਹ ਕਲੱਬ ਨੇ ਤਾਂ ਆਪਣੀ ਫੀਸ ਲੈਣੀ, ਲੇਕਿਨ ਕਿਰਾਇਆਂ ਦੀ ਗੱਲ ਬਹੁਤ ਜਿਹੜੀ ਹੈ ਨਾ, ਫਿਰ ਪਲੇਅਰ ਦੂਰ ਖੇਡਣ ਜਾਣ ਤੋਂ ਵੀ ਬੜਾ ਨਾ ਇਹ ਘਬਰਾਉਂਦੇ ਜੇ ਸਾਡੇ, ਕੋਈ ਯਾਰ ਉਹ ਗੁਜਰਾਤ ਜਾਣਾ ਖੇਡਣ, ਉਹ ਮੈਂ ਨਹੀਂ ਜਾਣਾ ਜੀ, ਕੋਈ ਸਾਹਿਬ ਕੋਈ ਹੋਰ ਲੈ ਜਾਓ, ਜੇ ਵੋ, ਫਿਰ ਉਹਦੀ ਫੀਸ ਵੀ ਜ਼ਿਆਦਾ ਮੰਗ ਲੈਂਦੇ ਆ। ਠੀਕ ਹੋ ਗਿਆ। ਫਿਰ ਗੱਡੀਆਂ ਦੇ ਕਿਰਾਏ ਜ਼ਿਆਦਾ ਨੇ, ਇਹ ਖਰਚੇ ਕਰ ਕੁਰ ਕੇ ਨਾ ਉਹ ਦੂਣਾ ਤੀਣਾ ਚੋਣਾ ਪੈ ਜਾਂਦਾ ਪਲੇਅਰ ਬੰਦੇ ਨੂੰ, ਮੰਡੀ ਬਾਉਦੀਨ ਗੁਜਰਾਤ ਵਾਲਿਆਂ ਨੂੰ। ਅਲੀ ਬਾਜਵੇ ਨੇ ਅੱਜ ਤੱਕ ਸਭ ਤੋਂ ਭਾਰਾ ਮੈਚ ਕਿੱਥੇ ਲਾਇਆ, ਜਿਸ 'ਤੇ ਸਭ ਤੋਂ ਜ਼ਿਆਦਾ ਪੈਸੇ ਇਕੱਠੇ ਹੋਏ ਨੇ, ਔਰ ਉਹ ਕਿੰਨੇ ਹੋਏ ਨੇ, ਔਰ ਸੱਚੀ ਦੱਸਣਾ? ਪਾਕਿਸਤਾਨ ਦੇ ਵਿੱਚ ਕਿ ਬਾਹਰ? ਪਾਕਿਸਤਾਨ ਦੇ ਵਿੱਚ ਬੜਾ ਮੈਚ ਲਾਇਆ ਮੈਂ ਵੀ ਆਖਾਂ, ਹੁਣ ਮੈਨੂੰ ਇੰਨਾ ਨਹੀਂ ਯਾਦ ਹੈਗਾ ਕਿ ਲੱਖਾਂ ਨਾਲ ਵੀ ਮੈਚ ਲਾਏ ਨੇ ਭਈਆ। ਨਹੀਂ, ਇੱਕ ਫਿਗਰ ਬਤਾਓ, ਦੱਸੋ। ਤਕਰੀਬਨ 1.5 ਲੱਖ, 1,40,000 ਲੱਖ ਰੁਪਏ ਦਾ ਮੈਚ ਵੀ ਲਾਇਆ ਇੱਕ ਦਿਨ। ਔਰ ਸਭ ਤੋਂ ਛੋਟਾ ਮੈਚ ਜਿੱਥੇ ਸ਼ਾਇਦ ਰੋਟੀ ਖਾਧੀ ਹੈ ਅਤੇ ਵਾਪਸ ਵੀ ਮੋਟਰਸਾਈਕਲ 'ਤੇ? ਉਹ ਤਾਂ ਬਹੁਤ ਜ਼ਿਆਦਾ ਨੇ ਭਾਅ ਜੀ, ਉਹ ਤਾਂ ਬਹੁਤ ਜ਼ਿਆਦਾ ਵਾ। ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਤਾਂ ਰੋਟੀ ਵੀ ਨਹੀਂ ਸੀ ਕੋਈ ਪੁੱਛਦਾ, ਅਤੇ ਬਾਅਦ 'ਚ ਕਿਤੇ ਪਹਿਲੀ ਵਾਰੀ ਮੈਨੂੰ 500 ਰੁਪਇਆ ਦਿੱਤਾ ਸੀਗਾ ਬੰਦੇ ਨੇ ਮੈਚ ਦਾ। ਉਹ ਤਾਂ ਬਹੁਤ ਜ਼ਿਆਦਾ ਨੇ। ਉਸ ਬੰਦੇ ਦੀ ਸ਼ਕਲ ਯਾਦ ਹੈ ਤੁਹਾਨੂੰ? ਨਹੀਂ ਭਾਅ ਜੀ, ਉਹ ਮੈਚ 'ਤੇ ਦਿੱਤਾ ਸੀਗਾ, ਉਹ ਮੇਰੇ ਉਹ ਜਿਹੜਾ ਉਸਤਾਦ ਨੇ ਮੈਨੂੰ ਲਾਇਆ ਸੀ ਉਹਨੂੰ ਦਿੱਤਾ ਸੀਗਾ ਨਾ। ਅਲੀ ਬਾਜਵੇ ਦਾ ਕੀ ਡਰੀਮ ਹੈ, ਕਿਹੜੇ ਕੱਪ 'ਤੇ ਜਾਂ ਕਿਹੜੇ ਮੁਲਕ 'ਚ ਜਾ ਕੇ ਕਮੈਂਟਰੀ ਕਰਨਾ ਚਾਹੁੰਦਾ ਹੈ? ਭਾਅ ਜੀ ਜਦੋਂ ਸ਼ੁਰੂ ਕੀਤੀ ਸੀ ਨਾ, ਉਦੋਂ ਵੀ ਇਹੀ ਸੀਗਾ, ਹੁਣ ਵੀ ਇਹੀ ਕਿ ਕੈਨੇਡਾ ਜਾਣਾ ਵਾ ਇੱਕ ਵਾਰੀ, ਜਿੱਥੇ ਮੇਰਾ ਯਾਰ ਸ਼ਕੀਲ ਜੱਟ ਗਿਆ ਸੀਗਾ, ਬਸ ਉੱਥੇ ਜਾਣਾ ਵਾ, ਉਹਨਾਂ ਗਰਾਊਂਡਾਂ 'ਚ ਬੋਲ ਕੇ ਹੁਣ ਆਪਾਂ। ਇਸ ਤੋਂ ਪਹਿਲਾਂ ਅਲੀ ਟਰਾਈ ਕਰ ਚੁੱਕਿਆ ਹੈ ਕਿ ਸ਼ਾਇਦ ਕਿਸੇ ਪਾਸੇ ਦਾ ਵੀਜ਼ਾ ਲੱਗ ਜਾਏ? ਹਾਂਜੀ, ਟਰਾਈ ਕੀਤਾ ਸੀਗਾ, ਲੇਕਿਨ ਅੱਲਾਹ ਪਾਕ ਨੂੰ ਨਹੀਂ ਸੀ ਮਨਜ਼ੂਰ ਹੈਗਾ। ਹੋਰ ਕੰਟਰੀਆਂ 'ਚ ਬੋਲ ਆਏ, ਲੇਕਿਨ ਕੈਨੇਡਾ ਦੇ ਵਿੱਚ ਜਿਹੜਾ ਰਹਿ ਗਿਆ। ਇਸ ਫੀਲਡ ਦੇ ਵਿੱਚ ਕਾਮਯਾਬ ਹੋਣ ਵਾਸਤੇ ਸਟੱਡੀ ਜ਼ਰੂਰੀ ਹੈ, ਕੋਈ ਡਿਗਰੀ ਚਾਹੀਦੀ ਹੈ, ਜਾਂ ਅੱਛਾ ਬੰਦਾ ਬੋਲ ਲੈਂਦਾ ਹੋਵੇ ਤਾਂ ਕਾਫੀ ਹੈ? ਅੱਛਾ ਬੋਲਣਾ ਵੀ, ਅੱਛਾ ਅਖਲਾਕ ਵੀ, ਔਰ ਅੱਛਾ ਦਿਮਾਗ ਵੀ ਚਾਹੀਦਾ ਇਹਦੇ ਲਈ। ਤੁਹਾਡੀ ਪਸੰਦੀਦਾ ਲੀਗ ਕਿਹੜੀ ਹੈ ਪਾਕਿਸਤਾਨ ਦੇ ਵਿੱਚ? ਹਾਂਜੀ, ਪਾਕਿਸਤਾਨ ਦੇ ਵਿੱਚ ਤੇ ਲੀਗ ਤੇ ਹੁੰਦੇ ਨਹੀਂ, ਵੱਡੇ ਕੱਪ ਹੀ ਹੁੰਦੇ ਆ। ਸਾਰੇ ਕੱਪ ਬਹੁਤ ਵਧੀਆ ਵਾ, ਮੈਂ ਸਾਰਿਆਂ ਨੂੰ ਐਪਰੀਸ਼ੀਏਟ ਕਰਾਂਗਾ। ਔਰ ਸਭ ਤੋਂ ਜ਼ਿਆਦਾ ਹੁਣ ਮੇਰੀ ਜਿਹੜੀ ਪਸੰਦੀਦਾ ਲੀਗ ਹੀ ਉਹ ਸ਼ਕੀਲ ਜੱਟ ਕਬੱਡੀ ਕੱਪ ਹੀ ਹੋਊਗਾ, ਆਪਾਂ ਜਿਹੜਾ ਕਰਾ ਰਹੇ ਹਾਂ। ਇਨਸ਼ਾਅੱਲਾ ਇਹਨੂੰ ਵਧਾਵਾਂਗੇ, ਇਹੀ ਮੇਰੀ ਪਸੰਦ ਦੀ। ਅਲੀ ਬਾਜਵੇ ਦਾ ਆਲ ਟਾਈਮ ਫੇਵਰਟ ਪਲੇਅਰ? ਮੇਰਾ ਆਲ ਟਾਈਮ ਫੇਵਰਟ ਪਲੇਅਰ ਜਿਹੜਾ ਵਾ ਸ਼ਕੀਲ ਜੱਟ ਹੀ ਸੀ। ਬੈਸਟ ਰੇਡਰ ਔਰ ਬੈਸਟ ਸਟਾਪਰ ਦੋ ਤੁਸੀਂ ਚੁਣਨੇ ਨੇ ਪਾਕਿਸਤਾਨ 'ਚੋਂ? ਪਾਕਿਸਤਾਨ ਦੇ ਵਿੱਚ ਹਾਜ਼ਰ ਮੌਕੇ 'ਚ ਕਿ ਓਵਰਆਲ ਸ਼ਫੀਕ ਬੱਟ, 7 ਚੱਕ ਨਲਕੇ ਘਵਾਲੇ ਵਾਲਾ, ਬਹੁਤ ਵੱਡਾ ਖਿਡਾਰੀ ਹੋਇਆ, ਬਹੁਤ ਵੱਡਾ ਰੇਡਰ ਹੋਇਆ। ਠੀਕ ਹੋ ਗਿਆ। ਉਸ ਦੇ ਨਾਲ ਮਾਨਾ ਜੱਟ ਘਿਆਲੇ ਵਾਲਾ, ਇਹ ਲੈਜੈਂਡ ਨੇ ਕਬੱਡੀ ਦੇ। ਉਸਤਾਦ ਬਾਸ ਬਾਟੂਰੀ ਦਾ ਤੁਹਾਨੂੰ ਪਤਾ ਵੱਡੇ ਪਲੇਅਰ ਹੈ ਵੀ, ਲੇਕਿਨ ਮਾਨਾ ਸ਼ਫੀਕ ਬੱਟ ਵਰਗੀ ਕਬੱਡੀ ਵੀ ਨਾ ਘੱਟ ਖਿਡਾਰੀਆਂ ਖੇਡਣੀ ਹੈ। ਥੋੜ੍ਹਾ ਵਜੂਦ ਲੈ ਕੇ ਲੌਂਗ ਟਰਮ ਕਬੱਡੀ ਵੀ ਖੇਡੀ ਹੈ ਤਾਂ ਦੁਨੀਆ ਵੀ ਮਨਾਈ ਹੈ। ਕੋਈ ਇੱਕ ਲਫ਼ਜ਼ ਕਬੱਡੀ ਵਾਸਤੇ ਜਿਹੜਾ ਤੁਸੀਂ ਹਮੇਸ਼ਾ ਇੱਕ ਟਾਰਗੇਟ ਰੱਖਿਆ ਹੋਵੇ ਕਿ ਯਾਰ ਇਹ ਹੋ ਜਾਏ ਨਾ ਕਦੀ ਕਬੱਡੀ ਦੇ ਵਿੱਚ ਅਤੇ ਅਖੀਰ ਹੋ ਜਾਏ ਦੀ? ਮੇਰਾ ਇੱਕੋ ਹੀ ਲਫ਼ਜ਼ ਇਹ ਆ ਕਿ ਇੱਕ ਤਾਂ ਕਬੱਡੀ 'ਚ ਬਾਮ ਦੇਲ ਖ਼ਤਮ ਹੋਣੀ ਚਾਹੀਦੀ। ਮੈਂ ਪਿੱਟਣਾ ਹਰ ਗਰਾਊਂਡ ਦੇ ਵਿੱਚ ਜਾ ਕੇ।
ਦੂਜੀ ਮੇਰੀ ਰਿਕੁਐਸਟ ਇਹ ਆ ਕਿ ਮਾੜੇ ਘਰ ਦੇ ਪਲੇਅਰਾਂ ਨੂੰ ਮੌਕਾ ਦੇਵੋ। ਇੱਕ ਪਲੇਅਰ ਆ ਨਾ ਸਟਾਰ, ਉਹਨੂੰ ਹੀ ਆਪਾਂ ਹਰਸ਼ਾ ਦੇਈ ਜਾਵਾਂਗੇ ਨਾ, ਅਤੇ ਮਾੜਿਆਂ ਨੂੰ ਕਦੋਂ ਮੌਕਾ ਦੇਵਾਂਗੇ। ਵੇਖਿਆ ਕਰੋ ਮਾੜੇ ਘਰਾਂ ਦੇ ਪਲੇਅਰਾਂ ਨੂੰ ਮੌਕਾ ਦਿਆ ਕਰੋ, ਠੀਕ ਆ, ਉਹਨੂੰ ਖਿਡਾਇਆ ਕਰੋ, ਉਹਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਕਿ ਪਤੱਲਾ ਪਾਕ ਤੁਹਾਡੇ ਬਦੌਲਤ ਉਹਨੂੰ ਕਿਤੇ ਲੈ ਜੇ। ਇੱਕ ਅਲੀ ਬਾਜਵੇਹਾਰ ਦਾ ਮਾੜੇ ਘਰ ਤੋਂ ਉੱਠਦਾ, ਉਸ ਨੂੰ ਸ਼ੌਕ ਆਉਂਦਾ ਕਿ ਮੈਂ ਕਮੈਂਟਰੀ ਕਰਾਂ। ਤੁਹਾਡੇ ਜੇ ਬੰਦੇ ਜਿਹੜੇ ਅੱਗੇ ਕਾਮਯਾਬ ਨੇ, ਹੋਰ ਵੀ ਤੁਹਾਡੇ ਤੋਂ ਵੀ ਸੀਨੀਅਰ ਨੇ, ਟਾਪ ਕਲਾਸ ਦੇ ਇੰਟਰਨੈਸ਼ਨਲ ਅਨਾਊਂਸਰ ਨੇ, ਬਿਲਕੁਲ ਕਿਆ ਉਹਨਾਂ ਨੂੰ ਉਸ ਨਵੇਂ ਬੱਚੇ ਨੂੰ ਮੌਕਾ ਦੇਣਾ ਚਾਹੀਦਾ? ਬਿਲਕੁਲ ਭਾਈ ਯਾਰ। ਔਰ ਉਹ ਕਿਵੇਂ ਲੈਣਾ ਚਾਹੀਦਾ? ਕਿਉਂਕਿ ਸਾਡਾ ਤਾਂ ਇੱਥੇ ਇਹ ਵੇ ਕਿ ਜਿਹੜਾ ਅੱਗੇ ਤੁਸੀਂ ਗੱਲ ਕੀਤੀ ਹੈ ਕਿ ਕਾਮਯਾਬ ਉੱਤੇ ਹੀ ਪੈਸਾ ਲਾਉਣਾ ਹੈ, ਚੜ੍ਹਦੇ ਸੂਰਜ ਨੇ ਇਸਲਾਮ ਇੱਥੇ ਇਸ ਕੰਟਰੀ ਦੇ ਮਾਮਲਾਤ ਨੇ, ਲੇਕਿਨ ਇੱਕ ਨਵੇਂ ਬੰਦੇ ਵਾਸਤੇ ਕਿਵੇਂ ਉੱਤੇ ਆਉਣ ਦਾ ਰਾਹ ਹੈ? ਪਹਿਲਾਂ ਤਾਂ ਸਾਡੇ ਵੱਡਿਆਂ ਨੂੰ ਸੋਚਣਾ ਚਾਹੀਦਾ, ਸਾਡੀ ਫੈਡਰੇਸ਼ਨ ਨੂੰ, ਸਾਡੇ ਵੱਡੇ ਕੱਪਾਂ ਨੂੰ ਸੋਚਣਾ ਚਾਹੀਦਾ। 2-4 ਬੰਦੇ ਹੀ ਉਹਨਾਂ ਮੋਹਰੇ ਹੀ ਰੱਖੇ ਆ ਕਿ ਇਹ ਚੰਗਾ ਸਾਡਾ ਨਾਂ ਲੈਂਦੇ ਆ, ਇਹੀ ਸੱਦਣੇ ਆਪਾਂ, ਇਹ ਚੰਗਾ ਨਾਂ ਲੈਂਦੇ ਇਹੀ ਸੱਦਣੇ ਆਪਾਂ, ਇਹਨਾਂ ਨੂੰ ਸਾਡੀ ਸਭ ਦਾ ਪਤਾ ਵਾ। ਜੇ ਨਵੇਂ ਨੂੰ ਮੌਕਾ ਦਊਗਾ ਵੀ ਤੁਹਾਡਾ ਚੰਗਾ ਨਾਂ ਲਊਗਾ, ਉਹ ਵੀ ਉਹਨੂੰ ਵੀ ਪਤਾ ਲੱਗ ਜੂਗਾ ਤੁਹਾਡੇ ਸਾਰੇ ਬੈਕਗਰਾਊਂਡ ਦਾ। ਅਸੀਂ ਮੌਕੇ ਨਹੀਂ ਦਿੰਦੇ ਹੈਗੇ। ਅਗਰ ਕਿਸੇ ਨੂੰ ਅਸੀਂ ਮੌਕਾ ਦੇਣਾ ਨਾ, ਤਾਂ ਆਪਾਂ ਉਹਦੇ ਤੋਂ ਥੋੜ੍ਹਾ ਜਿਹਾ ਹਟਾਂਗੇ ਅਤੇ ਫਿਰ ਉਹਨੂੰ ਮੌਕਾ ਲੱਭਣਾ। ਜੇ ਮੈਂ ਆਖਾਂ ਇੱਕ ਮੈਚ 30 ਮਿੰਟ ਦਾ ਵਾ, ਅਤੇ 30 ਮਿੰਟ ਮੈਂ ਹੀ ਬੋਲਾਂ, ਨਵਾਂ ਲਾ ਕੇ ਖੜਾ ਰਵੇ, ਉਹਨੂੰ ਮੌਕਾ ਨਹੀਂ ਲੱਭਣਾ। ਅਗਰ ਮੈਂ ਉਹਨੂੰ 10 ਮਿੰਟ 15 ਮਿੰਟ ਮੌਕਾ ਦਊਂਗਾ, ਉਹਨੂੰ ਮੌਕਾ ਲੱਭੂਗਾ, ਠੀਕ ਆ। ਅੱਜ ਉਹਨੂੰ ਮੈਂ 15 ਮਿੰਟ ਮੌਕਾ ਦਿੱਤਾ, ਕੱਲ੍ਹ ਨੂੰ ਉਹਨੂੰ ਕੋਈ ਸੱਦੂਗਾ ਵੀ ਕਿ ਯਾਰ ਇਹ ਉਹ 15 ਮਿੰਟ ਉੱਥੇ ਬੋਲਿਆ, ਬਹੁਤ ਚੰਗਾ ਬੋਲਿਆ। ਸਾਡੇ ਮੌਕੇ ਹੀ ਨਹੀਂ ਦਿੰਦੇ ਹੈਗੇ। ਸਾਡੇ ਕਈਆਂ ਸਾਲਾਂ ਤੋਂ ਰੀਤ ਆ ਕਿ ਉਹੀ ਚੱਲਣੇ ਆ ਬਸ। ਧੱਕੇ ਨਾਲ ਕੋਈ ਚੱਲ ਜਾਏ ਤਾਂ ਉਹਨੂੰ ਆਉਂਦੇ ਚੱਲ 2 ਮਿੰਟ ਬੋਲ ਲੈ, ਬਾਕੀ ਹੁਣ ਇਹ ਉਹੀ ਆ। ਅਲੀ ਬਾਜਵਾ ਜਿੱਤਰੇ ਬੈਚ ਕਰਦਾ, ਕਦੀ ਖਿਆਲ ਨਹੀਂ ਆਇਆ ਕਿ ਯਾਰ ਮੈਂ ਆਪ ਹੋਵਾਂ ਇੱਥੇ ਰੀਡ ਪਾ ਲਾਂ ਜਾਂ ਸਟਾਪ ਕਰ ਲਾਂ? ਨਹੀਂ ਇੱਦਾਂ ਦਾ ਨਾ ਹੀ ਕਦੀ ਇੱਦਾਂ ਦੇ ਹੈ ਹੀ ਨਹੀਂ, ਕਬੱਡੀ ਬਾਰੇ ਸੋਚਿਆ ਹੀ ਨਹੀਂ। ਅਤੇ ਬਾਕੀ ਹੁੰਦਾ ਆ ਕੋਈ ਪਲੇਅਰ ਮਾੜਾ ਖੇਡੇ, ਉਹਨੂੰ ਬਾਅਦ 'ਚ ਆਖੀਦਾ ਯਾਰ ਤੂੰ ਮਿਹਨਤ ਘੱਟ ਕੀਤੀ। ਮਾਈਕ ਜਾਂ ਕਬੱਡੀ? ਇਹ ਕਬੱਡੀ ਮੈਕ ਨਾਲ ਆ ਅਤੇ ਮੈਂ ਕਬੱਡੀ ਨਾਲ, ਇਹਨਾਂ ਤੋਂ ਇਲਾਵਾ ਅਸੀਂ ਦੋਵੇਂ ਬਗੈਰ ਨਹੀਂ ਹੈਗੇ। ਇੱਕ ਆਖਰੀ ਸਵਾਲ, ਆਉਣ ਵਾਲੀ ਨਸਲ ਨੂੰ, ਕਬੱਡੀ ਦੇ ਪਲੇਅਰਸ ਨੂੰ, ਕਮੈਂਟੇਟਰ ਨੂੰ, ਸਪੋਰਟਰ, ਸਪਾਂਸਰ ਜਿਤਨੇ ਵੀ ਨੇ, ਤੁਸੀਂ ਇੱਕ ਐਸਾ ਮੈਸੇਜ ਦਿਓ, ਕਿਉਂਕਿ ਮੈਂ ਅਕਸਰ ਤੁਹਾਨੂੰ ਦੇਣਾ ਕਿ ਤੁਹਾਡੀਆਂ ਵੀਡੀਓਜ਼ ਆਉਂਦੀਆਂ ਨੇ, ਤੁਸੀਂ ਅਕਸਰ ਆਵਾਮ ਨਾਲ ਖੱਪ ਰਹੇ ਹੁੰਦੇ ਹੋ, ਬਲਕਿ ਕਿ ਯਾਰ ਇੰਝ ਨਾ ਕਰਿਆ ਕਰੋ, ਇੱਦਾਂ ਨਾ ਕਰਿਆ ਕਰੋ, ਟਾਈਮ ਦੀ ਪਾਬੰਦੀ। ਤੁਸੀਂ ਇੱਕ ਮੈਸੇਜ ਦੇਣਾ ਜਿਹਦੇ 'ਚ ਸਭ ਦਾ ਮਤਲਬ ਕਿ ਸਭ ਨੂੰ ਸਬਕ ਹੋਵੇ। ਅਸੀਂ ਆਪਣੀ ਕਬੱਡੀ ਨਾਲ ਵਫਾਦਾਰ ਹੋ ਜੀ। ਅਗਰ ਇਹਦੇ ਲਫ਼ਜ਼ ਬਹੁਤ ਛੋਟਾ ਵਾ ਵਫਾਦਾਰ ਕਬੱਡੀ ਨਾਲ, ਅਗਰ ਇਹਦੇ ਪਿੱਛੋਂ ਵੇਖੀਏ ਨਾ ਕਿ ਕਿਹੜੀ ਸ਼ੈ ਨਾਲ ਵਫਾਦਾਰ ਹੋ ਜੀ, ਕਿੰਝ ਵਫਾਦਾਰ ਹੋ ਜਾਈਏ, ਉਹ ਤੁਹਾਨੂੰ ਛੋਟੀ ਜਿਹੀ ਮੈਂ ਗੱਲ ਸਮਝਾ ਦਿੰਦਾ। ਪਹਿਲੀ ਗੱਲ, ਸਾਨੂੰ ਆਪਣੇ ਉਸਤਾਦਾਂ ਨਾਲ ਵਫਾਦਾਰ ਹੋਣਾ ਚਾਹੀਦਾ। ਦੂਸਰੀ ਗੱਲ, ਆਪਣੀ ਟੂਰਨਾਮੈਂਟ ਕਰਾਉਣ ਲਈ ਕਮੇਟੀਆਂ ਨਾਲ ਸਾਨੂੰ ਤਾਮਨ ਕਰਨਾ ਚਾਹੀਦਾ। ਅਗਰ ਅਸੀਂ ਵਫਾਦਾਰੀ ਕੀ ਹੈ ਸਾਡੀ ਜੀ, ਟੂਰਨਾਮੈਂਟ ਕਮੇਟੀ ਨੇ ਸੱਦਿਆ ਨਾ ਤੁਹਾਨੂੰ ਸ਼ਾਮੀ 3 ਵਜੇ, ਤੁਸੀਂ ਜਾਣਾ ਸ਼ਾਮੀ 6 ਵਜੇ, ਫਿਰ ਤੁਸੀਂ ਜਾ ਕੇ ਘੰਟਾ ਗਰਾਉਂਡੇ ਨਹੀਂ ਜਾਣਾ, ਫਿਰ ਤੁਸੀਂ ਬਾਮ ਲਾ ਕੇ ਗਰਾਉਂਡੇ ਵੜ ਜਾਣਾ, ਬਾਮ ਲਾ ਕੇ ਚੱਲ ਜਾਣਾ, ਫਿਰ ਤੁਹਾਡਾ ਕੋਈ ਨਾ ਕੋਈ ਪੁਆਇੰਟ ਦਾ ਪਾਣੀ ਦਾ ਇਸ਼ੂ ਬਣ ਜਾਣਾ, ਠੀਕ, ਫਿਰ ਤੁਹਾਡਾ ਟਾਈਮ ਦਾ ਇਸ਼ੂ ਬਣ ਜਾਣਾ। ਉਹ ਟੂਰਨਾਮੈਂਟ ਕਮੇਟੀ ਨੂੰ ਬਾਜ਼ਨ ਕਰਦੇ ਨੇ, ਕਬੱਡੀ ਖ਼ਤਮ ਕਰਦੇ ਨੇ। ਅਗਰ ਅਸੀਂ ਇਹ ਸਾਰੀਆਂ ਚੀਜ਼ਾਂ ਦੂਰ ਕਰ ਲਈਏ ਨਾ, ਤਾਂ ਅਸੀਂ ਕਬੱਡੀ ਸਾਡੀ ਬਹੁਤ ਅੱਗੇ ਜਾਏ। ਦੂਜੀ, ਨਵੀਂ ਜਨਰੇਸ਼ਨ ਲਈ ਮੈਂ ਕਹਿੰਦਾ ਹੁੰਦਾ 3 ਚੀਜ਼ਾਂ ਬੰਦਾ ਕਰ ਲਏ, ਬੰਦਾ ਨਾਕਾਮ ਹੋ ਜਾਏ, ਅਤੇ ਮੈਂ ਉਹਦਾ ਜੁਰਮਦਾਰ ਹਾਂ। ਪਹਿਲਾ ਆਪਣਾ ਰੱਬ ਰਾਜ਼ੀ, ਦੂਜਾ ਆਪਣਾ ਮਾਂ ਪਿਓ ਰਾਜ਼ੀ, ਤੀਜਾ ਆਪਣਾ ਉਸਤਾਦ ਰਾਜ਼ੀ, ਠੀਕ ਆ। ਉਸਤਾਦ ਨੇ ਰਾਜ਼ੀ ਕਿਵੇਂ ਹੋਣਾ? ਤੁਸੀਂ ਮਿਹਨਤ ਕਰੋ, ਉਸਤਾਦ ਨਾਲ ਵਫਾਦਾਰੀ ਕਰੋ, ਉਸਤਾਦ ਰਾਜ਼ੀ। ਮਾਂ ਪਿਓ ਨੇ ਰਾਜ਼ੀ ਕਿਵੇਂ? ਉਹਨਾਂ ਦਾ ਅਦਬ ਕਰੋ, ਮਾਂ ਪਿਓ ਰਾਜ਼ੀ। ਇਬਾਦਤ ਕਰੋ, ਰੱਬ ਰਾਜ਼ੀ। ਇਹਦੇ ਵਿੱਚ ਤੁਹਾਡੀ ਮਿਹਨਤ ਵੀ ਆ ਜਾਂਦੀ ਹੈ, ਤੁਹਾਡਾ ਅੱਛਾ ਅਖਲਾਕ, ਤੁਹਾਡਾ ਅਦਬ ਵੀ ਆ ਜਾਂਦਾ, ਤੁਹਾਡੀ ਇਬਾਦਤ ਵੀ ਆ ਜਾਂਦੀ। ਅਗਰ ਇਹ 3 ਕੰਮ ਕਰੇ ਤਾਂ ਬੰਦਾ ਨਾਕਾਮ ਹੋ ਜੇ, ਹੋ ਹੀ ਨਹੀਂ ਸਕਦਾ, ਮੈਂ ਨਾ ਨਹੀਂ ਹੋ ਸਕਦਾ। ਅਗਰ ਬੰਦਾ ਨਾਕਾਮ ਹੁੰਦਾ, ਉਹਦੇ ਦਿਲ 'ਚ ਖੋਟ ਆ, ਆਪਣੇ ਉਸਤਾਦ ਲਈ ਖੋਟ ਆ ਜਾਂ ਉਹਦੀ ਕੋਈ ਖੋਟ ਆ, ਉਹਦੀ ਨੀਅਤ 'ਚ ਫਰਕ। ਅਗਰ ਅਲੀ ਬਾਜਵੇ ਨੂੰ ਮੰਡੀ ਬੁਲਾਉਣਾ ਹੋਵੇ, ਗੁਜਰਾਤ ਬੁਲਾਉਣਾ ਹੋਵੇ, ਜੇਲਮ ਬੁਲਾਉਣਾ ਹੋਵੇ, ਤਾਂ ਕਿੰਨੀ ਫੀਸ ਲਏਦਾ? ਮੈਂ ਨਾ ਗੁਜਰਾਤ ਪਹਿਲੀ ਵਾਰੀ ਮੈਨੂੰ ਨਾ ਮਲਕ ਹਮਜ਼ਾ ਫੌਜੀ, ਵਲੀਦ ਗੋਂਦਲ, ਲਾਲੇ ਚੱਕ ਵਾਲੇ, ਸ਼ਰਾਦ ਮਾਂਡੂਰੀ ਨਾਲ ਬੁਲਾਇਆ ਸੀਗਾ। ਅਤੇ ਯਕੀਨ ਕਰੋ ਕਿ ਪਹਿਲੀ ਵਾਰੀ ਸਿਰਫ ਮਲਕ ਹਮਜ਼ਾ ਨਾਲ ਥੋੜ੍ਹਾ ਜਿਹਾ ਤਲਕ ਸੀਗਾ। ਨਾ ਮੈਨੂੰ ਪੁੱਛਿਆ ਕਿ ਕਿੰਨੇ ਪੈਸੇ ਲੈਣੇ ਨੇ, ਅਤੇ ਨਾ ਮੈਨੂੰ ਪੁੱਛਿਆ ਸੀ ਕਿੰਨੇ ਦੇਣੇ, ਅਤੇ ਨਾ ਹੀ ਮੈਂ ਵੇਖੇ ਨੇ, ਅਤੇ ਨਾ ਹੀ ਮੈਂ ਕਦੀ ਪੁੱਛੇ ਨੇ। ਫਿਰ ਜਿਹੜਾ ਮੈਚ ਆਪਣਾ 3 ਮਈ ਦੇ ਹੋਇਆ, ਨਾ ਮੈਂ ਪੁੱਛੇ ਨੇ, ਨਾ ਮੈਨੂੰ ਪੁੱਛਣੇ, ਅਤੇ ਨਾ ਮੈਂ ਗਾਂ ਪੁੱਛਣੇ, ਨਾ ਮੈਂ ਕਦੀ ਕਿਸੇ ਕੋਲ ਪੁੱਛੇ। ਮੈਂ ਇੱਕ ਐਸਾ ਬੰਦਾ ਵਾਂ, ਦਿਨ ਰਾਤ ਜਿੱਥੇ ਕੋਈ ਆਵਾਜ਼ ਮਾਰੇ ਅਸੀਂ ਹਾਜ਼ਰ ਹਾਂ।
ਮਤਲਬ ਕਿ ਕੋਈ ਫਿਕਸ ਫੀਸ ਨਹੀਂ। ਨਹੀਂ ਫਿਕਸ ਫੀਸ ਆਪਣੀ। ਵੇਖੋ ਜੀ ਆਪਣਾ ਕਿਰਦਾਰ ਆ ਇਹ, ਆਪਣਾ ਕੰਮ ਆ, ਲੇਕਿਨ ਆਪਾਂ ਇਹਨੂੰ ਇਹ ਨਹੀਂ ਆਂਦੇ ਕਿ ਆਪਾਂ ਇਹਨੂੰ ਪੈਸਿਆਂ 'ਚ ਵੇਚੀਏ ਜਾਂ ਪੈਸਿਆਂ 'ਚ ਤੋਲੀਏ। ਇੱਕ ਲਾਸਟ ਸਵਾਲ, ਬਿਲਕੁਲ ਲਾਸਟ। ਕਮੈਂਟੇਟਰ ਉਹ ਹੈ ਜਿਹਦੀ ਨਜ਼ਰ ਦੂਸਰਿਆਂ ਨਾਲੋਂ 10 ਗੁਣਾ ਅੱਗੇ ਚੱਲ ਰਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਕਮੈਂਟੇਟਰ, ਤੁਸੀਂ ਇੱਕ ਮੈਚ 'ਤੇ ਗਏ ਹੋ, ਤੁਹਾਨੂੰ ਮਿਸਾਲ ਦੇ ਤੌਰ 'ਤੇ 2-3 ਮਿੰਟ ਮੈਚ ਚੱਲਿਆ, ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਯਾਰ ਇਹ ਫਿਕਸ ਹੈ। ਕੋਈ ਐਸਾ ਜਗ੍ਹਾ ਹੈ ਜਿੱਥੇ ਤੁਹਾਨੂੰ ਇਹ ਚੀਜ਼ ਫੀਲ ਹੋਈ ਹੋਵੇ ਲੱਗ ਕਿ ਯਾਰ ਜਾਂਦਾ ਇਹ ਪਤਾ ਫਿਕਸ? ਭਾਜੀ, ਲੱਗ ਜਾਂਦਾ ਪਤਾ, ਲੇਕਿਨ ਨਾ ਮੈਂ ਹੁਣ ਨਾ ਲਊਂਗਾ ਅਤੇ ਨਾ ਹੀ ਫਿਰ ਅਸੀਂ ਉੱਥੇ ਲਈਦਾ ਕਿ ਲੋਕਾਂ ਦੇ ਦਿਲ ਖੱਟੇ ਹੋ ਜਾਂਦੇ ਆ। ਲੱਗ ਜਾਂਦਾ ਪਤਾ ਭਾਜੀ, ਦੂਰੀ ਪਹਿਲਾਂ ਹੀ ਲੇਕਿਨ ਤੁਸੀਂ ਵੇਖੇ ਨੇ ਕਿ ਅਕਸਰ ਮੈਚ ਫਿਕਸ ਹੁੰਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੱਗ ਜਾਂਦਾ ਪਤਾ ਭਾਜੀ। ਕਿ ਮੈਚ ਫਿਕਸ ਹੈ। ਲੇਕਿਨ ਅਸੀਂ ਆਵਾਮ, ਉਹ ਕਮੈਂਟੇਟਰ ਕਿਹੜਾ ਜਿਹੜਾ ਆਵਾਮ ਦੇ ਪਤਾ ਲੱਗਣ ਦੇ ਅਸੀਂ ਤਾਂ ਪਤਾ ਨਹੀਂ ਲੱਗਣ ਦੇਈਦਾ। ਮੈਚ ਜਿੰਨਾ ਮਰਜ਼ੀ ਫਿਕਸ ਹੋਏ, ਅਸੀਂ ਇੱਕ ਤਾਂ ਪਤਾ ਨਹੀਂ ਇਹ ਜੰਗ ਹੀ ਬਹੁਤ ਤਗੜੀ ਲੱਗੀ, ਮਾਹੌਲ ਹੀ ਇੱਦਾਂ ਦਾ ਬਣਾ ਦਿੱਤਾ ਹੁੰਦਾ। ਲੇਕਿਨ ਇਹ ਆ ਕਿ ਇਹ ਨੈਗੇਟਿਵ ਗੱਲਾਂ ਨੇ, ਮੈਚ ਫਿਕਸ ਹੋਣਾ ਜੇ ਉਹ ਕਬੱਡੀ ਲਈ, ਲੇਕਿਨ ਹੋਣਾ ਨਹੀਂ ਚਾਹੀਦਾ। ਲੇਕਿਨ ਮੈਂ ਇੱਕ ਗੱਲ ਕਹਾਂਗਾ, ਆਖਰੀ ਮੈਂ ਵੀ ਇੱਕ ਰਿਕੁਐਸਟ ਕਰਾਂਗਾ, ਅਗਰ ਪਾਕਿਸਤਾਨ ਦੀ ਕਬੱਡੀ ਅੱਜ ਇਸ ਲੈਵਲ 'ਤੇ ਆ, ਮੈਂ ਕੈਮਰੇ ਸਾਹਮਣੇ ਗੱਲ ਕਰ ਰਿਹਾ, ਅਗਰ ਪਾਕਿਸਤਾਨ ਦੀ ਕਬੱਡੀ ਇਸ ਲੈਵਲ 'ਤੇ ਆ ਨਾ, ਅਤੇ ਉਹਦਾ ਜਿਹੜਾ ਰੀੜ੍ਹ ਦੀ ਹੱਡੀ ਜਿਹੜੀ ਆ ਇਸ ਲੈਵਲ ਤੱਕ ਪਹੁੰਚਾਉਣ ਦੀ, ਉਹ ਸੋਸ਼ਲ ਮੀਡੀਆ। ਔਰ ਸਭ ਤੋਂ ਜ਼ਿਆਦਾ ਮਜ਼ਲੂਮ ਕੌਮ ਵੀ ਕੈਮਰੇਮੈਨ ਨੇ। 3 ਘੰਟੇ ਪਹਿਲਾਂ ਆ ਕੇ ਨਾ ਸਟੈਂਡ ਲੱਗੇ ਹੁੰਦੇ ਨੇ, ਘੰਟਾ ਬਾਅਦ 'ਚ ਜਾਂਦੇ ਨੇ, ਅਤੇ ਜਾਣ ਲੱਗਿਆ ਇਹਨਾਂ ਨੂੰ ਰੁਪਈਆ ਨਹੀਂ ਫੜਾਉਂਦਾ। ਮੇਰੀ ਗੱਲ ਯਾਦ ਰੱਖਿਓ। ਔਰ ਅਸੀਂ ਤੈਨੂੰ ਬੁਲਾਇਆ ਵਾ, ਤੂੰ ਆ ਗਿਆ, ਤੈਨੂੰ YouTube ਤੋਂ ਆ ਜਾਣੇ ਨੇ। ਉਹ ਅੱਲਾ ਦੇ ਬੰਦੇ ਹੋ, ਅਗਰ ਇਹ ਨਾ ਹੋਵੇ, ਤੁਸੀਂ ਮੈਚ ਕਰਾਇਆ, ਲੋਕਾਂ ਨੂੰ ਕਿਵੇਂ ਪਤਾ ਤੁਸੀਂ ਮੈਚ ਕਰਾਇਆ? ਇਹਨੇ ਤੁਹਾਡੀ ਮਹੀਨਾ ਪਹਿਲਾਂ ਤੁਹਾਡੀ ਪਬਲਿਸਿਟੀ ਕੀਤੀ, ਮਹੀਨਾ ਬਾਅਦ ਤੁਹਾਡਾ ਮੈਚ ਚੱਲਣਾ ਵਾ YouTube 'ਤੇ, ਸੋਸ਼ਲ ਮੀਡੀਆ 'ਤੇ, ਤੁਸੀਂ ਇੰਦਾ ਨਹੀਂ ਹੱਕ ਦੇ ਰਹੇ। ਅਗਰ ਅੱਜ ਪਲੇਅਰ ਸਟਾਰ ਆ, ਪਲੇਅਰਾਂ ਲੋਕ ਸੈਲਫੀਆਂ ਬਣਾਉਂਦੇ ਨੇ, ਇਹ ਪਲੇਅਰ ਦੇ ਵੀਜ਼ੇ ਲੱਗਦੇ ਨੇ, ਉਹਨੂੰ ਕੈਮਰਾ ਚੱਲਦਾ, ਉਹਨੂੰ ਲੋਕ ਬਾਹਰ ਵਹਿੰਦੇ ਨੇ, ਪ੍ਰਮੋਟਰ ਵਹਿੰਦੇ ਨੇ, ਅਤੇ ਉਹ ਚਾਹੁੰਦਾ। ਅਗਰ ਕਿਸੇ ਕੋਚ ਦੀ ਕੋਚਿੰਗ ਅੱਛੀ ਲੱਗਦੀ ਹੈ, ਇਹ ਕੋਈ ਟੂਰਨਾਮੈਂਟ ਅੱਛਾ ਲੱਗਦਾ, ਉਹ ਕੈਮਰੇ ਦਾ ਕੰਮ ਹੈ ਤੁਹਾਨੂੰ ਦੁਨੀਆ ਨੂੰ ਵਿਖਾਉਣਾ। ਅੱਜ ਮੈਂ ਆਨਾ 1 ਮਹੀਨਾ ਕੈਮਰੇ ਮੈਂ ਆਪਣੇ ਘਰਾਂ 'ਚ ਬਹਿ ਜਾਣ, ਜੇ ਪਾਕਿਸਤਾਨ ਕੋਈ ਟੂਰਨਾਮੈਂਟ ਹੋ ਗਿਆ ਤਾਂ ਮੈਨੂੰ ਫੜ ਲਿਓ। ਕੋਈ ਪਲੇਅਰ ਦਾ ਕੋਈ ਨਾਂ ਲੈ ਕੇ ਗੱਲ, ਪਲੇਅਰ ਸਾਹਮਣੇ ਤੁਰੇ ਫਿਰਨ, ਲੋਕਾਂ ਨੂੰ ਜੇ ਪਤਾ ਨਹੀਂ ਹੋਣਾ ਕਿਹੜਾ ਤੁਰਿਆ ਫਿਰਦਾ। ਆਹ ਕੈਮਰਾਮੈਨ, ਮੇਰੀ ਇਹ ਖੁਦਾਰਾ ਗੁਜ਼ਾਰਿਸ਼ ਹੈ ਕਮੇਟੀਆਂ ਅੱਗੇ ਕਿ ਆਪਾਂ ਜਿੱਦਾਂ ਸਾਨੂੰ ਅਸੀਂ ਪਲੇਅਰਾਂ ਨੂੰ ਫੀਸ ਦਿੰਦੇ ਹਾਂ ਨਾ, ਭਾਈ ਇਹ ਫੜੋ, ਇੱਦਾਂ ਕੈਮਰਾਮੈਨਾਂ ਨੂੰ, ਰੈਫਰੀਆਂ ਨੂੰ, ਕਮੈਂਟੇਟਰਾਂ ਨੂੰ ਪੈਸੇ ਦਿਆ ਕਰੋ, ਭਾਈ ਫੜੋ। ਔਰ ਕਬੱਡੀ ਇੱਕ ਐਸੀ ਖੇਡ ਆ ਜਿੱਥੇ ਇੱਕ ਨਿੰਮਕੋ ਵੇਚਣ ਵਾਲੇ ਤੋਂ ਲੱਗ ਕੇ ਸਾਊਂਡ ਵਾਲੇ ਤੱਕ ਹਰ ਸ਼ੈ ਨੂੰ ਰੋਜ਼ੀ ਲੱਭਦੀ ਹੈ। ਡਰਾਈਵਰਾਂ ਨੂੰ, ਪਲੇਅਰਾਂ ਨੂੰ, ਕਮੈਂਟੇਟਰਾਂ ਨੂੰ, ਰੈਫਰੀਆਂ ਨੂੰ, ਹਰ ਸ਼ੈ ਨੂੰ ਰੋਜ਼ੀ ਲੱਭਦੀ, ਸਾਊਂਡ ਵਾਲੇ ਨੂੰ, ਲਾਈਟਾਂ ਵਾਲੇ ਨੂੰ, ਹਰ ਸ਼ੈ ਨੂੰ ਰੋਜ਼ੀ ਲੱਭਦੀ ਹੈ ਨਾ, ਠੀਕ ਹੋਗਾ। ਆਪਣੇ ਘਰ ਲਾਏ, ਲੇਕਿਨ ਇਹਨਾਂ ਦਾ ਹੱਕ ਇਹਨਾਂ ਨੂੰ ਦਿਆ ਕਰੋ। ਔਰ ਜਿਹੜੇ ਬੰਦਾ ਮੈਂ ਨਾ ਕਿ ਸੋਸ਼ਲ ਮੀਡੀਆ ਵਾਲਿਆਂ ਦੀ ਇੱਜ਼ਤ ਨਹੀਂ ਨਾ ਕਰਦਾ ਹੈਗਾ, ਅਤੇ ਉਹ ਬੇਵਕੂਫ ਬੰਦਾ, ਇਹਨਾਂ ਦਾ ਕਰਕੇ ਅਸੀਂ ਬਹੁਤ ਅੱਗੇ ਆਏ। ਅੱਜ ਅਗਰ ਅਲੀ ਬਾਜਵੇ ਨੂੰ ਤੁਸੀਂ ਜ਼ਿਲ੍ਹਾ ਗੁਜਰਾਤ 'ਚ ਬੈਠੇ ਹੋ, ਮੇਰਾ ਜ਼ਿਲ੍ਹਾ ਜ਼ਿਲ੍ਹਾ ਟੋਬਾ ਟੇਕ ਸਿੰਘ ਡਿਵੀਜ਼ਨ ਫੈਸਲਾਬਾਦ, ਅਗਰ ਅਲੀ ਬਾਜਵੇ ਨੂੰ ਮੌਜ ਮੇਲੇ ਵਾਲੇ ਜਾਣਦੇ ਨੇ, ਅਤੇ ਇਹ ਕੈਮਰੇ ਦੇ ਥਰੂ ਜਾਣਦੇ ਨੇ, ਠੀਕ ਹੋ ਗਿਆ। ਅਤੇ ਇਹ ਕੈਮਰੇ ਜਿਹੜਾ ਸੋਸ਼ਲ ਮੀਡੀਆ ਇਹਨਾਂ ਦਾ ਅਸੀਂ ਨਹੀਂ ਦੇਣ ਦੇ ਸਕਦੇ। ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਇਹਨਾਂ ਨਾਲ ਸਹੀ ਚੱਲੀਏ, ਮੁਖਲਸ ਚੱਲੀਏ, ਇਹਨਾਂ ਭਰਾਵਾਂ ਦਾ ਬਹੁਤ ਦੇਣ ਆ ਕਬੱਡੀ। ਜਿਸ ਤਰ੍ਹਾਂ ਇੱਕ ਪਲੇਅਰ ਨੂੰ ਸੱਟ ਲੱਗੇ, ਇੰਜਰੀ ਹੋ ਜੇ, ਉਹਦੇ ਨਾਲ ਕੋਈ ਨਹੀਂ ਖੜਦਾ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਕਮੈਂਟੇਟਰ ਬਿਮਾਰ ਹੋ ਜੇ, ਉਸ ਨੂੰ ਥੋੜ੍ਹੀ ਜਿਹੀ ਅਲੀਲ ਹੋਵੇ, ਔਰ ਲੰਬੇ ਅਰਸੇ ਤੱਕ ਹੋ ਜੇ, ਕੁਝ ਦਿਨਾਂ ਤੱਕ। ਕਦੀ ਇੰਝ ਵੀ ਹੋਇਆ ਕਿ ਮੈਂ ਤਾਂ ਪਹਿਲੀ ਗੱਲ ਕਮੈਂਟੇਟਰ ਬਿਮਾਰ ਵੇਖਿਆ ਨਹੀਂ ਜੀ, ਇਹ ਬਿਮਾਰ ਵੀ ਠੀਕ ਹੀ ਹੁੰਦੇ ਨੇ। ਅਤੇ ਦੂਜੀ ਗੱਲ, ਅਗਰ ਕੋਈ ਹੋ ਜਾਏ, ਕੋਈ ਯਾਰ ਬੇਲੀ ਹੁੰਦੇ ਜਿਹੜੇ ਖੜ ਜਾਂਦੇ ਨਾਲ, ਮੇਰੇ ਬਹੁਤ ਆ ਯਾਰ ਬੇਲੀ ਕਿ ਮੇਰੀ ਇੱਕ ਆਵਾਜ਼ 'ਤੇ ਜਾਨ ਵੀ ਦੇਣਗੇ। ਅਲੀ ਭਾਈ, ਤੁਸੀਂ ਇੰਤਹਾਈ ਕੀਮਤੀ ਸਾਨੂੰ ਟਾਈਮ ਦਿੱਤਾ, ਅਸੀਂ ਤੁਹਾਡਾ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨੇ ਹਾਂ।